ਲਓ ਜੀ, ਸਵਾਗਤ ਹਾਜ਼ਰੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਅਸੀਂ ਆਪਣੇ ਸਮੇਂ ਮੁਤਾਬਕ ਰੋਜ਼ ਪਹੁੰਚ ਜਾਈਦਾ ਤੇ ਗੱਲਾਂ ਰੋਜ਼ ਦੀ ਰੋਜ਼ ਤਬਦੀਲ ਹੋ ਜਾਂਦੀਆਂ। ਇੱਕ ਦਿਨ ਤਾਂ ਐਂ ਜਾਪਦਾ ਵੀ ਲੈ ਪੈ ਗਏ ਪੇਚਾ, ਅਗਲਾ ਦਿਨ ਲੰਘਦਾ ਵੀ ਚਲੋ ਵੀ ਨਿਬੜ ਗਏ ਕੰਮ, ਫਿਰ ਅਗਲੇ ਦਿਨ ਹੁੰਦਾ ਲਓ ਨਵੀਂ ਗੱਲ ਸ਼ੁਰੂ ਹੋ ਗਈ, ਫਿਰ ਉਦੋਂ ਅਗਲੇ ਦਿਨ ਹੁੰਦਾ ਹੁਣ ਪੇਚਾ ਪੈਣਾ ਹੀ ਪੈਣਾ, ਫਿਰ ਉਦੋਂ ਅਗਲੇ ਦਿਨ ਹੁੰਦਾ ਵੀ ਚਲੋ ਖਹਿੜਾ ਛੁੱਟਾ ਯਾਰ ਕੰਮ ਨਿਬੜ ਗਿਆ। ਇਹ ਸਾਰਾ ਕੁਛ ਚੱਲਦਾ ਰਹਿੰਦਾ। ਅੱਜ ਵੀ ਆਪਾਂ ਕੁਛ ਗੱਲਾਂ ਜਿਹੜੀਆਂ ਕਿ ਨਿਬੜ ਗਈਆਂ, ਕੁਛ ਗੱਲਾਂ ਜਿਹੜੀਆਂ ਸ਼ੁਰੂ ਹੋ ਗਈਆਂ, ਕੁਛ ਗੱਲਾਂ ਜਿਹੜੀਆਂ ਚੱਲਦੀਆਂ ਪਈਆਂ ਤੇ ਕੁਛ ਗੱਲਾਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਫਿਰ ਛਿੜ ਸਕਦੀਆਂ। ਉਹ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ ਆਪਣੇ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਕਿੱਦਾਂ ਗੱਲਾਂ ਬਾਤਾਂ? ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਅੱਜ ਬੜੀ ਫੁੱਫੜ ਵਾਲੀ ਟਾਈ ਲਾਈ, ਪਿੰਕ ਰੰਗ ਦੀ ਆਪ ਹੀ ਲਵਾਈ ਹੈ। ਇਹ ਪਤਾ ਕੀ ਹੁੰਦਾ, ਇਹ ਤਾਂ ਹੁੰਦਾ ਵੀ ਬੰਦੇ ਨੂੰ ਉੱਥੇ ਆਪ ਲੈ ਜਾਣਾ ਜਿੱਥੇ ਉਹਦੇ ਕਟਾਪਾ ਚੜ੍ਹਨਾ ਹੋਵੇ। ਆ ਜਾ ਤੂੰ ਖੜਿਆਂ ਨਾਲ ਮੁੜ ਕੇ ਕਹਿਣਾ ਢਾਲੋ ਫੜ ਕੇ ਵੀ। ਨਹੀਂ ਮੈਂ ਤਾਂ ਕਿਹਾ, ਮੈਂ ਕਿਹਾ ਵੀ ਯਾਰ ਵਾਹਵਾ ਦਿਨ ਹੋ ਗਏ ਮੈਂ ਨੀਲੀਆਂ ਜਿਹੀਆਂ ਲਾਈ ਜਾਂਦੇ, ਇੱਕ ਪਤਾ ਲੱਗੇ ਵੀ ਵਿਆਹ ਵਾਲੀ ਵੀ ਲਾਓ ਅੱਜ। ਨਹੀਂ ਚਲੋ ਠੀਕ ਆ ਮਹਾਰਾਜ, ਬਹੁਤ ਮਿਹਰਬਾਨੀ ਤੁਹਾਡੀ। ਮੁੜ ਕੇ ਤੁਹਾਡੇ ਵਰਗਾ ਬੰਦਾ ਕਹਿੰਦਾ ਆਪ ਮੇਰੇ ਨਾਲ ਥੋੜਾ ਹੀ, ਮੇਰੇ ਨਾਲ ਤਾਂ ਇੱਥੇ ਸਾਈਕਲ ਦੇ ਪਿੱਛੇ ਬਹਿ ਕੇ ਆਇਆ, ਹੱਥ ਦਿੰਦਾ ਸੀ, ਮੈਂ ਤਾਂ ਭਾਈ ਝੂਟਾ ਹੀ ਦਿੱਤਾ ਇਹਨੂੰ। ਨਹੀਂ ਬਾਠ ਸਾਹਿਬ ਇੱਦਾਂ ਨਹੀਂ ਇੱਦਾਂ ਨਹੀਂ। ਤੁਹਾਡੇ ਮੁੜ ਕੇ ਨਾ ਬਾਹਾਂ ਤੁਹਾਡੇ ਵਰਗੇ ਪਿੱਛੇ ਵਾਲੇ ਹੁਣ ਢਾਲੋ ਹੁਣ। ਨਹੀਂ ਤੁਸੀਂ ਦੇਖੋ ਵੀ ਚਿੰਤਾ ਨਹੀਂ ਕਰਨੀ, ਬੈਠੇ ਬਾਅਦ ਚ ਮੈਂ ਲੈ ਜਾਊਂਗਾ ਪੱਟੀ ਪੁੱਟੀ ਕਰਾਉਣੀ। ਨਹੀਂ ਉਦੋਂ ਬਾਅਦ ਅਗਲੇ ਜਾਂ ਢਾਹ ਕੇ ਉੱਥੇ ਮਾਂਜ ਦੇਣਾ ਹੈ ਵੀ ਯਾਰ ਤੂੰ ਉੱਠਿਆ ਨਹੀਂ, ਕਹਿੰਦਾ ਮੈਂ ਤੈਨੂੰ ਕਿਹਾ ਵੀ ਮੈਂ ਬੈਠਾ ਤੇ ਮੈਂ ਤੇ ਬੈਠਾ ਰਹਿ ਜਾਂਦਾ। ਮੈਂ ਤਾਂ ਬੰਦਾ ਆਪਣੇ ਉੱਪਰ ਮਿੱਟੀ ਮੁੱਟੀ ਵਾ ਕੇ ਪਹਿਲੇ ਕਹਿ ਲਵੇ ਯਾਰ ਮੈਂ ਕੀ ਕਰਦਾ, ਮੈਂ ਤਾਂ ਪਹਿਲੇ ਅਗਲੇ ਨੇ ਥੱਲੇ ਰੱਖ ਲਿਆ ਮੈਨੂੰ ਟੇਢਾ ਕਰਕੇ। ਸੰਧਾਲੀਆ ਸਾਹਿਬ ਸਰ ਹੁਕਮ ਜੀ। ਅੱਛਾ ਜੀ, ਮੈਨੂੰ ਅੱਜ ਸਰ ਕਿਸੇ ਨੇ ਪਹਿਲੀ ਵਾਰੀ ਕਿਹਾ। ਮੈਂ ਤੇ ਟਾਈ ਤੋਂ ਹੀ ਡਰੀ ਜਾਣਾ। ਵੋਟਾਂ ਤਾਂ ਨਹੀਂ ਨੇੜੇ ਜਿਹੜਾ ਤੁਸੀਂ ਇੰਨੇ ਸਤਿਕਾਰ ਨਾਲ ਬੋਲ ਰਹੇ? ਵੋਟਾਂ ਕੈਨੇਡਾ 'ਚ ਨੇ। ਕੈਨੇਡਾ 'ਚ ਨੇ? ਹਾਂ, ਕੈਨੇਡਾ ਦੇ ਕਈ ਇਲਾਕਿਆਂ 'ਚ ਵੋਟਾਂ ਨੇ। ਸੰਧਾਲੀਆ ਸਾਹਿਬ ਅੱਜ ਨਾ ਆਪਾਂ ਇੱਦਾਂ ਲਕੀਰ ਲਾਈਨ, ਜਿਹਨੂੰ ਆਪਣੇ ਲੈਣ ਵੀ ਕਹਿੰਦੇ, ਲੈਣ ਖਿੱਚ ਦਿੱਤੀ ਉਹਨੇ। ਹੁਣ ਆਪਾਂ ਲਾਈਨ ਅੱਜ ਖਿੱਚਣੀ ਹੈ ਕਿਉਂਕਿ ਇੱਕ ਨਾ ਚਿੱਠੀ ਸਰਕਾਰੀ ਘੁੰਮਦੀ ਹੈ। ਬੜੇ ਲੀਡਰ ਨੇ ਮੌਜੂਦਾ ਸੱਤਾਧਾਰੀ, ਉਹ ਕਹਿੰਦੇ ਜੀ ਬਹੁਤ ਵਧੀਆ ਅਸੀਂ ਕੰਮ ਕਰਨਾ। ਜਿਹੜੇ ਪਿਛਲੀਆਂ ਸਰਕਾਰਾਂ ਚਲਾਉਂਦੇ ਰਹੇ ਅੱਜ ਵਿਰੋਧੀ ਧਿਰ ਦੇ ਵਿੱਚ ਨੇ, ਉਹ ਕਹਿੰਦੇ ਜੀ ਇਹਨਾਂ ਨੇ ਕੰਮ ਨਹੀਂ ਚੱਜ ਦਾ ਕੀਤਾ 60-70 ਦਿਨਾਂ ਦੇ ਵਿੱਚ। ਇੱਕ ਚਿੱਠੀ ਜਿਹੜੀ ਆ ਨਾ ਉਹ ਦੱਸਦੀ ਆ ਕਿ ਪੰਜਾਬ ਦੇ ਨਾਲ, ਪੰਜਾਬੀਆਂ ਦੇ ਨਾਲ ਸਿਆਸਤਦਾਨਾਂ ਨੇ, ਅਫਸਰਸ਼ਾਹੀ ਨੇ, ਉਦਯੋਗਪਤੀਆਂ ਦੇ ਇੱਕ ਹਿੱਸੇ ਨੇ ਕੀ ਕੁਝ ਕੀਤਾ। ਚਿੱਠੀ ਦੇ ਵਿੱਚ ਲਿਖਿਆ ਕਿ ਪੰਜਾਬ ਦੀਆਂ ਆ ਜਿਹੜੀਆਂ ਨਹਿਰਾਂ ਨੇ, ਦਰਿਆਵਾਂ ਦੇ ਵਿੱਚੋਂ ਨਿਕਲਦੀਆਂ, ਉਹਦਾ ਪਾਣੀ ਸਿੰਚਾਈ ਲਈ ਵਰਤਿਆ ਜਾਵੇ। ਜਾਣੀ ਕਿ ਉਹ ਪਾਣੀ ਜਿਹੜਾ ਖੇਤਾਂ ਦੇ ਵਿੱਚ ਫਸਲ ਨੂੰ ਪਾਲਣ ਦੇ ਲਈ ਵਰਤਿਆ ਜਾਵੇ। ਬੜਾ ਚੰਗਾ ਲੱਗਦਾ ਕਿ ਸਾਡੀਆਂ ਨਹਿਰਾਂ ਨੇ, ਉਹਦਾ ਪਾਣੀ ਖੇਤਾਂ ਨੂੰ ਲੱਗ ਸਕਦਾ, ਸਾਨੂੰ ਮੋਟਰ ਲਾ ਕੇ ਪਾਣੀ ਧਰਤੀ ਹੇਠੋਂ ਨਹੀਂ ਕੱਢਣਾ ਪਊਗਾ, ਅਸੀਂ ਨਹਿਰੀ ਪਾਣੀ ਨਾਲ ਸਿੰਚਾਈ ਕਰਾਂਗੇ। ਕਮਾਲ ਦੀ ਗੱਲ। ਪਰ ਜਿਹੜੀ ਦੂਸਰੀ ਗੱਲ ਉਹ ਸਰਕਾਰੀ ਚਿੱਠੀ 'ਚ ਲਿਖੀ ਆ ਨਾ, ਉਹ ਤੰਗ ਕਰਦੀ ਆ, ਪਰੇਸ਼ਾਨ ਕਰਦੀ ਆ। ਰੋਸਾ, ਗੁੱਸਾ, ਗਿਲਾ, ਸ਼ਿਕਵਾ ਸਾਰਾ ਕੁਝ ਮਨ 'ਚ ਆਉਂਦਾ। ਉਹਦੇ ਵਿੱਚ ਲਿਖਿਆ ਕਿ ਇਹਦਾ ਪਾਣੀ ਨਹਿਰਾਂ ਦਾ ਪੀਣ ਲਈ ਬਿਲਕੁਲ ਨਾ ਵਰਤਿਆ ਜਾਵੇ। ਇੱਕ ਵਾਰੀ ਨਹੀਂ, 1.5 ਪੈਰੇ ਦੀ ਚਿੱਠੀ ਦੇ ਵਿੱਚ 2 ਵਾਰੀ ਇਹ ਸ਼ਬਦ ਲਿਖਿਆ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਹਰੀਕੇ ਪੱਤਣ ਤੋਂ ਬਾਅਦ ਨਿਕਲਦੀਆਂ ਜਿਹੜੀਆਂ ਨਹਿਰਾਂ ਨੇ, ਜਿਹੜੀਆਂ ਕਿ ਮਾਲਵੇ ਦੇ ਇੱਕ ਹਿੱਸੇ ਨੂੰ ਜਾਂਦੀਆਂ, ਰਾਜਸਥਾਨ ਤੱਕ ਜਾਂਦੀਆਂ, ਕਿ ਉਹਨਾਂ ਦਾ ਪਾਣੀ ਪੀਣ ਯੋਗ ਨਹੀਂ, ਉਹਨਾਂ ਦਾ ਪਾਣੀ ਖਰਾਬ ਹੈ। ਇਸ ਕਰਕੇ ਵਿਸ਼ੇਸ਼ ਹਦਾਇਤ ਦਿੱਤੀ ਜਾਂਦੀ ਹੈ ਕਿ ਇਹ ਪਾਣੀ ਪੀਣ ਲਈ ਵਰਤਿਆ ਨਾ ਜਾਵੇ। ਹੁਣ ਤੁਸੀਂ ਜੀ ਇੱਥੇ ਮੈਂ ਉਹੀ ਆਨਾ ਵੀ ਆਪਾਂ ਇਹ ਬੇਨਤੀ ਜ਼ਰੂਰ ਕਰ ਦਈਏ ਕਿ ਵੀ ਇਹ ਨਹਿਰਾਂ ਜਦੋਂ ਪਿੱਛੋਂ ਤੁਰਦੀਆਂ ਨੇ, ਜਿੱਥੋਂ ਤੁਰਦੀਆਂ ਨੇ ਹਿਮਾਚਲ ਵਾਲੇ ਪਾਸੋਂ ਜਦੋਂ ਪਾਣੀ ਆਉਂਦਾ ਉਦੋਂ ਠੀਕ ਆ, ਉਦੋਂ ਨਹੀਂ ਇਹਦੇ 'ਚ ਕੋਈ ਮੁਸ਼ਕਿਲ ਹੈਗੀ, ਉੱਥੇ ਪੀ ਸਕਦੇ ਆ। ਪੰਜਾਬ ਦੇ ਵਿੱਚ ਵੀ ਜੇ ਪੂਰਾ ਪੰਜਾਬ ਨਹੀਂ ਲੰਘਦੇ, ਜੇ ਆਪਾਂ ਹਰੀਕੇ ਪੱਤਣ ਦੀ ਗੱਲ ਕਰੀਏ ਲਗਭਗ ਅੱਧ 'ਚ ਆ ਜਾਂਦਾ। ਉਹ ਅੱਧ ਤੋਂ ਬਾਅਦ ਫਿਰ ਪੰਜਾਬ ਉਧਰਲੇ ਪਾਸੇ ਨੂੰ ਅਜੇ ਵੀ ਜ਼ਿਆਦਾ, ਅੱਧ ਤੱਕ ਆਉਂਦੇ ਆਪਾਂ ਚਿੱਠੀ ਲਿਖਣ ਵਾਲਾ ਕਰ ਦਿੱਤਾ ਵੀ ਹਾਂ ਵੀਰ ਇਹਦੋਂ ਅੱਗੇ ਨਾ ਪੀਓ। ਆਪ ਹੀ ਹੁਣ ਇਹਦੇ ਤੇ ਲਿਖ ਦਿਓ ਕਿ ਹੁਣ ਪੀਣ ਵਾਲਾ ਨਹੀਂ। ਹੁਣ ਸੰਧਾਲੀਆ ਸਾਹਿਬ ਇੱਥੇ ਸਵਾਲ ਸਭ ਤੋਂ ਵੱਡਾ, ਵਿਰੋਧੀ ਪਾਰਟੀਆਂ ਦੇ ਲੀਡਰ, ਕਾਂਗਰਸ ਦੇ, ਅਕਾਲੀ ਦਲ ਦੇ, ਭਾਜਪਾ ਦੇ, ਸਾਰੀਆਂ ਧਿਰਾਂ ਦੇ, ਆਮ ਆਦਮੀ ਪਾਰਟੀ ਦੇ ਵੀ ਲੀਡਰ ਜਿਹੜੇ ਕਿ ਮੌਜੂਦਾ ਸੱਤਾਧਾਰੀ ਨੇ, ਉਹ ਸਾਰੇ ਆਪਣੇ ਆਪ ਨੂੰ ਇਹ ਦਰਸਾਉਂਦੇ ਕਿ ਸਾਡੇ ਤੋਂ ਵੱਧ ਪੰਜਾਬ ਦਾ ਹਤੈਸ਼ੀ ਕੋਈ ਨਹੀਂ। ਜਾਣੀ ਅਸੀਂ ਪੰਜਾਬ ਦੇ ਲੋਕਾਂ ਦੇ ਇੰਨੇ ਨੇੜੇ ਆ, ਦੁੱਖ ਸਮਝਦੇ, ਦਰਦ ਸਮਝਦੇ, ਪੰਜਾਬ ਨੂੰ ਅੱਗੇ ਲਿਜਾਣਾ ਚਾਹੁੰਦੇ ਆ। ਤੇ ਚਿੱਠੀ ਇਹ ਦੱਸਦੀ ਹੈ ਕਿ ਨਹਿਰਾਂ ਦਾ ਪਾਣੀ ਪੀਣ ਯੋਗ ਨਹੀਂ, ਪਰ ਲੋਕ ਪੀ ਰਹੇ ਨੇ ਕਿਉਂਕਿ ਉਹਨਾਂ ਦੀ ਮਜਬੂਰੀ ਹੈ। ਨਹਿਰਾਂ ਦੇ ਵਿੱਚੋਂ ਹੀ ਪਾਣੀ ਪਿੰਡਾਂ ਦੇ ਲੋਕਾਂ ਨੂੰ ਖਾਸ ਤੌਰ ਤੇ ਮਾਲਵੇ ਦੇ ਵਿੱਚ ਸਪਲਾਈ ਹੁੰਦਾ, ਉਹਨਾਂ ਦੇ ਕੋਲੇ ਸਾਧਨ ਹੀ ਕੋਈ ਨਹੀਂ ਹੋਰ। ਇੱਥੋਂ ਤੱਕ ਕਿ ਕਈ ਪਿੰਡਾਂ ਦੀਆਂ ਆਪਾਂ ਰਿਪੋਰਟਾਂ ਪਿਛਲੇ ਦਿਨੀ ਦਿਖਾ ਲਈਆਂ, ਉਹਨਾਂ ਦੇ ਧਰਤੀ ਹੇਠਲਾ ਪਾਣੀ ਖਾਰਾ ਹੋ ਗਿਆ ਜਾਂ ਪਾਣੀ ਹੈ ਹੀ ਨਹੀਂ। ਤੇ ਪਿੰਡਾਂ ਦੇ ਲੋਕ ਸਰਕਾਰ ਤੋਂ ਮੰਗ ਕੀ ਕਰਦੇ ਆ ਜੀ, ਉਹ ਸਾਡੇ ਇੱਥੇ ਸੂਆ ਆਉਂਦਾ ਆ, ਕੱਸੀ ਆਉਂਦੀ ਆ,
ਜੇ ਤੁਸੀਂ ਕਿਤੇ ਨਹਿਰ ਦਾ ਪਾਣੀ ਛੱਡ ਦਿਆ ਕਰੋ ਤਾਂ ਅਸੀਂ ਕੱਸੀ ਰਾਹੀਂ ਸੂਏ ਰਾਹੀਂ ਪਾਣੀ ਆਪਣੇ ਇਸ ਪਿੰਡ ਦੇ ਇਹ ਛੱਪੜ ਦੇ ਵਿੱਚ ਆ ਟੋਬੇ ਦੇ ਵਿੱਚ ਆ ਖੂਹ 'ਚ ਪਾ ਲਿਆ ਕਰੀਏ ਤੇ ਉੱਥੋਂ ਅਸੀਂ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਪੀਣ ਦੇ ਲਈ ਉਬਾਲ ਕੇ ਅਸੀਂ ਵਰਤ ਲਿਆ ਕਰੀਏ। ਜਾਣੀ ਉਹਨਾਂ ਨਹਿਰ ਦੇ ਪਾਣੀ ਦੇ ਲਈ ਵੀ ਮੰਗ ਪੱਤਰ ਲੋਕ ਦਿੰਦੇ ਆ, ਲੇਲੜੀਆਂ ਕੱਢਦੇ ਆ, ਜਿਹੜੀ ਨਹਿਰ ਦਾ ਪਾਣੀ ਸਰਕਾਰ ਆਪ ਕਹਿੰਦੀ ਆ ਕਿ ਪੀਣ ਯੋਗ ਨਹੀਂ। ਹੁਣ ਸਵਾਲ ਇੱਥੇ ਹੈ ਸੰਧਾਲੀਆ ਸਾਹਿਬ ਕਿ ਇਹ ਗੱਲ ਬੜੀ ਕਲੀਅਰ ਹੈ ਕਿ ਲੁਧਿਆਣਾ, ਜਿਹਨੂੰ ਪੰਜਾਬ ਦੀ ਉਦਯੋਗਿਕ ਰਾਜਧਾਨੀ ਕਿਹਾ ਜਾਂਦਾ, ਲੁਧਿਆਣਾ ਚਾਹੇ MP ਦੀ ਇਲੈਕਸ਼ਨ ਹੋਵੇ, ਚਾਹੇ MLA ਦੀ ਹੋਵੇ, ਚਾਹੇ ਕੌਂਸਲਰ ਦੀ ਇਲੈਕਸ਼ਨ ਹੋਵੇ, ਡਾਂਗ ਸੋਟਾ ਖੜਕਦਾ ਜ਼ਰੂਰ ਹੈ। ਜਿੱਥੋਂ ਕਈ MLA ਮੰਤਰੀ MP ਨੇ, ਉਹ ਲੁਧਿਆਣੇ ਦੇ ਆਸ-ਪਾਸ ਤੋਂ ਹੀ ਪੰਜਾਬ ਦੀਆਂ ਨਹਿਰਾਂ 'ਚ, ਦਰਿਆਵਾਂ 'ਚ, ਨਾਲਿਆਂ ਦੇ ਵਿੱਚ ਬਹੁਤਾ ਜਿਹੜਾ ਉਹ ਪਾਣੀ ਉਹ ਪੈ ਜਾਂਦਾ ਜਿਹੜਾ ਟਰੀਟ ਨਹੀਂ ਕੀਤਾ, ਜਿਹੜਾ ਅਸ਼ੁੱਧ ਹੈ, ਜਿਹਦੇ ਵਿੱਚ ਕੈਮੀਕਲ ਬਹੁਤ ਨੇ। ਹੁਣ ਸਾਡੀ ਲੀਡਰਸ਼ਿਪ ਜਿਉਂਦੀ ਜਾਗਦੀ ਹੈ, ਧਰਨੇ ਪ੍ਰਦਰਸ਼ਨ ਦਿੰਦੀ ਹੈ, ਮੰਗ ਪੱਤਰ ਦੇਣ ਜਾਂਦੀ ਹੈ, ਵਫਦ ਲੈ ਕੇ ਜਾਂਦੀ ਹੈ ਕਿ ਇਹਨੂੰ ਪਾਰਟੀ 'ਚੋਂ ਕੱਢਣਾ, ਕਿ ਇਹਨੂੰ ਰੱਖਣਾ, ਧਰਨੇ, ਮੁਜ਼ਾਹਰੇ, ਪ੍ਰਾਪਤੀਆਂ ਸਾਰਾ ਕੁਝ ਦੱਸਦੀ ਹੈ। ਪਰ ਉਹ ਇਹ ਨਹੀਂ ਕਹਿੰਦੇ ਕਿ ਭਾਈ ਅਸੀਂ ਸਰਕਾਰਾਂ 'ਚ ਰਹੇ ਹਾਂ ਤੇ ਹੁਣ ਵਾਲੇ ਸਰਕਾਰਾਂ 'ਚ ਆ ਤੇ ਸਾਡੇ ਸਮਿਆਂ ਦੇ ਵਿੱਚ ਆਹ ਨਹਿਰ ਦਾ ਪਾਣੀ ਗੰਦਾ ਵੀ ਹੋਇਆ। ਇਹ ਨਹਿਰ ਦਾ ਗੰਦਾ ਪਾਣੀ ਪੀਣ ਯੋਗ ਨਹੀਂ, ਪਰ ਲੋਕ ਪੀ ਰਹੇ ਆ। ਪਰ ਸਾਨੂੰ ਕੀ, ਅਸੀਂ ਤਾਂ 20 ਰੁਪਈਆਂ ਵਾਲੀ ਬੋਤਲ ਉਹਦੇ ਵਿੱਚੋਂ ਪਾਣੀ ਪੀ ਕੇ ਸਰਾਣੇ ਥੱਲੇ ਬਾਂਹ ਦੇ ਕੇ ਸੌਂ ਜਾਣਾ। ਜਾਣੀ ਜ਼ਿੰਮੇਵਾਰੀ ਕਿਹਦੀ ਹੈ? ਜੇ ਉਦਯੋਗਾਂ ਦਾ ਪਾਣੀ ਬੁੱਢੇ ਨਾਲੇ 'ਚ ਮਿਲਿਆ, ਅੱਗੋਂ ਸਤਲੁਜ 'ਚ ਮਿਲਿਆ, ਅੱਗੋਂ ਨਹਿਰਾਂ ਨਿਕਲੀਆਂ, ਪੀਣ ਯੋਗ ਨਹੀਂ ਰਿਹਾ, ਲੋਕ ਪੀ ਰਹੇ ਆ, ਬਿਮਾਰ ਹੋ ਰਹੇ ਆ, ਤੰਗ ਪਰੇਸ਼ਾਨ ਨੇ। ਮੈਂ ਕਹਿੰਦਾ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਦੇ ਲੀਡਰ ਜਿਨ੍ਹਾਂ ਨੇ ਰੈਲੀਆਂ ਕੀਤੀਆਂ, ਰੋਡ ਸ਼ੋਅ ਕੀਤੇ, ਬੱਲੇ ਬੱਲੇ ਕਰਾਈ, ਲੋਕਾਂ ਦੇ ਹਤੈਸ਼ੀ ਕਹਿੰਦੇ ਆ, ਅੱਜ ਕਟਹਿਰੇ 'ਚ ਖੜੇ ਹੋਣੇ ਚਾਹੀਦੇ ਆ ਕਿ ਪੰਜਾਬ ਦੇ ਲੱਖਾਂ ਲੋਕਾਂ ਦੇ ਜੀਵਨ ਨੂੰ ਸੰਕਟ 'ਚ, ਖਤਰੇ 'ਚ ਪਾਉਣ ਦੇ ਜ਼ਿੰਮੇਵਾਰ ਤੁਸੀਂ ਨਹੀਂ ਤਾਂ ਹੋਰ ਹੈ ਕੌਣ? ਇਹ ਤਾਂ ਹੈ, ਇਹ ਤਾਂ ਉਹ ਸਵਾਲ ਆ ਜਿਹੜੀ ਸਵਾਲ ਦੇ ਇੱਕ ਹੁੰਦਾ ਨਾ ਪੰਜਾਬੀ 'ਚ ਲਿਖਦੇ ਆ, ਅੱਗੇ ਆਉਂਦਾ ਕੁਐਸਚਨ ਮਾਰਕ ਜਾਂ ਆਪਾਂ ਕੜਛੀ ਵੀ ਹਾਂਜੀ ਇਹਦਾ ਜਵਾਬ ਦਿਓ, ਉਹ ਬਹੁਤ ਵੱਡਾ। ਹੁਣ ਤੁਸੀਂ ਇਹ ਦੇਖੋ ਵੀ ਹੋ ਸਕਦਾ ਵੀ ਉਹ ਚਿੱਠੀ ਲਿਖ ਕੇ ਅਗਲੇ ਨੇ ਤੇ ਵੱਧ ਤੋਂ ਵੱਧ ਸਿਰਫ ਇਹ ਕਿਹਾ ਵੀ ਦੇਖਿਓ ਭਾਈ ਅੱਗੇ ਟੋਆ ਜੇ ਡਿੱਗਣਾ ਪਿਆ। ਹੁਣ ਨਾ ਤੇ ਕਿਸੇ ਨੇ ਟੋਆ ਭਰਿਆ ਤੇ ਨਾ ਕਿਸੇ ਨੇ ਇਹ ਜ਼ਿਕਰ ਹੀ ਕੀਤਾ ਵੀ ਇਹਦੇ 'ਚ ਕਿੰਨੇ ਡਿੱਗ ਗਏ ਤੇ ਕਿੰਨੇ ਡਿੱਗਣਾ। ਹੁਣ ਠੀਕ ਆ, ਨਹਿਰਾਂ ਦਾ ਪਾਣੀ ਪੀਣ ਯੋਗ ਨਹੀਂ, ਪਰ ਕੋਈ ਇਹ ਵੀ ਹਿਸਾਬ ਕਿਤਾਬ ਲਾ ਕੇ ਦੇਖੇ ਵੀ ਜੇ ਆਪਾਂ ਮਾਲਵੇ ਨੂੰ ਆਪਾਂ ਜ਼ਿਕਰ ਕਰ ਲਈਏ ਤਾਂ ਉੱਥੇ ਜਿਹੜਾ ਪਾਣੀ ਵਾਟਰ ਵਰਕਸ ਜਲ ਘਰ ਲਿਖਿਆ ਹੁੰਦਾ ਬਹੁਤ ਸਾਰੇ ਪਿੰਡਾਂ 'ਚ ਬਣਿਆ, ਉਹ ਜਲ ਘਰ ਦੀਆਂ ਡਿੱਗੀਆਂ ਜੋ ਵਾਟਰ ਵਰਕਸ ਜਿਹੜਾ ਉੱਥੇ ਜਿਹੜਾ ਪਾਣੀ ਆ ਉਹ ਕਿੱਥੋਂ ਜਾਂਦਾ? ਇਹਨਾਂ ਨਹਿਰਾਂ ਸੂਇਆਂ 'ਚੋਂ ਜਾਂਦਾ। ਇਹਦਾ ਮਤਲਬ ਉਹੀ ਪਾਣੀ ਲੋਕ ਪੀਂਦੇ ਨੇ ਜੀ। ਦੂਸਰੀ ਗੱਲ ਇਹ ਕਿ ਵੀ ਉਹਨਾਂ ਨਹਿਰਾਂ ਦੇ ਵਿੱਚ ਜਾਂ ਉਹਨਾਂ ਸੂਇਆਂ ਦੇ ਵਿੱਚ, ਉਹਨਾਂ ਕੱਸੀਆਂ ਦੇ ਵਿੱਚ ਆਮ ਰਿਵਾਜ ਆ ਪੰਜਾਬ ਦੇ ਲੋਕਾਂ ਦਾ ਵੀ ਦੁਪਹਿਰੇ ਜੀ ਆਖਣਾ ਵੀ ਗਰਮੀ ਬੜੀ ਆ ਤੇ ਡੰਗਰ ਲੈ ਜਾਓ ਨਹਿਰ ਤੇ। ਇਹਦਾ ਮਤਲਬ ਉਹ ਡੰਗਰ ਉੱਥੇ ਜਾਂਦੇ ਆ, ਡੰਗਰ ਨੇ ਪਾਣੀ ਪੀਣਾ, ਉਸੇ ਡੰਗਰ ਦਾ ਦੁੱਧ ਮੁੜ ਕੇ ਫੇਰ ਘਰਦਿਆਂ ਪੀਣਾ, ਉਸੇ ਨਹਿਰ ਦੇ ਵਿੱਚ ਨਿੱਕੇ ਨਿੱਕੇ ਨਿਆਣਿਆਂ ਨਹਾਉਣਾ ਵੀ ਆਹ ਹਾ ਗਰਮੀ ਬੜੀ ਆ ਆਪਾਂ ਚੁੱਭੀਆਂ ਮਾਰ ਲਈਏ। ਉਹ ਪਾਣੀ ਦੇ ਵਿੱਚ ਨਹਾਉਂਦਿਆਂ ਉਹਨਾਂ ਦੀ ਸਕਿਨ ਤੇ ਵੀ ਲੱਗਣਾ, ਉਹਨਾਂ ਦੇ ਅੰਦਰ ਵੀ ਜਾਣਾ, ਉਹ ਘੁੱਟ ਤਾਂ ਚਲੇ ਹੀ ਜਾਂਦਾ ਅੰਦਰ। ਹੁਣ ਗੱਲ ਇਹ ਆ ਵੀ ਇਹ ਤੁਸੀਂ ਕਿੱਦਾਂ ਇਸ ਗੱਲ ਨੂੰ ਰੋਕ ਲਓਗੇ ਵੀ ਉਹ ਜਿਹੜਾ ਪਾਣੀ ਜੇ ਉਸੇ ਚਿੱਠੀ ਦੇ ਹਿਸਾਬ ਨਾਲ ਆਪਾਂ ਵੇਖੀਏ ਪੀਣ ਯੋਗ ਨਹੀਂ, ਕਹਿਣ ਤੋਂ ਭਾਵੇਂ ਵੀ ਉਹ ਜੇ ਪੀਵਾਂਗੇ ਤੇ ਬਿਮਾਰੀਆਂ ਲੱਗਣਗੀਆਂ ਜਾਂ ਤੁਸੀਂ ਮਰੋਗੇ, ਉਹ ਕਿਵੇਂ ਲੋਕਾਂ ਤੋਂ ਦੂਰ ਰੱਖਿਆ ਜਾ ਸਕਦਾ ਜਿਹੜਾ ਉਹਨਾਂ ਦੀ ਲਾਈਫ ਲਾਈਨ ਹੈ? ਸੰਧਾਲੀਆ ਸਾਹਿਬ, ਇਹ ਬਹੁਤ ਅਹਿਮ ਜਿਹਾ ਮਸਲਾ। ਕੋਵਿਡ ਆਇਆ ਸੀ ਨਾ, ਕਰੋਨਾ ਦੀਦਾ ਹੀ ਨਹੀਂ ਸੀ। ਡਾਕਟਰਾਂ ਨੇ ਕਹਿਣਾ ਜੀ ਪਹਿਲਾਂ ਆਇਆ ਜੀ ਇੱਕ ਦੂਜੇ ਨੂੰ ਟੱਚ ਨਾ ਕਰੋ। ਫਿਰ ਇੱਕ ਵਾਰੀ ਇਦਾਂ ਦੀ ਚਰਚਾ ਚੱਲ ਪਈ ਸੀ ਕਿ ਇਹ ਤਾਂ ਹਵਾ 'ਚ ਵੀ ਰਹਿੰਦਾ 5 7 10 15 20 ਫੁੱਟ ਪਤਾ ਨਹੀਂ ਕਿੰਨਾ ਕੁ। ਫਿਰ ਆਇਆ ਸੀ ਜੀ ਪਛਾਣ ਕਿੱਦਾਂ ਹੋਵੇ ਜੀ, ਤੁਹਾਡਾ ਗਲ ਦੁਖ ਸਕਦਾ, ਤੁਹਾਨੂੰ ਸਿਰ ਪੀੜ ਹੋ ਸਕਦੀ, ਫਿਰ ਇੱਕ ਰਿਹਾ ਪੈਰਾਂ ਤੇ ਨਿਸ਼ਾਨ ਹੋ ਸਕਦੇ। ਜਾਣੀ ਪਹਿਚਾਣ ਕਰਨੀ ਬੜੀ ਔਖੀ ਸੀ। ਇਸ ਕਰਕੇ ਕਰੋਨਾ ਦੇ ਨਾਲ ਮੁਕਾਬਲਾ ਕਰਨਾ ਸਭ ਤੋਂ ਔਖਾ ਮੰਨਿਆ ਗਿਆ ਕਿ ਭਾਈ ਔਖਾ, ਇੱਕ ਮਾਸਕ ਪਾ ਲਓ, 2 ਪਾ ਲਓ, ਇੱਕ ਪਤਾ ਨਹੀਂ ਕਿਹੜਾ ਆਇਆ ਸੀ ਮਾਸਕ ਸਪੈਸ਼ਲ ਕੁਆਲਿਟੀ ਦਾ ਕੋਈ ਕਿ ਉਹਦੇ ਨਾਲ ਹੀ ਬਚ ਸਕਦੇ ਹੋ, PPE ਕਿੱਟ ਪਾ ਲਓ। ਫਿਰ ਵੀ ਤੁਹਾਨੂੰ ਕੋਈ ਪਤਾ ਨਹੀਂ ਸੀ ਲੱਗਦਾ ਕਿ ਤੁਸੀਂ ਇੱਥੇ ਹੱਥ ਲਾਉਣ ਲੱਗੇ ਹੋ, ਕਿਤੇ ਬਹਿਣ ਲੱਗੇ ਹੋ, ਕਿਸੇ ਤੋਂ ਕੋਈ ਚੀਜ਼ ਫੜਨ ਲੱਗੇ ਹੋ, ਜਾਂ ਇੱਥੇ ਹਵਾ ਦੇ ਵਿੱਚ ਤੁਹਾਨੂੰ ਕਦੋਂ ਕੀ ਲੜ ਜਾਣਾ, ਕੀ ਲੱਗ ਜਾਣਾ। ਹੁਣ ਉਹਦੇ ਨਾਲ ਮੁਕਾਬਲਾ ਕਰਨਾ ਤਾਂ ਔਖਾ, ਪਰ ਆ ਜਿਹੜਾ ਨਹਿਰਾਂ ਦਾ ਪਾਣੀ ਗੰਦਾ ਹੁੰਦਾ, ਸੰਧਾਲੀਆ ਸਾਹਿਬ, ਮਹੀਨੇ 'ਚ ਸਾਫ਼ ਹੋ ਜੂ, ਕਿਉਂਕਿ ਪਿੱਛੋਂ ਪਾਣੀ ਕਾਫੀ ਹੱਦ ਤੱਕ ਸਾਫ਼ ਆਉਂਦਾ। ਅਸੀਂ ਇਹ ਨਹੀਂ ਕਹਿੰਦੇ ਕਿ ਹਿਮਾਚਲ ਸਾਰਾ ਪਾਣੀ ਸਾਫ਼ ਭੇਜਦਾ, ਉੱਥੇ ਵੀ ਜਦੋਂ ਪੰਜਾਬ ਦੇ ਵਿੱਚ ਐਂਟਰ ਹੋਣ ਲੱਗਦੇ ਤਾਂ ਬੜੇ ਉਦਯੋਗ ਉਹਨਾਂ ਨੇ ਲਾਤੇ ਆ, ਉਹ ਵੀ ਕੰਮ ਸਿੱਧਾ ਹੀ ਸਪਲਾਈ ਕਰ ਜਾਂਦੇ, ਤੇ ਹਿਮਾਚਲ ਵਾਲੇ ਕਹਿੰਦੇ ਸਾਨੂੰ ਕੀ, ਪਾਣੀ ਦਾ ਪੰਜਾਬ ਵਾਲੇ ਪਾਸੇ ਨੂੰ ਜਾਂਦਾ। ਸਰਕਾਰਾਂ ਉੱਥੇ ਦੀਆਂ ਵੀ ਇਦਾਂ ਹੀ ਚੱਲਦੀਆਂ, ਪਰ ਕਿਉਂਕਿ ਉੱਥੇ ਬਹੁਤਾ ਗੰਦਾ ਨਹੀਂ ਹੁੰਦਾ, ਸੋ ਅਸੀਂ ਪੰਜਾਬ ਵਾਲੇ ਸਾਂਭ ਸਕਦੇ ਹਾਂ। ਕਿੰਨੀ ਕੁ ਔਖੀ ਗੱਲ ਹੈ। ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਸਾਹਿਬ ਨੇ ਲੁਧਿਆਣੇ ਦੇ ਲਗਾਤਾਰ ਦੂਜੀ ਵਾਰੀ ਬਣੇ ਆ। ਹੁਣ ਤਾਂ ਸੁੱਖ ਨਾਲ ਲੁਧਿਆਣੇ ਦੇ ਵਿੱਚੋਂ MLA ਸਾਰੇ ਹੀ ਤਕਰੀਬਨ ਆਮ ਆਦਮੀ ਪਾਰਟੀ ਦੇ ਬਣ ਗਏ ਆ। ਵਿਰੋਧੀ ਧਿਰਾਂ ਦੇ ਵਿੱਚ ਅਕਾਲੀ, ਕਾਂਗਰਸੀ, ਭਾਜਪਾ ਵਾਲੇ ਸਾਰੇ ਹੀ ਨੇ।
ਕਿੱਡੀ ਕੁ ਵੱਡੀ ਗੱਲ ਹੈ ਕਿ ਕੀ ਇਹਨਾਂ ਨੂੰ ਪਤਾ ਨਹੀਂ ਕਿਸੇ ਨੂੰ ਵੀ, ਚਾਹੇ ਸੱਤਾਧਾਰੀ ਹੈ ਚਾਹੇ ਵਿਰੋਧੀ, ਕਿ ਬੁੱਢੇ ਨਾਲੇ 'ਚ ਜਿਹੜਾ ਸਭ ਤੋਂ ਵੱਡਾ ਸੋਰਸ ਹੈ ਪੰਜਾਬ ਦੇ ਵਿੱਚ ਪਾਣੀ ਦੇ ਪ੍ਰਦੂਸ਼ਣ ਦਾ, ਦਰਿਆਈ ਪਾਣੀ ਦੇ ਪ੍ਰਦੂਸ਼ਣ ਦਾ, ਕਿ ਕਿਹੜੀ ਫੈਕਟਰੀ ਦਾ ਗੰਦਾ ਪਾਣੀ ਬੁੱਢੇ ਨਾਲੇ 'ਚ ਪੈਂਦਾ, ਕਿਉਂ ਨਹੀਂ ਪਤਾ ਉਹਨਾਂ ਨੂੰ। ਜਦੋਂ ਅਜੇ ਆਪਾਂ ਕੱਲ ਹੀ ਖਬਰ ਸਾਂਝੀ ਕੀਤੀ ਸੀ ਨਾ ਕਿ ਬਾਬਾ ਬਲਵੀਰ ਸਿੰਘ ਸੀਚੇਵਾਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮਿਲਿਆ, ਉਹਨਾਂ ਨੇ ਤਾਂ ਨਕਸ਼ਾ ਬਣਾਇਆ, ਉਹਨਾਂ ਨੇ ਪੁਆਇੰਟ ਆਊਟ ਕੀਤਾ ਹੋਇਆ, ਉਹਨਾਂ ਨੇ ਚਿੰਨਤ ਕੀਤਾ ਆ ਕਿ ਭਾਈ ਇੱਥੋਂ ਆ ਫੈਕਟਰੀ, ਉਹਦਾ ਪਾਣੀ ਐਸ ਪਾਈਪ ਦੇ ਰਾਹੀਂ ਇੱਥੋਂ ਪੈਂਦਾ, ਤੁਸੀਂ ਐਸ ਸੜਕੇ ਜਾਓ ਤੇ ਖੱਬੇ ਪਾਸੇ ਦੇਖੋ 30 ਫੁੱਟ ਐ ਨੂੰ ਜਾ ਕੇ ਉਹ ਪਾਈਪ ਆ, ਉਹ ਢੱਕਿਆ ਹੁੰਦਾ, ਉੱਪਰ ਘਾਹ ਬੂਟੀ ਦਿੱਤੀ ਹੁੰਦੀ, ਮਾੜੀ ਜਿਹੀ ਪਰੇ ਨੂੰ ਕਰਿਓ ਤੁਹਾਨੂੰ ਪਾਈਪ ਲੱਭ ਜੂ, ਤੇ ਪਾਈਪ ਜਿੱਥੋਂ ਆਉਂਦਾ ਉੱਥੇ ਤੱਕ ਪਹੁੰਚ ਜਾਓ। ਉਹਨਾਂ ਨੇ ਅੱਗੇ ਜਾ ਕੇ ਦੱਸਿਆ ਤੇ 1.5 ਕਿਲੋਮੀਟਰ ਬਾਅਦ ਇੱਕ ਇਦਾਂ ਦਾ ਪਾਈਪ ਹੈਗਾ ਆ, ਸ਼ਹਿਰ ਦਾ ਸੀਵਰੇਜ ਦਾ ਗੰਦ ਬੰਦ ਉਹਦੇ ਚ ਆਉਂਦਾ, ਇੱਥੋਂ ਡਾਈਂਗ ਇੰਡਸਟਰੀ ਦਾ ਆਉਂਦਾ, ਇੱਥੋਂ ਡੇਅਰੀਆਂ ਦਾ ਸਿੱਧਾ ਪਾਣੀ ਅੰਦਰ ਆਉਂਦਾ। ਜੇ ਅਸੀਂ ਵੱਡੀਆਂ ਵੱਡੀਆਂ ਫੈਕਟਰੀਆਂ ਦੇ ਵੱਡੇ ਵੱਡੇ ਪਾਈਪਾਂ ਦੇ ਰਾਹੀਂ ਬੁੱਢੇ ਨਾਲੇ 'ਚ ਡਿੱਗਦਾ ਪਾਣੀ, ਸ਼ਹਿਰਾਂ ਦਾ ਸੀਵਰੇਜ ਦਾ ਅਨਟ੍ਰੀਟਡ ਵਾਟਰ ਜਿਹੜਾ, ਉਹਨੂੰ ਲੱਭ ਕੇ ਬੰਦ ਨਹੀਂ ਕਰ ਸਕਦੇ, ਫਿਰ ਤੁਸੀਂ ਡਰੋਨ ਦੇ ਨਾਲ ਆਉਂਦਾ ਸੌਦਾ ਰੋਕ ਲਿਓ, ਫਿਰ ਤੁਸੀਂ ਨਿੱਕੀਆਂ ਨਿੱਕੀਆਂ ਪੁੜੀਆਂ ਦੇ ਵਿੱਚ ਪੰਜਾਬ ਦੇ ਪਿੰਡਾਂ 'ਚ ਵਿਕਦਾ ਚਿੱਟਾ ਰੋਕ ਲਿਓ। ਸੱਤਾਧਾਰੀ ਧਿਰ ਦੀ ਜ਼ਿੰਮੇਵਾਰੀ ਤਾਂ ਹੈਗੀ ਹੈ, ਪਰ ਜਿਨ੍ਹਾਂ ਨੇ ਪਿਛਲੇ ਸਮੇਂ 'ਚ ਸਰਕਾਰਾਂ ਚਲਾਈਆਂ, ਜਿਹੜੇ ਪਿਛਲੇ ਸਮੇਂ 'ਚ ਪੰਜਾਬ 'ਚ ਸਾਹ ਲੈਂਦੇ ਲੋਕਾਂ ਨੂੰ ਕਹਿੰਦੇ ਅਸੀਂ ਤੁਹਾਡੇ ਹੱਕ ਦੇ ਜੀ, ਕਿਉਂ ਨਹੀਂ ਪਤਾ ਵੀ ਤੁਹਾਨੂੰ ਨਾਲ ਲੱਗੋ, ਨਹੀਂ ਤਾਂ ਪੰਜਾਬ ਦੇ ਲੱਖਾਂ ਲੋਕਾਂ ਦੀ ਜਾਣ ਦੇ ਤੇ ਬਿਮਾਰ ਹੋਣ ਦੇ ਜ਼ਿੰਮੇਵਾਰ ਤੁਸੀਂ ਸਾਰੇ ਹੋਵੋਗੇ। ਇਹ ਇੱਕ ਐਸਾ ਮਸਲਾ ਜੀ ਜਿਹਦੇ ਤੇ ਵਿਚਾਰਨ ਦੀ ਲੋੜ ਆ, ਕਿਉਂਕਿ ਬੜੀ ਵਾਰ ਉਸ ਚੀਜ਼ ਦੇ ਉੱਪਰ ਡਾਕੂਮੈਂਟਰੀਜ਼ ਬਣੀਆਂ ਜਾਂ ਗੱਲਾਂ ਹੁੰਦੀਆਂ ਨੇ ਕਿ ਜੀ ਹਾਂ ਵੀ ਪੰਜਾਬ ਤੋਂ ਇੱਕ ਕੈਂਸਰ ਟ੍ਰੇਨ ਚੱਲਦੀ ਹੈ ਜੀ, ਜਾਂ ਜਾਣ ਕੇ ਕਿਸੇ ਹੋਰ ਸੂਬੇ 'ਚੋਂ ਲੋਕ ਆਪਣਾ ਇਲਾਜ ਕਰਾਉਂਦੇ ਆ, ਪਰ ਹਾਂ ਉਹਨਾਂ ਨੂੰ ਕੈਂਸਰ ਵੰਡਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਥੇ ਤੁਰੀਆਂ ਫਿਰਦੀਆਂ ਨੇ, ਤੇ ਉਹਨਾਂ ਚੀਜ਼ਾਂ ਵੱਲ ਧਿਆਨ ਦੇਣ ਦਾ ਜਿਨ੍ਹਾਂ ਦਾ ਜਿੰਮਾ ਬਣਦਾ ਸੀ ਉਹਨੂੰ ਨਹੀਂ ਦਿੱਤਾ। ਇੱਕ ਹੋਰ ਰਿਪੋਰਟ ਆ, ਆਪਾਂ ਉਹਦਾ ਜ਼ਿਕਰ ਵੀ ਕਰ ਲੈਂਦੇ ਹਾਂ। ਉਹ ਰਿਪੋਰਟ ਆ ਕਿ ਪ੍ਰਦੂਸ਼ਣ ਜੀ, ਭਾਰਤ ਦੇਸ਼ ਮਹਾਨ ਦੇ ਪ੍ਰਦੂਸ਼ਣ ਦੀ ਗੱਲ ਕਰਦੇ ਆ, ਤੇ ਉਹ ਕਹਿੰਦੇ ਆ ਕਿ 2019 ਦਾ ਅੰਕੜਾ, ਕਿਉਂਕਿ ਉਸ ਤੋਂ ਬਾਅਦ ਕੋਵਿਡ ਆ ਗਿਆ, ਫਿਰ ਬਹੁਤ ਸਾਰੀਆਂ ਚੀਜ਼ਾਂ ਰੁਕ ਗਈਆਂ, ਫਿਰ ਤੇ ਇਹ ਵੀ ਗੱਲ ਵਾਪਰੀ ਸੀ ਵੀ ਪੰਜਾਬ ਦੇ ਜਲੰਧਰ ਤੋਂ ਉਹ ਹਿਮਾਚਲ ਵਾਲੀਆਂ ਪਹਾੜੀਆਂ ਦਿਸ ਪਈਆਂ ਸੀ, ਲੋਕ ਕਹਿੰਦੇ ਵੀ ਅੱਛਾ ਯਾਰ ਇੰਨਾ ਪੋਲਿਊਸ਼ਨ ਸੀਗਾ ਵੀ ਆਪਾਂ ਪਹਾੜ ਹੀ ਦਿਸਣੋਂ ਹਟਾਤੇ। ਉਦੋਂ ਤੋਂ ਪਹਿਲਾਂ ਦੀ ਗੱਲ ਵੀ ਜਦੋਂ 2019 ਤੱਕ ਪੂਰੀ ਦਗੜ ਸੀ, ਅਜੇ ਕਿਸੇ ਨੇ ਕੁਝ ਨਹੀਂ ਸੀ ਰੋਕਿਆ, ਉਹਦਾ ਅੰਕੜਾ ਕਹਿੰਦਾ ਵੀ 23 ਲੱਖ ਤੋਂ ਵੱਧ ਮੌਤਾਂ ਇੱਕ ਸਾਲ 'ਚ ਸਿਰਫ ਤੇ ਸਿਰਫ ਪ੍ਰਦੂਸ਼ਣ ਦੇ ਨਾਲ ਹੋਈਆਂ, ਯਾਨੀ ਕਿ 23 ਲੱਖ ਤੋਂ ਵੱਧ ਲੋਕ ਸਿਰਫ ਤੇ ਸਿਰਫ ਪ੍ਰਦੂਸ਼ਣ ਨਾਲ ਮਰ ਗਏ, ਜਿਹਦੇ 'ਚੋਂ 16 ਲੱਖ ਤੋਂ ਵੱਧ ਮੌਤਾਂ ਸਿਰਫ ਤੇ ਸਿਰਫ ਹਵਾ ਪ੍ਰਦੂਸ਼ਣ ਦਾ ਕਰਕੇ ਸੀ ਇੱਕ ਸਾਲ 'ਚ। ਹੁਣ ਤੁਸੀਂ ਇਹ ਦੇਖੋ ਵੀ ਜੇ ਇੱਕ ਮੁਲਕ ਦੇ ਵਿੱਚ 23 ਲੱਖ ਦੇ ਕਰੀਬ ਬੰਦਾ ਸਿਰਫ ਪ੍ਰਦੂਸ਼ਣ ਕਰਕੇ ਹੀ ਮਰ ਜਾਵੇ, ਇਹਦੇ ਤੋਂ ਵੱਡੀ ਮਾੜੀ ਗੱਲ ਕੀ ਹੋ ਸਕਦੀ, ਕਿਉਂਕਿ ਪ੍ਰਦੂਸ਼ਣ ਕੋਈ ਰੁੱਖ ਨਹੀਂ ਫੈਲਾਉਂਦਾ, ਪ੍ਰਦੂਸ਼ਣ ਕੋਈ ਕੁਦਰਤ ਨਹੀਂ ਲੈ ਕੇ ਆਉਂਦੀ, ਉਹ ਸਾਰਾ ਬੰਦੇ ਦਾ ਖੁਦ ਦਾ ਪੈਦਾ ਕੀਤਾ। ਸੰਧਾਲੀਆ ਸਾਹਿਬ 23-24 ਦੇ ਵਿੱਚ ਬਹੁਤਾ ਫਰਕ ਨਹੀਂ, ਇਹਦਾ ਮਤਲਬ ਹੈ ਕਿ ਮਹੀਨੇ 'ਚ 2 ਲੱਖ ਬੰਦਾ ਮਰਦਾ ਸੀ, ਇਹਦਾ ਮਤਲਬ ਹੈ ਕਿ 6-7 ਹਜ਼ਾਰ ਬੰਦਾ ਰੋਜ਼ ਮਰਦਾ ਸੀ। 24 ਘੰਟਿਆਂ ਦੇ ਵਿੱਚ ਉਹਨੂੰ ਡਿਵਾਈਡ ਕਰਕੇ ਦੇਖ ਲਓ ਕਿ ਪ੍ਰਦੂਸ਼ਣ ਦੇ ਕਰਕੇ ਕਿੰਨੇ ਲੋਕ ਮਾਰੇ ਜਾਂਦੇ ਸੀ। ਹਾਲਾਂਕਿ ਆਪਾਂ ਕੋਵਿਡ ਨੂੰ ਬਹੁਤ ਵੱਡਾ ਖਤਰਾ ਦੱਸਦੇ ਸੀ, ਤੇ ਹੈ ਵੀ ਹੈ, ਆਪਾਂ ਇਹ ਨਹੀਂ ਕਹਿੰਦੇ ਕਿ ਉਹ ਖਤਰਾ ਨਹੀਂ, ਪਰ ਉਹਦੇ ਨਾਲ ਜਦੋਂ ਮੌਤਾਂ ਹੁੰਦੀਆਂ ਸੀ ਜੀ, ਅੱਜ 150 ਬੰਦੇ ਦੀ ਮੌਤ ਹੋ ਗਈ, ਅੱਜ 200 ਦੀ ਮੌਤ ਹੋ ਗਈ, ਅੱਜ 300 ਬੰਦਾ ਕੋਵਿਡ ਦੇ ਕਰਕੇ ਚਲੇ ਗਿਆ, ਅੱਜ 8 ਬੰਦਿਆਂ ਦੀ ਮੌਤ ਹੋ ਗਈ। ਖਬਰਾਂ ਬਣਦੀਆਂ ਸੀ ਰੋਜ਼, ਇਦਾਂ ਸਰਲੇਖ ਲੱਗਦਾ ਸੀ, ਸੁਰਖੀ ਬਣਦੀ ਸੀ, ਹੈਡਲਾਈਨ, ਤੇ ਜਿੱਥੇ ਆ 6-6 ਹਜ਼ਾਰ ਬੰਦਾ 7-7 ਹਜ਼ਾਰ ਬੰਦਾ ਰੋਜ਼ ਪ੍ਰਦੂਸ਼ਣ ਦੇ ਨਾਲ ਮਰਦਾ, ਉਹਦੀ ਕਦੇ ਸੁਰਖੀ ਨਹੀਂ ਬਣਦੀ। ਤੇ ਆਮ ਬੰਦਾ ਕਿੰਨਾ ਕੁ ਪ੍ਰਦੂਸ਼ਣ ਫੈਲਾਉਂਦਾ। ਬੜੀ ਵਾਰੀ ਗੱਲ ਚੱਲਦੀ ਹੁੰਦੀ ਹੈ ਕਿ ਜੀ ਪਰਾਲੀ ਦਾ ਪ੍ਰਦੂਸ਼ਣ ਤਾਂ ਪ੍ਰਦੂਸ਼ਣ ਆ, ਪਰ ਸ਼ਹਿਰ ਦਾ ਪ੍ਰਦੂਸ਼ਣ ਨਹੀਂ। ਅਸੀਂ ਨਹੀਂ ਕਹਿੰਦੇ ਕਿ ਭਾਈ ਜੇ ਪਰਾਲੀ ਦਾ ਪ੍ਰਦੂਸ਼ਣ ਆ ਤਾਂ ਸ਼ਹਿਰ ਦੇ ਪ੍ਰਦੂਸ਼ਣ ਕਰਕੇ ਅਸੀਂ ਉਹ ਮਾਈਨਸ ਕਰਕੇ ਗਣੀਏ। ਆਮ ਬੰਦੇ ਦੇ ਘਰ ਦੇ ਵਿੱਚ ਵੱਧ ਤੋਂ ਵੱਧ ਪਾਥੀ ਬਲਦੀ ਹੈ, ਵੱਧ ਤੋਂ ਵੱਧ ਪ੍ਰਦੂਸ਼ਣ ਇੱਕ ਦਿਹਾੜੀਦਾਰ ਬੰਦਾ, ਇੱਕ 2 ਏਕੜ ਜ਼ਮੀਨ ਦਾ ਮਾਲਕ ਕਿਸਾਨ ਬੰਦਾ, ਇੱਕ ਕਲਰਕ, ਇੱਕ ਅਧਿਆਪਕ, ਉਹ ਵੱਧ ਤੋਂ ਵੱਧ ਕਾਹਦਾ ਪ੍ਰਦੂਸ਼ਣ ਕਰ ਲੂਗਾ ਜੀ। ਹਾਂ, ਹੋ ਸਕਦਾ ਹੈ ਕਿ ਅਜੇ ਵੀ ਉਹ ਅਵੇਅਰ ਨਾ ਹੋਵੇ ਤਾਂ ਦੀਵਾਲੀ ਨੂੰ 200 ਰੁਪਏ ਦੇ ਪਟਾਕੇ ਚਲਾ ਲਵੇ, ਯਾਨੀ ਵੱਧ ਤੋਂ ਸਾਲ 'ਚ ਇੱਕ ਦਿਨ, ਤੇ 200 ਦੇ ਪਟਾਕੇ ਅੱਜ ਕਿੰਨੇ ਆਉਣੇ, 5 ਕਿ 4 ਕਿ 3। ਹੋ ਸਕਦਾ ਹੈ ਕਿ ਉਹਨਾਂ ਦੇ ਕੋਲੇ ਗੈਸ ਸਿਲੰਡਰ ਦੀ ਸਹੂਲਤ ਨਾ ਹੋਵੇ, ਜਾਂ ਉਹ ਗੈਸ ਭਰਾਉਣ ਦੇ ਕਾਬਿਲ ਨਾਲ 1000 ਰੁਪਏ ਦਾ ਸਿਲੰਡਰ ਕਿਹਨੇ ਭਰਾਉਣਾ। ਹੋ ਸਕਦਾ ਹੈ ਕਿ ਗੋਹਾ ਉਹਨਾਂ ਦੇ ਘਰੇ ਇੱਕ ਅੱਧੇ ਪਸ਼ੂ ਦਾ ਆਪ ਹੋਵੇ, ਜਾਂ ਇੱਧਰੋਂ ਮੰਗ ਕੇ ਕੰਮ ਚਲਾ ਕੇ ਅਗਲੇ ਪਾਥੀਆਂ ਬਾਲ ਲੈਣ, ਪਰ ਉਹਦੇ ਨਾਲ ਵੀ ਕਿੰਨਾ ਕੁ ਪ੍ਰਦੂਸ਼ਣ ਹੁੰਦਾ। ਜਦ ਕਿ ਸ਼ਹਿਰ ਦੇ ਵਿੱਚ ਕਦੇ ਵੀ ਜਾਈਏ, ਜਦੋਂ ਚਿਮਨੀ ਦੇ ਵਿੱਚ ਦੀ ਐਨ ਸੰਘਣਾ ਕਾਲਾ ਧੂਆਂ ਨਿਕਲਦਾ, ਤੇ ਜਿੱਧਰ ਨੂੰ ਹਵਾ ਹੋਵੇ ਜਦੋਂ ਐ ਲਾਟ ਜੀ ਬਣ ਕੇ ਜਾਂਦਾ, ਉਹਦਾ ਪਤਾ ਲੱਗਦਾ ਵਹੀਕਲ ਨੇ। ਵਹੀਕਲਾਂ ਦੇ ਵਿੱਚ ਕਿੰਨਾ ਕੁਝ ਹੁੰਦਾ। ਮੈਂ ਕਹਿੰਦਾ ਕਿ ਜੇ 23 ਲੱਖ ਬੰਦੇ ਦੀ ਲਾਸ਼ ਦੇ ਉੱਤੇ ਪੈਰ ਰੱਖ ਕੇ ਵੀ ਸਾਨੂੰ ਇਹ ਨਹੀਂ ਸਮਝ ਆਉਂਦਾ ਕਿ ਭਾਈ ਹਰ ਇੱਕ ਪਿੰਡ ਨੂੰ ਬੱਸਾਂ ਲਾ ਦਿਓ, ਆਵਾਜਾਈ ਦੇ ਸਾਧਨ ਲਾ ਦਿਓ। ਸੰਧਾਲੀਆ ਸਾਹਿਬ, ਮੈਂ ਦਾਅਵੇ ਨਾਲ ਕਹਿੰਦਾ, ਜੇ ਅੱਧੇ ਘੰਟੇ ਬਾਅਦ ਪਿੰਡ ਦੇ ਵਿੱਚੋਂ ਟਰਾਂਸਪੋਰਟੇਸ਼ਨ ਦੀ ਫੈਸਿਲਿਟੀ ਹੋਵੇ, ਸ਼ਹਿਰ ਦੇ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਲਈ
ਬਿਲਕੁਲ ਠੀਕ ਸਹੂਲਤ ਹੋਵੇ ਕਿ ਭਾਈ ਆਹ ਚੀਜ਼ ਇੱਥੋਂ ਦੀ ਚੱਲਣੀ ਆ। ਤੁਸੀਂ ਈ ਰਿਕਸ਼ੇ ਦੀ ਗੱਲ ਕਰ ਲਓ, ਲੋਕ ਮਜਬੂਰੀ ਦੇ ਵਿੱਚ ਆਪਣੇ ਸਕੂਟਰ ਤੇ ਗੱਡੀਆਂ ਲੈ ਜਾਂਦੇ ਆ ਕਿ ਭਾਈ ਸਾਧਨ ਨਹੀਂ ਮਿਲਣਾ, ਵੇਲੇ ਸਿਰ ਘਰ ਆਉਣਾ। ਆਮ ਤੌਰ ਤੇ ਹੁੰਦਾ ਕੀ ਹੈ, ਉਹ ਨਹੀਂ ਯਾਰ ਆਪਣਾ ਸਾਧਨ ਲੈ ਲਓ, ਜਦੋਂ ਜੀ ਕਰੂਗਾ ਜਾਵਾਂਗੇ, ਉੱਥੋਂ ਕੰਮ ਮੁੱਕੂਗਾ ਆ ਜਾਵਾਂਗੇ, ਕਿਹੜਾ ਸ਼ਾਮ ਨੂੰ 4 ਵਜੇ ਵਾਲੀ ਬੱਸ ਉਡੀਕੀ ਜਾਵੇ। ਤੇ ਇੱਕ ਬੱਸ ਦੇ ਵਿੱਚ 60 ਜਣੇ ਨੇ ਬਹਿ ਕੇ ਆ ਜਾਣਾ, ਜਦ ਕਿ ਹੋ ਸਕਦਾ ਕਿ ਉਹੀ 60 ਸਕੂਟਰ ਢੂੰ ਕਰਕੇ ਧੂਆਂ ਮਾਰਦੇ ਫਿਰਦੇ ਹੁਣ। ਇਹ ਪਾਲਿਸੀਜ਼ ਤਾਂ ਘੜਨੀਆਂ ਪੈਣਗੀਆਂ। ਇਹ ਬੜੇ ਦੇਸ਼ ਨੇ ਜਿਨ੍ਹਾਂ ਦੇ ਵੱਡੇ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਬੈਨ ਹੀ ਕਰਤਾ। ਉਹ ਕਹਿੰਦੇ ਜੀ ਕਾਰਾਂ ਉਹ ਸ਼ਹਿਰ ਦੇ ਬਾਹਰਲੇ ਪਾਸੇ ਲੱਗਣਗੀਆਂ, ਅੰਦਰਲੇ ਪਾਸੇ ਤੁਸੀਂ ਪਬਲਿਕ ਟਰਾਂਸਪੋਰਟ ਯੂਜ਼ ਕਰਨੀ ਹੈ, ਕਿਉਂਕਿ ਸ਼ਹਿਰ ਭੀੜਾ, ਅੰਦਰ ਜਾ ਕੇ ਗੱਡੀਆਂ, ਕਾਰਾਂ, ਬੱਸਾਂ, ਸਕੂਟਰ ਸਾਰੇ ਫਸ ਗਏ ਇੱਕ ਦੂਜੇ 'ਚ, ਖੜੇ ਖੜੇ ਧੂਆਂ ਮਾਰੀ ਜਾਣਾ। ਜੂੰ ਦੀ ਚਾਲੇ ਤੁਰਨਾ ਹੈ, ਤੇ ਜਦੋਂ ਤੁਰਨਾ ਤਾਂ ਫਿਰ ਧੂਆਂ ਉੱਪਰਲੇ ਪਾਸੇ ਨੂੰ ਜਾਣਾ। ਉਹ ਪਾਲਿਸੀਜ਼ ਕਿਤੇ ਨਾ ਕਿਤੇ ਉਹ ਨੀਤੀਆਂ ਬਣਾਉਣੀਆਂ ਤਾਂ ਪੈਣਗੀਆਂ। ਹਾਂ, ਜੇ ਇਹ ਸੋਚਣਾ ਕਿ ਖਬਰ ਹੀ ਆ, 2 ਬੰਦਿਆਂ ਨੇ ਬੋਲਣੀ ਆ, 4 ਦਿਨ ਚੇਤਾ ਰਹਿਣਾ, 5 ਦਿਨ ਪਟਾਕਾ ਆਪਾਂ ਹੋਰ ਪਾ ਦੇਣਾ, ਫੇਰ ਠੀਕ ਹੋ। ਇਹ ਤੇ ਗੱਲ ਹੈਗੀ ਆ ਕਿ ਵੀ ਮੈਨੂੰ ਲੱਗਦਾ ਕਿ ਕਿਤੇ ਵੀ ਪਾਲਿਸੀ ਇਸ ਪਾਸੇ ਤੇ ਬਣੀ ਨਹੀਂ ਕਿ ਵੀ ਲੋੜ ਕਿਸ ਚੀਜ਼ ਦੀ ਆ ਤੇ ਕਰਨ ਦੀ ਕੀ ਲੋੜ ਹੈ। ਹੁਣ ਜੇ ਆਪਾਂ ਸਕੂਟਰ ਮੋਟਰਸਾਈਕਲਾਂ ਦੀ ਗੱਲ ਕਰੀਏ ਤੇ ਹਰੇਕ ਬੰਦੇ ਦੇ ਅੰਦਰ ਹੁੰਦੀ ਹੈ ਤਮੰਨਾ, ਜਿਹਦੇ ਕੋਲੇ ਸਾਈਕਲ ਉਹ ਕਹਿੰਦਾ ਮੋਟਰਸਾਈਕਲ ਲਵਾਂ ਜੀ। ਮੋਟਰਸਾਈਕਲ ਵਾਲਾ ਆਂਦਾ ਵੀ ਥੋੜਾ ਜਿਹਾ ਵੱਡਾ ਲਵਾਂ, ਨਵਾਂ ਲਵਾਂ। ਨਵਾਂ ਮੋਟਰਸਾਈਕਲ ਵਾਲਾ ਆਂਦਾ ਵੀ ਯਾਰ ਇਹ ਤੇ ਹੈਗਾ ਵੀ ਹੁਣ ਆਪਾਂ ਪਟਾਕੇ ਪਾਉਣ ਵਾਲਾ ਲਈਏ। ਪਟਾਕੇ ਪਾਉਣ ਵਾਲਾ ਨਹੀਂ 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 ਗੱਡੀ ਚਾਹੀਦੀ ਹੈ। ਠੀਕ ਹੈ ਯਾਰ, ਹਰੇਕ ਬੰਦੇ ਦਾ ਹੱਕ ਆ ਵੀ ਅਗਲਾ ਸੁਪਨਾ ਵੇਖੇ, ਪਰ ਕਾਰਨ ਇਹ ਆ ਵੀ ਪਿਛਲੇ ਪਾਸੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸੋਚਣਾ ਪਊਗਾ ਵੀ ਮਹਾਰਾਜ ਇੱਕ ਤੇ ਜੇ ਆਪਾਂ ਆਬਾਦੀ ਪੱਖੋਂ ਵੇਖੀਏ, ਐਵੇਂ ਕਹਿਣ ਨੂੰ ਦੂਜੇ ਨੰਬਰ ਤੇ ਰਹਿੰਦੇ ਆਪਾਂ, ਚਾਈਨਾ ਨਾਲੋਂ ਕੋਈ ਬਹੁਤਾ ਫਰਕ ਹੈ ਨਹੀਂ। ਥੋੜੇ ਕੁ ਸਾਲਾਂ 'ਚ ਆਪਾਂ ਉਹ ਵੀ ਕੱਢ ਦੇਣਾ, ਹੋ ਸਕਦਾ ਉਹਨੇ ਕੁ ਰਜਿਸਟਰ ਹੀ ਨਾ ਹੋਣ, ਉਹਨੇ ਵੈਸੇ ਗੱਲ ਹੀ ਆਓ ਵੀ ਉਹ ਇੱਕ ਗੱਲ ਇਹਦੇ 'ਚ ਨਾ ਕੋਈ ਕੈਲਕੂਲੇਟ ਇਹ ਨਹੀਂ ਕਰਦਾ ਵੀ ਤੁਸੀਂ ਕਿਤੇ ਦੁਨੀਆ ਦਾ ਨਕਸ਼ਾ ਵੇਖੋ ਤੇ ਉਹਦੇ 'ਚ ਚਾਈਨਾ ਦੀ ਧਰਤੀ ਵੇਖੋ ਵੀ ਉਹ ਕਿੱਡਾ ਵੱਡਾ ਦੇਸ਼ ਹੈ, ਤੇ ਦੂਸਰੇ ਪਾਸੇ ਤੁਸੀਂ ਇੰਡੀਆ ਦੀ ਧਰਤੀ ਵੇਖ ਲਓ। ਮਤਲਬ ਘਣਤਾ ਦੀ ਮੈਂ ਗੱਲ ਕਰ ਰਿਹਾ ਵੀ ਇੱਕ ਪਾਸੇ ਏਡੀ ਵੱਡੀ ਧਰਤੀ ਦੇ ਉੱਪਰ ਇੰਨੇ ਕੁ ਲੋਕ ਨੇ ਤੇ ਦੂਜੇ ਪਾਸੇ ਇੰਨੀ ਕੁ ਧਰਤੀ ਦੇ ਵਿੱਚ ਵੀ ਆਪਾਂ ਐਸਾ ਖਲਾਰਾ ਪਾ ਕੇ ਰੱਖਿਆ, ਤੇ ਫਿਰ ਉੱਥੇ ਵੀ ਹਰੇਕ ਬੰਦੇ ਦੇ ਸੁਪਨੇ ਨੇ। ਹੁਣ ਸੁਪਨੇ ਤੇ ਹਰੇਕ ਨੇ ਵੇਖਣੇ ਆ ਨਾ। ਹੁਣ ਸਰਕਾਰਾਂ ਨੂੰ ਜੋ ਉੱਪਰ ਲੱਗਦਾ ਹੋਊਗਾ ਵੀ ਹਾਂ ਵੀ ਸੁਪਨਾ ਠੀਕ ਹੈ, ਅਗਲਾ ਬੰਦਾ ਵੇਖਦਾ, ਉਹਦੇ ਲਈ ਉਹਨੇ ਕਿਸ਼ਤਾਂ ਕਰਾ ਲਈਆਂ, ਕਿਸ਼ਤਾਂ ਮੁੜ ਕੇ ਭਰੀ ਜਾਵੇ, ਸਾਨੂੰ ਕੀ ਫਰਕ ਪੈਂਦਾ, ਖਸਮਾਂ ਨੂੰ ਖਾਵੇ, 5 ਸਾਲੀਆਂ ਆਪਾਂ ਵੋਟਾਂ ਲੈਣੀਆਂ, ਮੁੜ ਕੇ ਬਸ ਠੀਕ ਹੀ ਠੀਕ ਆ, ਕਿਹੜਾ ਪੁੱਛਦਾ ਹੀ। ਹੁਣ ਉਸ ਚੱਕਰ ਦੇ ਵਿੱਚ ਅਗਲੇ ਨੂੰ ਤਾਂ ਸੋਝੀ ਹੈ ਨਹੀਂ, ਅਗਲੇ ਨੂੰ ਤਾਂ ਸਮਝ ਹੈ ਨਹੀਂ, ਉਹ ਤਾਂ ਵਿਚਾਰਾ ਉਸ ਚੱਕਰ 'ਚ ਫਸਿਆ ਵੀ ਅੱਛਾ ਯਾਰ ਆਹ ਚੀਜ਼ ਮਿਲਦੀ ਆ, ਦੀਵਾਲੀ ਧਮਾਕਾ 900 ਰੁਪਈਆ ਦਿਓ, ਬਸ 90,000 ਦਾ ਮੋਟਰਸਾਈਕਲ ਲੈ ਜਾਓ, ਉਹ ਤਾਂ ਚਲੇ ਜਾਂਦਾ ਉਹਦੇ ਵਿੱਚ। ਪਰ ਉਹਦੇ 'ਚ ਪੈਣ ਵਾਲਾ ਤੇਲ, ਉਹਦੇ 'ਚੋਂ ਫੈਲਣ ਵਾਲਾ ਪੋਲਿਊਸ਼ਨ, ਉਹ ਬਾਕੀ ਦੀਆਂ ਚੀਜ਼ਾਂ, ਉਹਨਾਂ ਨੂੰ ਕੈਲਕੂਲੇਟ ਕਰਨ ਵਾਲਾ ਕੋਈ ਨਹੀਂ। ਸ਼ਾਇਦ ਜੇ ਕਿਤੇ ਨਾ ਕਿਤੇ ਉਹ ਸਰਕਾਰਾਂ ਨੇ ਉੱਥੇ ਕਿਤੇ ਮਾਪਿਆ ਹੋਵੇ, ਆਂਕਿਆ ਹੋਵੇ ਵੀ ਵੀਰ ਮੇਰੇ ਉਹ ਇੰਨਾ ਕੰਮ ਆਪਾਂ ਇਹਨਾਂ ਲੋਕਾਂ 'ਤੇ ਜੋ ਪਾਉਣਾ ਉਹਦੇ ਨਾਲੋਂ ਚੰਗਾ ਨਹੀਂ ਕੋਈ। ਜਿੱਦਾਂ ਤੁਸੀਂ ਪਬਲਿਕ ਟਰਾਂਸਪੋਰਟ ਦੀ ਗੱਲ ਕੀਤੀ ਵੀ ਆਪਾਂ ਜੇ ਸ਼ਹਿਰਾਂ ਨੂੰ ਉਹ ਫਾਸਟ ਟਰਾਂਸਪੋਰਟ ਚਲਾ ਦਈਏ ਤੇ ਲੋਕਾਂ ਨੂੰ ਕੀ ਲੋੜ ਪਈ ਆ ਵੀ ਪਹਿਲਾਂ ਤੇ ਅਗਲਾ ਮੋਟਰਸਾਈਕਲ ਲੈਂਦਾ ਹੀ, ਫਿਰ ਮੋਟਰਸਾਈਕਲ ਦੀ ਸਵਾਰੀ ਤੋਂ ਜ਼ਿਆਦਾ ਨਿਆਣੇ ਹੁੰਦੇ ਆ, ਨਾਲ 2 ਬੈਗ ਹੁੰਦੇ ਆ, 5 ਜਣੇ ਜਦੋਂ ਮੋਟਰਸਾਈਕਲ ਤੇ ਚੜ੍ਹ ਕੇ ਜਾਂਦੇ ਆ ਤੇ ਫਿਰ ਕਿਤੇ ਨਾ ਕਿਤੇ ਉਹ ਵੱਜ ਕੇ ਮਰਦੇ ਆ। ਅੱਜ ਨਾ ਇੱਕ ਫੋਟੋ ਵਾਇਰਲ ਹੋਈ ਹੈ ਪੰਜਾਬ ਦੇ ਵਿੱਚ ਕਿ ਭਾਈ ਉਹ 5 ਜਣੇ ਮੋਟਰਸਾਈਕਲ ਤੇ ਚੜ੍ਹੇ ਆ, ਮੀਆਂ ਜੀ ਨੇ, ਬੀਵੀ ਜੀ ਨੇ, 3 ਬੱਚੇ ਨੇ। ਪੁਲਿਸ ਵਾਲੇ ਰੋਕੇ ਨਾਲੇ ਹੱਥ ਜੋੜਿਓ, ਭਰਾਓ ਇਹ 2 ਜਣਿਆਂ ਲਈ ਤੁਸੀਂ ਚਲੋ 3 ਵੀ ਕਹਿੰਦੇ ਇੱਥੇ ਮਾੜਾ ਮੋਟਾ ਐਡਜਸਟਮੈਂਟ ਹੁੰਦੀ, 5 ਬੈਠੇ ਫਿਰਦੇ ਹੋ, ਸਾਰਾ ਟੱਬਰ ਹੈ, ਡੋਲ ਜੂ ਕਿਤੇ, ਕੰਮ ਖਰਾਬ ਹੋ ਜੂ। ਉਹ ਬਿਲਕੁਲ ਠੀਕ ਕਹਿੰਦੇ ਪੁਲਿਸ ਆਫੀਸਰ, ਪਰ ਆਮ ਬੰਦਾ ਹੁਣ ਗੱਡੀ ਨਹੀਂ ਲੈ ਸਕਦਾ 5 ਬੰਦੇ ਜਿਹਦੇ 'ਚ। ਹਾਂ, ਉਹਦੇ ਘਰ ਦੇ ਨੇੜੇ ਪਬਲਿਕ ਟਰਾਂਸਪੋਰਟ ਦਾ ਕੋਈ ਸਾਧਨ ਹੁੰਦਾ ਤੇ ਉਹ ਨਾ ਜਾਂਦੇ, ਕਿਉਂਕਿ ਮੁੜਨਾ ਵੀ ਹੈ, ਸਬਜ਼ੀ ਭਾਜੀ ਵੀ ਬਾਜ਼ਾਰ ਦੇ ਵਿੱਚੋਂ ਲੈਣੀ ਹੈ, ਉਹ ਸਾਰੀਆਂ ਚੀਜ਼ਾਂ ਕਈ ਵਾਰੀ ਆਮ ਹੀ ਹੁੰਦਾ। ਉੱਥੇ ਸੂਟ ਜਿਹੜੇ ਜਿੱਥੇ ਸੀਨੇ ਦਿੱਤੇ ਆ ਜੀ, ਉੱਥੋਂ ਗਾਂ ਫਿਰ ਉਹ ਪਰਲੇ ਪਾਸੇ ਕਿੱਥੇ ਜਾਵਾਂਗੇ ਤੁਰ ਕੇ, ਟੈਂਪੂ ਉੱਥੋਂ ਮਿਲਣਾ ਆ। ਇਸ ਕਰਕੇ ਆਪਣਾ ਸਾਧਨ ਹੋਵੇ, ਮਿੰਟ 5 ਉੱਥੇ ਲੱਗਣੇ, 5 ਨੇ ਤਾਂ ਸਾਰੀ ਦਿਹਾੜੀ ਲੱਗ ਜਾਂਦੀ ਹੈ। ਉਹ ਕਨਸੈਪਟ ਸਮਝਣਾ ਪਊਗਾ, ਅਗਲੇ ਪਾਸੇ ਨੂੰ ਤੁਰਨਾ ਪਊਗਾ, ਉਹਦੇ ਤੇ ਇਨਵੈਸਟਮੈਂਟ ਬਹੁਤ ਜ਼ਰੂਰੀ ਹੈ। ਸ਼ਮਸ਼ਾਨ ਘਾਟਾਂ 'ਚ ਸੇਵਿਆਂ ਦੇ ਵਿੱਚ ਇੱਟਾਂ ਥੋੜ੍ਹੀਆਂ ਦੇਰ ਨਾਲ ਲੱਗ ਜਾਣਗੀਆਂ, ਕੋਈ ਗੱਲ ਨਹੀਂ। ਉੱਥੇ ਤਾਂ ਜਿਹਨੂੰ ਤੋਰਨ ਚਲ ਗਿਆ, ਉਹਨੇ ਇਤਰਾਜ਼ ਨਹੀਂ ਕਰਨਾ ਕਿ ਭਾਈ ਮੈਨੂੰ ਕੱਚੇ ਰਾਹ ਦੇ ਉੱਤੋਂ ਦੀ ਲੈ ਕੇ ਚੱਲੇ ਕਿ ਪੱਕੇ ਰਾਹ ਤੇ। ਹਾਂ, ਜਿਹੜਾ ਜਿਉਂਦਾ ਹੈ, ਜਿਹੜਾ ਸਾਹ ਲੈਂਦਾ ਹੈ, ਜਿਹਨੇ ਆਹ ਸਮਾਜ, ਆਹ ਸੋਹਣਾ ਸੁਨੱਖਾ ਦੁਨੀਆ ਨੂੰ ਦੇਖਣਾ ਹੈ, ਉਹਦੇ ਲਈ ਕੋਈ ਨਾ ਕੋਈ ਪ੍ਰਬੰਧ ਕਰ ਲਈ ਤਾਂ ਵਧੀਆ ਹੈ। ਇੱਕ ਗੱਲ ਹੋਰ ਇੱਥੇ ਬੇਨਤੀ ਕਰਾਂ, ਅੱਜ ਤੋਂ ਤੁਸੀਂ 20-25 ਸਾਲ ਪਿੱਛੇ ਚਲੇ ਜਾਓ, ਜਦੋਂ ਅਜੇ ਸਕੂਟਰ, ਸਕਾਟਰ, ਮੋਟਰਸਾਈਕਲ, ਕਾਰਾਂ ਬਹੁਤੀਆਂ ਨਹੀਂ ਸੀ ਹੁੰਦੀਆਂ। ਜੀਵਨ ਤੇ ਉਦੋਂ ਵੀ ਚੱਲਦਾ ਹੈ ਜੀ, ਤੇ ਉਦੋਂ ਤੁਸੀਂ ਸ਼ਹਿਰਾਂ 'ਚ ਚਲੇ ਜਾਓ, ਉਦੋਂ ਸ਼ਹਿਰ ਵੀ ਬੜੇ ਵਧੀਆ ਸਾਫ਼ ਲੱਗਦੇ ਹੁੰਦੇ ਵੀ ਕੋਈ ਏਡੀ ਕੋਈ ਗੱਲ ਹੈ ਨਹੀਂ। ਬਾਜ਼ਾਰ ਜਿਹੜਾ ਹੁਣ ਇੱਦਾਂ ਲੱਗਦਾ ਵੀ ਉੱਧਰੋਂ ਉਹ ਕਹਿੰਦਾ ਵੀ ਅੱਛਾ ਯਾਰ ਪਹਿਲਾਂ ਆਪਾਂ ਦੁਕਾਨ ਦੇ ਕੇ 4 ਫੁੱਟ ਥੜਾ, ਥੜੇ ਤੋਂ ਬਾਅਦ 3 ਫੁੱਟ ਬੈਂਚ ਤੋਂ ਬਾਅਦ ਅਗਲੇ ਪਾਸੇ 2 ਫੁੱਟ ਦੀ ਕੁਰਸੀ। ਉਹ ਕਹਿੰਦੇ ਅੱਛਾ ਬਾਊ ਜੀ ਕੋਈ ਗੱਲ ਨਹੀਂ, ਫਿਰ ਆਪਣੇ ਵਾਲੇ ਪਾਸੋਂ ਵੀ ਇੱਦਾਂ ਹੀ ਆਊਗਾ। ਠੀਕ ਆ, ਹਰੇਕ ਦਾ ਕਾਰੋਬਾਰ ਹੈ। ਉੱਧਰੋਂ ਆਪਾਂ ਉਹਨੂੰ ਤੰਗ ਕਰ ਲਿਆ ਤੇ ਸਾਧਨ ਆਪਾਂ ਮੋਟਰਸਾਈਕਲ, ਸਕੂਟਰ ਬਣਾ ਲਏ। ਪਹਿਲਾਂ ਕਿੱਥੇ ਬਾਜ਼ਾਰ ਚੌੜਾ ਹੁੰਦਾ ਸੀ, ਬੰਦਾ ਤੁਰ ਕੇ ਜਾਣ ਡਿਆ ਇਹ,
ਇੱਥੇ ਬਾਜ਼ਾਰ ਭੀੜਾ ਕਰ ਲਿਆ, ਉਧਰੋਂ ਆਪਾਂ ਮੋਟਰਸਾਈਕਲ ਸਕੂਟਰ ਵਾੜ ਲਏ। ਫਿਰ ਉਹ ਲਾਂਘਾ ਤੇ ਉਨਾ ਹੀ ਹੈ ਨਾ ਵੀ ਜਿਹੜਾ ਬੰਦਾ ਜੇ ਤੁਰਿਆ ਜਾ ਰਿਹਾ ਤੇ ਤੁਰੇ ਜਾਂਦੇ ਨੂੰ ਤੁਸੀਂ ਇਹ ਧਿਆਨੇ ਵੀ ਚੋਕੇ ਲਾਂਭੇ ਕਰਦੇ, ਉਹਦੇ ਮਗਰ ਮਗਰ ਹੀ ਜਾਣਾ ਸਕੂਟਰ ਮੋਟਰਸਾਈਕਲ। ਉਹ ਪੋਲਿਊਸ਼ਨ, ਉਹ ਧੂੰਆਂ ਉਹਨਾਂ 'ਚ ਇੰਜਣ ਦੇ ਤੇ ਕੱਢੀ ਜਾਣਾ। ਇਹ ਤਾਂ ਨਹੀਂ ਆ ਵੀ ਮੋਟਰਸਾਈਕਲ ਨੂੰ ਸਮਝ 1 ਮਿੰਟ ਯਾਰ ਥੋੜ੍ਹਾ ਜਿਹਾ ਬੰਦ ਕਰ ਲਓ ਧੂੰਆਂ, ਬਾਜ਼ਾਰ 'ਚ ਜਾ ਰਿਹਾ ਨਾ ਆਪਾਂ ਤੁਰ ਕੇ ਲੰਘਣਾ। ਇਹ ਚੀਜ਼ਾਂ ਆਮ ਬੰਦੇ ਨੇ ਨਹੀਂ ਸੋਚਣੀਆਂ। ਜੇ ਤੁਸੀਂ ਇਹ ਕਹੋ ਵੀ ਹਾਂ ਤੁਹਾਡਾ ਫਰਜ਼ ਬਣਦਾ, ਲੋਕਾਂ ਨੇ ਸਾਡਾ ਇਕੱਲਿਆਂ ਦਾ ਫਰਜ਼ ਬਣਦਾ ਭਾਈ। ਇਹਦੇ ਗੱਲ ਇੱਥੇ ਕੋਈ ਕਿਸੇ ਨੂੰ ਆਖੇ ਨਾ ਵੀ ਲੋਕ ਦੋਸ਼ੀ, ਲੋਕ ਕੋਈ ਦੋਸ਼ੀ ਨਹੀਂ ਇਹਦੇ 'ਚ। ਲੋਕਾਂ ਦਾ ਕੰਮ ਤੇ ਆ ਵੀ 5 ਸਾਲ ਬਾਅਦ ਤੁਹਾਨੂੰ ਮੁਲਕ ਫੜਾ ਦੇਣਾ ਵੀ ਵੀਰ ਅਸੀਂ ਟਿਕਟ ਲੈ ਕੇ ਬੱਸ 'ਚ ਬਹਿ ਗਏ, ਡਰਾਈਵਰ ਸਾਹਿਬ ਤੁਸੀਂ ਪਹੁੰਚਾਉਣਾ। ਤੇ ਹੁਣ ਜੇ ਡਰਾਈਵਰ ਸਾਹਿਬ ਨੇ ਟਾਹਲੀ 'ਚ ਮਾਰਨੀ ਆ ਤੇ ਫਿਰ ਇਹ ਨਹੀਂ ਵੀ ਸਵਾਰੀ ਨਹੀਂ ਯਾਰ ਉਹ ਟਿਕਟ ਲਈ ਇਹਨਾਂ ਨੇ, ਕਸੂਰ ਇਹਨਾਂ ਦਾ ਨਹੀਂ। ਜੇ ਡਰਾਈਵਰ ਨੂੰ ਬੁੱਢਾ ਨਾਲਾ ਦਿਸਣਾ ਹੀ ਨਹੀਂ, ਉਹਦੇ ਵਿੱਚ ਪੈਂਦਾ ਗੰਦਮੰਦ ਦਿਸਣਾ ਹੀ ਨਹੀਂ, ਡਰਾਈਵਰ ਨੂੰ ਕੱਲੀਆਂ ਰੈਲੀਆਂ, ਰੋਡ ਸ਼ੋਅ, 5 ਸਾਲ ਦੀ ਸੱਤਾ ਦਿਸਣੀ ਆ, ਫਿਰ ਜੋ ਪੰਜਾਬ 'ਚ ਹੋ ਰਿਹਾ, ਜੋ ਘਟ ਵਾਪਰ ਰਿਹਾ, ਉਹ ਆਪਣੇ ਸਾਰਿਆਂ ਦੇ ਸਾਹਮਣੇ ਆ। ਅਮਨ ਕਾਨੂੰਨ ਦੀ ਸਥਿਤੀ, ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੀ ਅਗਵਾਈ ਦੇ ਵਿੱਚ ਉਹ ਕਹਿੰਦੇ ਚਿੰਤਾ ਬੜੀ, ਬਹੁਤ ਚਿੰਤਾ, ਔਖਾ ਕੰਮ, ਨਿੱਤ ਗੋਲੀਆਂ ਚੱਲਦੀਆਂ, ਗੈਂਗਵਾਰ ਸਿਖਰ ਦੇ ਉੱਤੇ, ਨਸ਼ੇ ਦਾ ਪਤਾ ਨਹੀਂ ਲੱਗਦਾ, ਬਾਰਡਰ ਸਟੇਟ ਪੰਜਾਬ। ਰਾਜਾ ਵੜਿੰਗ ਸਾਹਿਬ ਪੰਜਾਬ ਦੇ ਡੀਜੀਪੀ ਭੰਵਰਾ ਸਾਹਿਬ ਨੂੰ ਮਿਲਣ ਗਏ, ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਭਾਰਤ ਭੂਸ਼ਣ ਆਸ਼ੂ ਹੋਰੀ ਵੀ, ਉਹਨਾਂ ਦੇ ਨਾਲ ਬਾਕੀ ਸਾਰੇ ਬੰਦੇ, ਡਾਕਟਰ ਰਾਜਕੁਮਾਰ ਚੱਬੇਵਾਲ ਸਾਹਿਬ ਵੀ, ਜਿੰਨੇ ਵੀ ਕਾਂਗਰਸ ਦੇ ਅਹੁਦੇਦਾਰ ਬਣਾਏ ਆ, ਉਹਨਾਂ ਦੇ ਨਾਲ ਗਏ ਤੇ ਜਾ ਕੇ ਚਿੰਤਾ ਪ੍ਰਗਟ ਕੀਤੀ। ਦੇਖੋ ਜੀ ਬਦਲਾਖੋਰੀ ਕਰ ਰਹੇ ਆ, ਸਾਡੇ ਬੰਦਿਆਂ ਦੇ ਉੱਤੇ ਪਰਚੇ ਹੋ ਰਹੇ ਆ, ਜਿਨ੍ਹਾਂ ਨੂੰ ਨੱਥ ਪਾਉਣੀ ਉਹਨਾਂ ਨੂੰ ਪਾਉਂਦੇ ਨਹੀਂ। ਡੀਜੀਪੀ ਸਾਹਿਬ ਅਸੀਂ ਪੰਜਾਬ ਪੁਲਿਸ ਉੱਤੇ ਯਕੀਨ ਕਹਿੰਦਾ ਬੜਾ ਹੀ ਕਰਦੇ ਆ। ਸਾਰਿਆਂ ਨੇ ਕਿਹਾ, ਕਾਂਗਰਸ ਦੇ ਵਫਦ ਨੇ ਕਿਹਾ ਕਿ ਯਕੀਨ ਬੜਾ ਹੈ, ਪਰ ਥੋੜਾ ਜਿਹਾ ਧਿਆਨ ਦਿਓ ਕਿ ਆ ਹੋਈ ਕੀ ਜਾਂਦਾ, ਸਾਡੇ ਵਰਕਰਾਂ ਤੇ ਜ਼ੁਲਮ ਹੋ ਰਿਹਾ, ਪੁਲਿਸ ਦੀ ਵਰਤੋਂ ਗਲਤ ਤਰੀਕੇ ਨਾਲ ਕੀਤੀ ਜਾ ਰਹੀ ਹੈ, ਅਮਨ ਕਾਨੂੰਨ ਦੀ ਸਥਿਤੀ ਕਹਿੰਦੇ ਖਰਾਬ ਹੋ ਗਈ ਹੈ, ਤੁਸੀਂ ਇਹਨੂੰ ਥੋੜਾ ਜਿਹਾ ਸੈੱਟ ਕਰੋ। ਹੁਣ ਉਧਰੋਂ ਵੜਿੰਗ ਸਾਹਿਬ ਨੇ ਇਹ ਗੱਲ ਕਹਿਤੀ, ਉਧਰੋਂ ਡਾਕਟਰ ਨਵਜੋਤ ਕੌਰ ਸਿੱਧੂ ਹੋਰੀ ਕਹਿੰਦੇ ਜੇ ਅਮਨ ਕਾਨੂੰਨ ਦੀ ਸਥਿਤੀ ਠੀਕ ਕਰਨੀ ਹੈ ਤਾਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ ਹੋਮ ਮਿਨਿਸਟਰ ਬਣਾਓ, ਪੰਜਾਬ ਦਾ ਗ੍ਰਹਿ ਮੰਤਰੀ। ਉਹ ਕਹਿੰਦੇ ਜੀ ਜਦੋਂ ਅੰਮ੍ਰਿਤਸਰ ਦੇ ਵਿੱਚ ਤਾਇਨਾਤ ਹੁੰਦੇ ਸੀ, ਕੋਈ ਚੇਨੀਆਂ ਨਹੀਂ ਸੀ ਖੋਹਦਾ, ਕੋਈ ਲੁੱਟ ਖੋਹ ਨਹੀਂ ਸੀ ਕਰਦਾ, ਹਿੰਮਤ ਹੀ ਨਹੀਂ ਸੀ ਹੁੰਦੀ ਕਹਿੰਦੇ ਕਿਸੇ ਦੀ ਚੋਰੀ ਚਾਰੀ ਕਰਨ ਦੀ, ਕਿਉਂਕਿ ਜਿਹੜਾ ਕੋਈ ਇਦਾਂ ਦਾ ਕੰਮ ਕਰਦਾ ਸੀ ਘੰਟਿਆਂ 'ਚ ਫੜ ਕੇ ਅੰਦਰ ਦਿੰਦੇ ਸੀ। ਇਹ ਤਾਂ ਗੱਲ ਹੈਗੀ। ਪਰ ਵੈਸੇ ਇੱਕ ਗੱਲ ਹੈ ਵੀ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਹੱਕ 'ਚ ਡਾਕਟਰ ਨਵਜੋਤ ਕੌਰ ਸਿੱਧੂ ਹੋਰਾਂ ਨੇ ਜਿਹੜਾ ਹੁਣ ਇਹ ਪੋਸਟ ਪਾਈ, ਇਹ ਉਹਨਾਂ ਨੇ ਉਦੋਂ ਕਿਉਂ ਨਾ ਸੋਚਿਆ ਜਦੋਂ ਵੀ ਉਹ ਬੰਦਾ ਇਲੈਕਸ਼ਨ 'ਚ ਖੜਾ ਸੀ ਵੀ ਯਾਰ ਆਪਾਂ ਇੱਥੋਂ ਆਪਣਾ ਕੈਂਡੀਡੇਟ ਹਟਾ ਲਈਏ, ਇਹ ਬੰਦਾ ਜਿੱਤਣਾ ਬਹੁਤ ਜ਼ਰੂਰੀ ਹੈ। ਬੀਬੀ ਜੀ ਨੂੰ ਤਾਂ ਟਿਕਟ ਨਹੀਂ ਮਿਲੀ। ਨਾ ਪਾਰਟੀ ਤੇ ਸੀਗੀ ਨਾ ਉਹਨਾਂ ਦੀ, ਠੀਕ ਹੈ, ਪ੍ਰਧਾਨਗੀ ਵੀ ਸੀਗੀ ਉਦੋਂ ਵੀ ਉਹਨਾਂ ਨੂੰ ਕਹਿ ਕੇ ਵੀ ਆਪਾਂ ਇੱਥੋਂ ਕਾਂਗਰਸ ਪਾਰਟੀ ਦਾ ਕੈਂਡੀਡੇਟ ਨਹੀਂ ਖੜਾ ਕਰਨਾ, ਕਿਉਂਕਿ ਇਹ ਬੰਦੇ ਦਾ ਜਿੱਤਣਾ ਜ਼ਰੂਰੀ ਹੈ, ਕਿਉਂਕਿ ਇਹ ਬੰਦਾ ਜਿੱਤੇਗਾ ਫਿਰ ਉੱਪਰ ਪਹੁੰਚੇਗਾ, ਉੱਪਰ ਜਾ ਕੇ ਫਿਰ ਗ੍ਰਹਿ ਮੰਤਰੀ ਬਣੇਗਾ। ਗੱਲ ਆ ਵੀ ਇਹ ਚਰਚਾ ਮੇਰਾ ਖਿਆਲ ਕੁੰਵਰ ਵਿਜੇ ਪ੍ਰਤਾਪ ਸਾਹਿਬ ਦੀ ਪਹਿਲਾਂ ਵੀ ਇੱਕ ਤਰ੍ਹਾਂ ਚੱਲ ਰਹੀ ਹੈ, ਤੇ ਹੋ ਸਕਦਾ ਵੀ ਕਿਤੇ ਗੱਲ ਕਰਦਿਆਂ ਵੇਖਿਆ ਹੋਵੇ ਵੀ ਯਾਰ ਚਲੋ ਕੋਈ ਗੱਲ ਨਹੀਂ ਕਿਤੇ ਬਣ ਰਹੀ, ਤੇ ਇੱਧਰ ਵਾਲਾ ਚਲਾ ਕੇ ਦੇਖੀਏ ਵੀ ਇਹ ਕੋਈ ਸ਼ਾਇਦ ਗੱਲ ਚੱਲਦੀ ਹੈ। ਤੇ ਦੇਖੋ ਚਰਚਾ ਹੀ ਆ, ਮੈਨੂੰ ਲੱਗਦਾ ਨਹੀਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਆਪਣੇ ਵੱਲੋਂ ਕੁਝ ਕੀਤਾ ਹੋਵੇ। ਹਾਂ, ਸਿੱਧੂ ਪਰਿਵਾਰ ਦਾ ਉਹਨਾਂ ਦਾ ਨੇੜ ਰਿਹਾ, ਪਹਿਲਾਂ ਤੋਂ ਨੇੜ ਰਿਹਾ, ਉਹ ਕੰਮਕਾਰ ਉਧਰਲੇ ਪਾਸਿਓਂ ਜਾਣੀ ਕਿ ਉਹਨਾਂ ਦੀ ਸਲੌਤਾ ਵੀ ਕਰਦੇ ਰਹੇ। ਸਿੱਧੂ ਸਾਹਿਬ MP ਹੁੰਦੇ ਸੀ ਜਦੋਂ ਇਹ ਤਾਇਨਾਤ ਹੁੰਦੇ ਸੀ, ਤਾਂ ਫਿਰ ਥੋੜੀ ਬਹੁਤ ਅਟੈਚਮੈਂਟ ਤਾਂ ਹੁੰਦੀ ਆ। ਵੈਸੇ ਵੀ ਮੰਨਿਆ ਜਾਂਦਾ ਕਿ ਭਾਈ ਇਮਾਨਦਾਰ ਅਧਿਕਾਰੀ ਨੇ, ਠੀਕ ਹੈ। ਇੱਕ ਰਿਪੋਰਟ ਅਦਾਲਤ ਦੇ ਵਿੱਚ ਉਹਨਾਂ ਦੀ ਰਿਜੈਕਟ ਹੋਈ ਹੈ, ਉਹ ਕਿਵੇਂ ਰਿਜੈਕਟ ਹੋਈ, ਕੀ ਹੋਈ, ਉਹ ਇੱਕ ਵੱਖਰਾ ਵਿਸ਼ਾ ਆ, ਪਰ ਜਿਸ ਤਰੀਕੇ ਦੇ ਨਾਲ ਉਹ ਕੰਮ ਕਰਦੇ ਰਹੇ, ਬਹੁਤੇ ਲੋਕ ਘੱਟੋ ਘੱਟ ਉਹਨਾਂ ਦੇ ਸ਼ੱਕ ਨਹੀਂ ਕਰਦੇ, ਉਹਨਾਂ ਦੇ ਉੱਤੇ ਉਂਗਲ ਨਹੀਂ ਕਰਦੇ ਕਿਸੇ ਤਰ੍ਹਾਂ ਦੀ। ਤੇ ਉਹ ਗੱਲ ਤਾਂ ਹੈਗੀ ਆ। ਮੈਂ ਤਾਂ ਸਿਰਫ ਇਹ ਗੱਲ ਕਰਦਾ ਵੀ ਇੱਕ ਦੂਸਰੀ ਪਾਰਟੀ 'ਚ ਹੋ ਕੇ ਕਿਸੇ ਹੋਰ ਪਾਰਟੀ ਤੇ ਬੰਦੇ ਦੇ ਵਿੱਚ ਸਲਾਹ ਦੇਣੀ ਵੀ ਹਾਂਜੀ ਫਲਾਣੇ ਨੂੰ ਫਲਾਣਾ ਅਹੁਦਾ ਦਿਓ, ਇਹ ਵੀ ਉਦੋਂ ਸਲਾਹ ਦੇਣੀ ਜਦੋਂ ਇਹ ਗੱਲ ਪਤਾ ਰੌਲਾ ਰੱਪਾ ਪੈਂਦੀ ਹੈ ਵੀ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਨੂੰ ਮਿਲ ਕੇ ਆਏ ਆ ਤੇ ਸ਼ਾਇਦ ਛੇਤੀ ਪੰਜਾਬ ਦੇ ਵਿੱਚ ਜਿਹੜੇ ਬਾਕੀ ਦੇ ਰਹਿੰਦੇ ਮੰਤਰੀ ਨੇ ਉਹ ਬਣਾਏ ਜਾ ਸਕਣ ਜਾਂ ਹੋਰ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾ ਸਕੇ। ਤੇ ਜਦੋਂ ਮੰਤਰੀ ਮੰਡਲ ਦਾ ਵਿਸਥਾਰ ਹੋਣਾ, ਨਵੇਂ ਮੰਤਰੀ ਆਉਣੇ ਆ, ਤੇ ਉਹਨਾਂ ਮੰਤਰੀਆਂ ਦੇ ਕੋਲ ਪੋਰਟਫੋਲੀਓ ਵੀ ਜਾਣਾ, ਬਹੁਤ ਸਾਰੇ ਪੋਰਟਫੋਲੀਓ ਮੁੱਖ ਮੰਤਰੀ ਸਾਹਿਬ ਦੇ ਕੋਲ ਆ, ਤੇ ਆਪਣੇ ਕੋਲੋਂ ਜਿਹੜੇ ਪੋਰਟਫੋਲੀਓ ਨੇ ਉਹ ਫਿਰ ਉਹਨਾਂ ਦੇ ਵਿੱਚ ਵੰਡਣਗੇ ਵੀ। ਹੋ ਸਕਦਾ ਵੀ ਉਸ ਹਿਸਾਬ ਨਾਲ ਉਸ ਥਾਟ ਨੂੰ ਆਖਿਆ ਵੀ ਚਲੋ ਕੋਈ ਗੱਲ ਨਹੀਂ, ਜੇ ਮਹੀਨਾ ਡੇਢ ਮਹੀਨਾ ਜਦੋਂ ਇਹ ਕੰਮ ਕਰਨਗੇ ਉਨੀ ਦੇਰ ਤੱਕ ਤੇ ਭਖਦਾ ਰੱਖੋ ਨਾ ਮੁੱਦਾ। ਨਹੀਂ, ਇਹ ਮਸਲਾ ਤਾਂ ਦੇਖੋ ਅਮਨ ਕਾਨੂੰਨ ਦਾ ਭਖਦਾ ਹੀ ਰਹਿਣਾ। ਬਾਕੀ ਸੰਧਾਲੀਆ ਸਾਹਿਬ, ਕਿਸਾਨ ਮੂਵਮੈਂਟ ਜਿਹੜੀ ਸੀਗੀ ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਖਾਸਾ ਰੌਲਾ ਪਿਆ, ਬਹੁਤ ਸਾਰੇ ਲੋਕਾਂ ਦੇ ਅਲੱਗ-ਅਲੱਗ ਵਿਚਾਰ ਸੀ। ਜਦੋਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਚੱਲਦਾ ਸੀ ਤਾਂ ਸੋਸ਼ਲ ਮੀਡੀਆ ਤੇ ਜ਼ਮੀਨੀ ਪੱਧਰ ਦੇ ਉੱਤੇ ਖੇਤੀਬਾੜੀ ਦੇ ਨਾਲ, ਪੇਂਡੂ ਤਬਕੇ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਇਹ ਕਹਿੰਦੇ ਸੀ ਕਿ ਭਾਈ ਆ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਬਈ ਇੱਦਾਂ ਨਹੀਂ। ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਕਾਨੂੰਨ ਵਾਪਸ ਲਏ, ਲੋਕਾਂ ਨੇ ਉਹਨਾਂ ਨੂੰ ਵੀ ਕਿਹਾ ਜੀ ਤੁਸੀਂ ਬਹੁਤ ਚੰਗਾ ਕੀਤਾ, ਭਾਵੇਂ ਦੇਰ ਨਾਲ ਕੀਤਾ। ਐਤਕੀ ਜਦੋਂ ਕਿਸਾਨ ਜਥੇਬੰਦੀਆਂ ਮੁਹਾਲੀ ਗਈਆਂ ਤੇ ਚੰਡੀਗੜ੍ਹ ਜਾਣ ਦੀ ਕੋਸ਼ਿਸ਼ ਕਰ ਰਹੀਆਂ ਸੀ, ਉਦੋਂ ਰਲਵੇਂ ਮਿਲਵੇਂ ਵਿਚਾਰ ਆ ਰਿਹਾ ਸੀ। ਕਈਆਂ ਨੂੰ ਲੱਗਦਾ ਸੀ ਕਾਹਲੀ ਕੀਤੀ ਜੀ, ਕਈਆਂ ਨੂੰ ਲੱਗਦਾ ਸੀ ਕਿ ਨਹੀਂ ਜੀ ਕਿਸਾਨ ਬਹੁਤ ਔਖਾ, ਕਿਸਾਨ ਜਥੇਬੰਦੀਆਂ ਨੇ ਠੀਕ ਕੀਤਾ ਜੀ। ਪਰ ਚਲੋ ਪਹਿਲੇ ਦਿਨ ਗਏ, ਬੈਰੀਕੇਡ ਇੱਕ ਤੋੜਿਆ, ਚੰਡੀਗੜ੍ਹ 'ਚ ਦਾਖਲ ਨਹੀਂ ਹੋਏ, ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਨੂੰ ਸਵੇਰ ਤੱਕ ਦਾ ਸਮਾਂ ਦੇ ਦਿੰਦੇ ਆ।
ਭਗਵੰਤ ਮਾਨ ਹੋਰਾਂ ਨੇ 12 ਵਜੇ ਮੀਟਿੰਗ ਕਾਲ ਕਰ ਲਈ ਕਿ ਆ ਜਾਓ ਭਾਈ ਆਪਾਂ ਮੀਟਿੰਗ ਕਰ ਲੈਨੇ 12 ਵਜੇ, ਤੇ 2-2.5 ਘੰਟੇ ਦੀ ਮੁਸ਼ੱਕਤ ਤੋਂ ਬਾਅਦ, ਮੀਟਿੰਗ ਤੋਂ ਬਾਅਦ ਸਾਰਾ ਕੰਮ ਠੀਕ ਹੋ ਗਿਆ, ਕਿਸਾਨ ਘਰਾਂ ਨੂੰ ਚੱਲੇ ਆਏ। ਬਹੁਤੀਆਂ ਮੰਗਾਂ ਉਹਨਾਂ ਦੀਆਂ ਪ੍ਰਵਾਨ ਕਰ ਲਈਆਂ। ਸੰਧਾਲੀਆ ਸਾਹਿਬ, ਮੰਗਾਂ ਕੀ ਸੀ ਜਿਹੜੀਆਂ ਪ੍ਰਵਾਨ ਕੀਤੀਆਂ, ਉਹਨਾਂ ਦੇ ਉੱਤੇ ਆਪਾਂ ਆਉਣੇ ਆ। ਪਰ ਇੱਕ ਗੱਲ ਪੱਕੀ ਹੈ, ਠੀਕ ਹੈ ਝੋਨੇ ਦੀ ਬਿਜਾਈ 5-7 ਦਿਨ ਅੱਗੇ ਪਿੱਛੇ ਹੋ ਗਈ ਉਹ, ਠੀਕ ਹੈ MSP ਜਿਹੜੀ ਮੂੰਗੀ ਦੀ ਕਹੀ ਸੀ ਉਹਦਾ ਨੋਟੀਫਿਕੇਸ਼ਨ ਹੋ ਗਿਆ ਉਹ, ਹੋਰ ਕਈ ਚੀਜ਼ਾਂ ਨੇ ਜਿਹੜੀਆਂ ਕਿ ਉਹਦੇ ਵਿੱਚ ਪ੍ਰਵਾਨ ਕੀਤੀਆਂ ਗਈਆਂ ਨੇ ਤੇ ਕਿਸਾਨ ਖੁਸ਼ ਹੋ ਗਏ। ਪਰ ਇਹਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਪਾਣੀ ਦਾ ਮਸਲਾ, ਖੇਤੀਬਾੜੀ ਵਾਲਾ ਸੰਕਟ, ਫਸਲਾਂ ਦਾ ਬਦਲਵਾਂ ਪ੍ਰਬੰਧ, ਉਹ ਸਾਰਾ ਕੁਝ ਪਿਆ ਤੇ ਨਾ ਇਕੱਲਾ ਸਰਕਾਰ ਤੋਂ ਹੋਣਾ ਤੇ ਨਾ ਕਿਸਾਨ ਜਥੇਬੰਦੀਆਂ ਤੋਂ, ਉਹ ਦੋਨਾਂ ਦੇ ਸਾਂਝੇ ਰੂਪ ਦੇ ਵਿੱਚ ਚੱਲਣ ਨਾ ਹੋਣਾ। ਕਿਉਂਕਿ ਇੱਕ ਗੱਲ ਤਾਂ ਪੰਜਾਬ ਦੇ ਲੋਕਾਂ ਦੇ ਮਨ 'ਚ ਹੈਗੀ ਆ ਨਾ ਕਿ ਭਾਈ 1500 ਰੁਪਈਆ ਪ੍ਰਤੀ ਏਕੜ ਜੇ ਭਗਵੰਤ ਮਾਨ ਹੋਰਾਂ ਨੇ ਅਨਾਉਂਸ ਕੀਤਾ, ਥੋੜਾ ਹੈ, ਸਾਰਿਆਂ ਨੂੰ ਪਤਾ ਥੋੜਾ ਹੈ। ਪਰ ਅੱਜ ਤੱਕ ਕਦੇ ਕਿਸੇ ਨੇ ਕੀਤਾ ਨਹੀਂ ਸੀ ਕਿ ਸਿੱਧੀ ਬਿਜਾਈ ਕਰੋਗੇ ਝੋਨੇ ਦੀ ਤਾਂ ਅਸੀਂ 1500 ਦੇਵਾਂਗੇ, 15 ਰੁਪਈਏ ਨਹੀਂ ਕਿਸੇ ਨੇ ਅੱਜ ਤੱਕ ਦਿੱਤੇ। ਲੋਕਾਂ ਨੂੰ ਇਹ ਲੱਗਿਆ ਕਿ ਭਾਈ ਯਤਨ ਕਰ ਰਿਹਾ, ਭਾਵੇਂ ਥੋੜਾ ਹੈ ਭਾਵੇਂ ਬਹੁਤਾ। ਦੂਸਰਾ ਇਹ ਯਤਨ ਦੇ ਵਿੱਚ ਆਪਾਂ ਇੱਕ ਚੀਜ਼ ਐਡ ਕਰੀਏ, ਮੇਰਾ ਖਿਆਲ ਉਹ ਵੀ ਸਮਾਂ ਪੰਜਾਬੀਆਂ ਨੇ ਦੇਖਿਆ ਜਾਂ ਕਿਸਾਨ ਭਾਈਚਾਰਾ ਦੇ ਬੜੀ ਚੰਗੀ ਤਰ੍ਹਾਂ ਜਾਣਦਾ। ਜਦੋਂ ਚੈੱਕ ਆਉਂਦੇ ਹੁੰਦੇ ਸੀ ਤਾਂ ਉਹ ਕਹਿੰਦੇ ਵੀ ਯਾਰ ਚੈੱਕ ਆਇਆ ਮੁਆਵਜ਼ੇ ਦਾ, ਵੀ ਲੈ ਆਈਏ, ਕਹਿੰਦੇ ਲੈ ਆਓ, ਕਿੰਨੇ 27 ਦਾ 13 ਦਾ 14 ਦਾ, ਹੈ ਨਾ। ਮਤਲਬ ਉਹ ਚੈੱਕ ਜੀ ਉਦੋਂ ਬਣ ਕੇ ਆਉਂਦੇ ਰਹੇ ਜਦੋਂ ਉਹਦੇ ਤੇ ਪੂਰੀ ਕਾਗਜ਼ੀ ਕਾਰਵਾਈ ਕੋਈ 5-7-10 ਅਫਸਰਾਂ ਨੇ ਜਾਂ ਉਦੋਂ ਬਾਅਦ ਥੱਲੇ ਕਲੈਰੀਕਲ ਸਟਾਫ ਨੇ ਇੱਧਰ ਉੱਧਰ ਘੁੱਗੀਆਂ ਮਾਰ ਕੇ ਫਲਾਨਾ ਸੌਂਦਾ 5-7 ਥਾਵਾਂ ਤੇ ਨਾਂ ਲਿਖ ਕੇ ਐਂਡ ਤੇ ਇੱਕ ਚੈੱਕ ਬੁੱਕ ਚੋਂ ਚੈੱਕ ਕੱਟ ਕੇ, ਹੋ ਸਕਦਾ ਕਈ ਵਾਰ 13 ਦਾ ਚੈੱਕ ਵੀ ਨਹੀਂ ਹੁੰਦਾ, ਉਹ ਕਾਗਜ਼ ਉਹ ਵੀ ਮਹਿੰਗਾ ਪੈਂਦਾ ਹੋਵੇ ਸ਼ਾਇਦ, ਉੱਤੇ 13 ਰੁਪਏ ਲਿਖ ਕੇ ਜਿਹੜਾ ਮੁਆਵਜ਼ਾ ਵੰਡਿਆ ਜਾਂਦਾ ਰਿਹਾ, ਉਹ ਦਿਨ ਵੀ ਵੇਖੇ ਆ। ਤੇ ਕਿੱਥੇ ਇੱਕ ਅਨਾਉਂਸਮੈਂਟ ਇਹ ਆ ਵੀ ਯਾਰ ਆਪਾਂ ਸ਼ੁਰੂਆਤ ਕਰਕੇ ਦੇਖੀਏ ਕਿ ਤੁਰਨ ਦੀ ਲੋੜ ਆ। ਹੁਣ ਜੇ ਆਪਾਂ ਤੁਰਾਂਗੇ ਨਹੀਂ ਤੇ ਫਿਰ ਕੁਝ ਹੋਣਾ ਨਹੀਂ। ਤੇ ਇਹ ਵੀ ਨਹੀਂ ਕਿਸੇ ਨੇ ਕਿਹਾ ਵੀ ਤੁਸੀਂ ਭਾਈ ਹਰੇਕ ਨੇ ਲਾਉਣਾ ਹੀ ਲਾਉਣਾ, ਉਹ ਕਹਿੰਦੇ ਵੀ ਤੁਹਾਡੀ ਆਪਣੀ ਮਰਜ਼ੀ ਆ। ਹਾਂ, ਜੇ ਤੁਸੀਂ ਐਕਸਪੈਰੀਮੈਂਟ ਕਰਨਾ ਚਾਹੋ ਵੀ ਜੇ ਕਿੱਲੇ 5 ਆ ਤੇ 5 ਜੋ ਆਪਾਂ ਅੱਧਾ ਕਿੱਲਾ ਜਾਂ ਕਿੱਲਾ ਲਾ ਕੇ ਦੇਖ ਲੈਣੇ, ਕੀ ਫਰਕ ਪੈਂਦਾ। ਉਹਨਾਂ ਨੇ ਪੋਰਟਲ ਬਣਾਤਾ ਜੀ, ਕਹਿੰਦੇ ਜਿਹਨਾਂ ਨੇ ਸਿੱਧੀ ਬਿਜਾਈ ਕਰਨੀ ਹੈ ਤੇ ਰਜਿਸਟ੍ਰੇਸ਼ਨ ਕਰਾ ਦਿਓ। 450 ਕਰੋੜ ਰੁਪਈਆ ਵੱਖਰਾ ਰੱਖਤਾ ਕਿ ਇਹਦੇ ਵਿੱਚੋਂ ਅਸੀਂ 1500 ਰੁਪਈਆ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਸੇ ਤੁਹਾਨੂੰ ਟਰਾਂਸਫਰ ਕਰ ਦਿਆਂਗੇ। ਜੇ ਕੁਛ ਵੀ ਨਾ ਦਿੱਤਾ ਜਾਵੇ ਤਾਂ ਹਿੰਮਤ ਨਹੀਂ ਪੈਂਦੀ ਹੁੰਦੀ। 1500 ਦਿੱਤਾ, ਹੋ ਸਕਦਾ 1.5-2% ਫਰਕ ਪੈ ਜਾਵੇ, ਪਾਣੀ ਨੂੰ ਬਚਾਉਣ ਲਈ ਉਹਨਾਂ ਬਥੇਰਾ। ਫਿਰ ਤੁਸੀਂ ਦੇਖੋ ਕਿ ਅੱਜ ਤੱਕ ਮੂੰਗੀ ਦੇ ਉੱਤੇ MSP ਤਾਂ ਨਹੀਂ ਸੀ ਮਿਲੀ, ਅਗਲੇ ਨੇ ਕਹਿਤਾ ਕਿ ਖਰੀਦਾਂਗੇ ਭਾਈ, ਘਬਰਾਉਣਾ ਨਹੀਂ ਕੋਈ, MSP ਹੈਗੀ ਆ, ਸਰਕਾਰੀ ਖਰੀਦ ਯਕੀਨੀ ਆ, ਤੁਸੀਂ ਲੈ ਕੇ ਆਓ। ਹੁਣ ਉਹਦੇ ਨਾਲ ਵੀ ਹੋ ਸਕਦਾ ਕਿ ਮੰਨ ਲਓ ਜੇ 10,000 ਏਕੜ ਜ਼ਮੀਨ ਹੀ ਮੂੰਗੀ ਦੇ ਰਕਬੇ ਹੇਠ ਆ ਜਾਂਦੀ ਹੈ, ਪਹਿਲਾਂ ਜਿੱਥੇ ਨਹੀਂ ਸੀ ਆਉਂਦੀ, ਮੋਟਰਾਂ ਤਾਂ ਉੱਥੇ ਚੱਲਣੀਆਂ ਸੀ ਨਾ ਜੇ ਝੋਨਾ ਲੱਗਦਾ, ਕੁਛ ਨਾ ਕੁਛ ਤਾਂ ਬਚਾਅ ਹੋਊਗਾ, ਅਗਲੀ ਵਾਰੀ ਵੱਧ ਜਾਊਗਾ, ਫੇਲ ਹੋ ਜਾਣਗੇ, ਅਗਲੀ ਵਾਰੀ ਕੁਛ ਹੋਰ ਕਰ ਲੈਣਗੇ। ਹੁਣ ਸੰਧਾਲੀਆ ਸਾਹਿਬ, ਜਦੋਂ ਸਰਕਾਰ ਲੱਗਦਾ ਹੈ, ਮਨਸ਼ਾ ਕੀ ਹੈ, ਮਨ 'ਚ ਕੀ ਹੈ, ਕਿਸੇ ਦਾ ਕੁਛ ਨਹੀਂ ਪਤਾ ਕਿ ਭਾਈ ਮਾੜਾ ਮਾੜਾ ਯਤਨ ਕਰ ਰਹੀ ਹੈ, ਤਾਂ ਕਿਸਾਨ ਜਥੇਬੰਦੀਆਂ ਜੇ ਹੁਣ ਘਰ ਵਾਪਸ ਪਰਤ ਗਈਆਂ ਤਾਂ ਜ਼ਰੂਰ ਪੰਜਾਬ ਦੇ ਲੋਕ ਉਹਨਾਂ ਤੋਂ ਇਸ ਗੱਲ ਦੀ ਆਸ ਉਮੀਦ ਕਰਨਗੇ ਕਿ ਖਜ਼ਾਨੇ ਦਾ ਤੁਹਾਨੂੰ ਪਤਾ ਹੈ, ਪੰਜਾਬ ਸਿਰ ਚੜੇ ਕਰਜ਼ੇ ਦਾ ਤੁਹਾਨੂੰ ਪਤਾ ਹੈ, ਪ੍ਰੈਕਟੀਕਲੀ ਜ਼ਮੀਨੀ ਪੱਧਰ ਦੇ ਉੱਤੇ ਕੀ ਕੀਤਾ ਜਾ ਸਕਦਾ, ਸੰਭਵ ਕਿਵੇਂ ਹੋ ਸਕਦਾ ਕਿ ਜਿਹਦੇ ਨਾਲ ਸਰਕਾਰ ਦੇ ਸਾਧਨਾਂ ਦੇ ਮੁਤਾਬਕ ਕੋਈ ਆਪਾਂ ਐਸੀ ਤਬਦੀਲੀ ਲੈ ਆਈਏ ਕਿ ਜਿਹਦੇ ਨਾਲ ਝੋਨਾ ਹੌਲੀ ਹੌਲੀ ਆਪਾਂ ਮਨਫੀ ਕਰ ਦਈਏ, ਝੋਨਾ ਹੌਲੀ ਹੌਲੀ ਆਪਾਂ ਪਰੇ ਕਰ ਦਈਏ। ਚੰਗੀ ਗੱਲ ਹੈ ਕਿ ਜੇ ਕਿਹਾ ਕਿ ਮੱਕੀ ਦੇ ਉੱਤੇ ਵੀ, ਕਿਉਂਕਿ ਮੱਕੀ ਬਦਲ ਹੈ, ਮੂੰਗੀ ਬਦਲ ਨਹੀਂ ਹੈ, ਮੂੰਗੀ ਇੱਕ ਤੀਸਰੀ ਫਸਲ ਹੈ। ਜੇ ਅਗਲੇ ਸਾਲ ਨੂੰ ਕਿਤੇ ਕਿਤਾਈ ਜਾ ਕੇ ਮੱਕੀ ਦੀ ਫਸਲ ਦੇ ਉੱਤੇ MSP, ਉਹਦੀ ਸਰਕਾਰੀ ਖਰੀਦ ਦਾ ਪ੍ਰਬੰਧ ਮਾਨ ਸਾਹਿਬ ਦੀ ਸਰਕਾਰ ਨੇ ਕਰ ਦਿੱਤਾ ਤਾਂ ਕਾਫੀ ਹੱਦ ਤੱਕ ਠੱਲ ਜਿਹੜੀ ਉਹ ਪੈ ਜ਼ਰੂਰ ਸਕਦੀ ਹੈ। ਕਿਸਾਨ ਜਥੇਬੰਦੀਆਂ ਵੀ ਸੋਚਣ ਵਿਚਾਰਨ ਜ਼ਰੂਰ, ਕਿਉਂਕਿ ਜੇ ਆਪਾਂ ਕਹਾਂਗੇ ਜੀ ਆਹ ਕਰ ਦਿਓ, ਉਹਨਾਂ ਦੇ ਬੋਝੇ ਦੇ ਵਿੱਚ ਰੁਪਈਏ ਨਾ ਹੋਣ, ਫਿਰ ਟਕਰਾਅ ਜ਼ਰੂਰ ਹੋ ਸਕਦਾ, ਹੱਲ ਨਹੀਂ ਹੋ ਸਕਦਾ, ਉਹਦਾ ਕੋਈ ਫਾਇਦਾ ਨਹੀਂ। ਵੈਸੇ ਚਲੋ ਵਧੀਆ ਕੀਤਾ ਜੇ ਮਾਨ ਸਾਹਿਬ ਨੇ ਮੀਟਿੰਗ ਸੱਦੀ, ਮੀਟਿੰਗ ਦੇ ਵਿੱਚ ਉਹ ਕਹਿੰਦੇ ਵੀ ਆਪਾਂ ਲੰਮਾ ਸਮਾਂ ਬੈਠੇ, ਫਿਰ ਮੰਤਰੀ ਸਾਹਿਬ ਦੀ ਡਿਊਟੀ ਲਾਈ ਧਾਲੀਵਾਲ ਸਾਹਿਬ ਦੀ ਵੀ ਤੁਸੀਂ ਜਾ ਕੇ ਸਾਰਾ ਕੁਝ ਕਲੀਅਰ ਕਰ ਦਿਓ ਵੀ ਗੱਲ ਹੋਈ ਨਿਬੜੀ ਕਿੱਦਾਂ। ਉਹਦੇ 'ਚ ਵੀ ਮੇਰੇ ਖਿਆਲ ਨਾਲ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨੇ ਜਿੱਥੋਂ ਸ਼ੁਰੂਆਤ ਕੀਤੀ, ਉਹ ਕਹਿੰਦੇ ਦੇਖੋ ਪਹਿਲੀ ਗੱਲ ਤੇ ਇਹ ਮੈਂ ਤੁਹਾਨੂੰ ਦੱਸ ਦਿਆਂ ਵੀ ਮੈਂ ਕੋਈ ਮੰਤਰੀ ਬਣ ਕੇ ਨਹੀਂ ਜੀ ਆਇਆ, ਮੈਂ ਤੁਹਾਡੇ 'ਚੋਂ ਹੀ ਹਾਂ। 5 ਕਿੱਲੇ ਮੇਰੇ ਕੋਲ ਜ਼ਮੀਨ ਆ ਤੇ 5 ਕਿੱਲਿਆਂ ਵਾਲਾ ਜਿਹੜਾ ਜ਼ਿਮੀਂਦਾਰ ਉਹ ਇਸ ਵਕਤ ਤੁਹਾਡੇ 'ਚ ਬਹਿ ਕੇ ਗੱਲ ਕਰ ਰਿਹਾ, ਤੇ ਜਿਹੜੇ ਮੁੱਖ ਮੰਤਰੀ ਸਾਹਿਬ ਦੀ ਗੱਲ ਕਰਦੇ ਉਹਨਾਂ ਨੇ ਖੁਦ ਕਿਹਾ ਵੀ ਮੈਂ ਵੀ ਕਿਸਾਨ ਦਾ ਪੁੱਤ ਹਾਂ। ਸੋ ਗੱਲ ਆ ਵੀ ਧਰਤੀ ਆਪਣੀ ਆ ਤੇ ਇਸ ਧਰਤੀ ਨੂੰ ਬਚਾਉਣਾ। ਹੁਣ ਇੱਕ ਗੱਲ ਤਾਂ ਇਹ ਹੋ ਗਈ ਵੀ 10 ਜੂਨ ਕਿਸਾਨ ਕਹਿੰਦੇ ਸੀ, ਉਹ ਕਹਿੰਦੇ ਚਲੋ ਯਾਰ ਅਸੀਂ 18 ਕਹਿੰਦੇ ਆਪਾਂ 14 ਤੋਂ 17 ਦੇ ਵਿੱਚ ਗੱਲ ਕਰ ਲੈਂਦੇ ਹਾਂ। ਹਾਂ, ਜਿਹੜੀ ਕੰਡਿਆਲੀ ਤਾਰ ਤੋਂ ਪਾਰਲੀ ਜ਼ਮੀਨ ਆ ਉਹ 10 ਜੂਨ ਨੂੰ ਝੋਨਾ ਲਾ ਲੈਣ, ਫਿਰ ਬਿਜਲੀ ਵੀ ਕਹਿੰਦੇ 2-3 ਦਿਨ ਪਹਿਲਾਂ ਦੇ ਦਿਆਂਗੇ, ਇਹਦੀ ਵੀ ਮੰਗ ਮੰਨੀ ਗਈ। ਰਹੀ ਗੱਲ ਮੂੰਗੀ ਦੀ 7275 ਰੁਪਈਏ, ਉਹ ਕਹਿੰਦੇ ਵੀ MSP ਦੇ ਦਿਆਂਗੇ। ਫਿਰ ਰੌਲਾ ਸੀ ਵੀ ਮਾਝੇ 'ਚ ਬਹੁਤ ਬਾਸਮਤੀ ਲੱਗਦੀ ਹੈ ਯਾਰ, ਉਹਦਾ ਰੇਟ ਤੈਅ ਕਰੋ, ਕਿਉਂਕਿ ਜਿੱਦਣ ਉਹ ਹੁੰਦੀ ਹੈ ਉਦੋਂ ਅਗਲੇ ਕਹਿੰਦੇ ਰੁਪਈਆ ਕੋਈ ਨਹੀਂ ਹੈਗਾ, ਇਹਦਾ ਰੇਟ ਲੈ ਜਾਓ ਚੱਕ ਕੇ, ਤੇ ਜਿੱਦਣ ਉਹ ਮੁੱਕ ਜਾਂਦੀ ਹੈ ਕਿਸਾਨਾਂ ਕੋਲੋਂ
ਨਾਲ ਦੀ ਨਾਲ ਹੀ ਹਫ਼ਤੇ ਬਾਅਦ ਉਹ ਕਹਿੰਦੇ ਵੀ ਲੈ ਉਹਦਾ ਰੇਟ ਹੀ ਬੜਾ ਵੱਧ ਗਿਆ। ਕਿਉਂ? ਉਹਨਾਂ ਜੀ ਫਲਾਣੇ ਦੇਸ਼ 'ਚੋਂ ਮੰਗ ਆ ਗਈ ਹੈ। ਉਹ ਲੋਕਾਂ ਨੂੰ ਇਹੋ ਸਮਝ ਨਹੀਂ ਆਉਂਦੀ ਵੀ ਹਰੇਕ ਸਾਲ ਮੰਗ ਉਦੋਂ ਹੀ ਕਿਉਂ ਆਉਂਦੀ ਜਦੋਂ ਲੋਕਾਂ ਕੋਲੋਂ ਮੁੱਕ ਜਾਂਦੀ ਹੈ। ਉਹ ਵੀ ਜਿਹੜਾ ਉਹਨਾਂ ਨੇ ਕਿਹਾ ਕਿ ਹੋਮ ਮਿਨਿਸਟਰ ਸਾਹਿਬ ਨਾਲ ਸ਼ਾਇਦ ਅੱਜ ਮੁਲਾਕਾਤ ਆ, ਬਾਸਮਤੀ ਤੇ ਮੱਕੀ ਤੇ ਹੋਰ ਜਿਹੜੀਆਂ ਵੀ ਉਹ ਫਸਲਾਂ ਨੇ ਜਿਹੜੀਆਂ ਕਿ ਝੋਨੇ ਦਾ ਬਦਲ ਹੋ ਸਕਦੀਆਂ, ਉਹਨਾਂ ਦੀ MSP ਦੀ ਆਪਾਂ ਗਰੰਟੀ ਲੈ ਕੇ ਦੇ ਦਿਆਂਗੇ ਤੁਹਾਨੂੰ, ਤਾਂ ਜੋ ਕਲੀਅਰ ਕੱਟ ਇਹ ਹੋ ਸਕੇ ਕਿ ਭਾਈ ਸਾਹਿਬ ਆਪਾਂ ਝੋਨਾ ਨਹੀਂ ਲਾਉਣਾ, ਆਪਾਂ ਪਾਣੀ ਬਚਾਉਣਾ, ਤੇ ਬਦਲਵੀਆਂ ਫਸਲਾਂ ਦੇ ਉੱਪਰ ਜਿਹੜੀ MSP ਆਲਰੇਡੀ ਸਰਕਾਰ ਕਹਿੰਦੀ ਕਿ ਅਸੀਂ ਦਿੰਦੇ ਆ ਉਹਦੀ ਗਰੰਟੀ ਹੋਵੇ। ਸੰਧਾਲੀਆ ਸਾਹਿਬ 500 ਰੁਪਈਆ ਏਕੜ ਕਿਸਾਨਾਂ ਨੇ ਕੁਇੰਟਲ ਕਣਕ ਦਾ ਮੰਗਿਆ ਸੀ, ਉਹ ਕੇਂਦਰ ਨਾਲ ਗੱਲ ਹੋਣੀ ਹੈ। ਕੁਝ ਮੰਗਾਂ ਕਿਸਾਨਾਂ ਦੀਆਂ ਬਹੁਤ ਜਾਇਜ਼ ਸੀ। ਪਿਛਲੇ ਦਿਨਾਂ ਦੇ ਵਿੱਚ ਕੁਝ ਰਿਪੋਰਟਾਂ ਆਈਆਂ ਸੀ ਕਿ ਨਹਿਰਾਂ ਥੱਲਿਓਂ ਵੀ ਪੱਕੀਆਂ ਕਰੀ ਜਾਂਦੇ ਆ, ਕਿਨਾਰੇ ਵੀ, ਕਿ ਪਾਣੀ ਥੱਲੇ ਕਿੱਦਾਂ ਜਾਊ, ਪਾਣੀ ਥੱਲੇ ਸਿੰਮੂਗਾ ਤਾਂ ਕੁਝ ਨਾ ਕੁਝ ਫਰਕ ਪੈਂਦਾ ਹੈ ਧਰਤੀ ਹੇਠਲੇ ਗਰਾਊਂਡ ਵਾਟਰ ਜਿਹੜਾ ਉਹਨੂੰ। ਉਹ ਕਹਿੰਦੇ ਜੀ ਸਾਡੇ ਕੋਲੇ ਮਸਲਾ ਆ ਚੁੱਕਿਆ, ਅਸੀਂ ਹੁਣ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਵੀ ਪ੍ਰੋਜੈਕਟ ਸਾਡੀ ਸਰਕਾਰ ਕੋਈ ਮਨਜ਼ੂਰ ਕਰੂ ਥੱਲਿਓਂ ਨਹਿਰ ਕੱਚੀ ਰੱਖਾਂਗੇ। ਅਜੇ ਅਸੀਂ ਕਹਿੰਦੇ ਪਾਸ ਕਰਨਾ ਹੈ, ਭਰੋਸਾ ਦਿੰਦੇ ਹਾਂ ਕਿ ਥੱਲਿਓਂ ਨਹਿਰਾਂ ਕੱਚੀਆਂ ਰੱਖਿਆ ਕਰਾਂਗੇ। ਦੂਸਰੀ ਗੱਲ, ਕਰਜ਼ੇ ਦੇ ਕਰਕੇ ਕੁਰਕੀ ਤੇ ਗ੍ਰਿਫਤਾਰੀ, ਉਹ ਕਹਿੰਦੇ ਜੀ ਸਾਡੀ ਸਰਕਾਰ ਨੇ ਇੱਦਾਂ ਕੁਛ ਨਹੀਂ ਕੀਤਾ, ਪਿਛਲਿਆਂ ਨੇ ਕੁਛ ਕੀਤਾ ਹੋਊਗਾ, ਪਰ ਅਸੀਂ ਹੁਣ ਕੋਈ ਗ੍ਰਿਫਤਾਰੀ ਜਾਂ ਕੋਈ ਕੁਰਕੀ ਨਹੀਂ ਹੋਣ ਦਿੰਦੇ, ਘਬਰਾਓ ਨਾ। ਫਿਰ ਗੰਨੇ ਦੇ ਪੈਸੇ ਬਕਾਇਆ ਨੇ, ਚਾਹੇ ਉਹ ਪ੍ਰਾਈਵੇਟ ਮਿੱਲਾਂ ਨੇ ਚਾਹੇ ਕੋਆਪਰੇਟਿਵ ਨੇ। ਕਿਸਾਨ ਨੇ ਤਾਂ ਗੰਨਾ ਬੀਜਿਆ, ਸਾਂਭਿਆ, ਪਾਲਿਆ, ਵੱਢਿਆ, ਛਿੱਲਿਆ, ਟਰਾਲੀ 'ਚ ਲੱਦਿਆ, ਮਿੱਲ 'ਚ ਜਾ ਕੇ ਵੇਚਿਆ, ਪਰਚੀ ਜੇਬ 'ਚ ਪਾਈ, ਘਰੇ ਆ ਗਿਆ, ਪੈਸੇ ਨਾ ਮਿਲੇ, ਕਿਸਾਨ ਦਾ ਕਸੂਰ ਤਾਂ ਕੋਈ ਨਹੀਂ। ਜੇ ਇਹ ਮੰਗ ਕਿਸਾਨਾਂ ਨੇ ਰੱਖੀ ਹੈ, ਕੋਈ ਗਲਤ ਨਹੀਂ ਰੱਖੀ। ਕਿਸਾਨ ਔਖਾ ਭਾਰਾ ਫਾਇ ਲੈਂਦਾ ਫਿਰਦਾ, ਮਜ਼ਦੂਰ ਔਖਾ ਭਾਰਾ ਫਾਇ ਲੈਂਦਾ ਫਿਰਦਾ। ਮੰਗਾਂ ਬਹੁਤੀਆਂ ਜਾਇਜ਼ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਪਰ ਮੈਨੂੰ ਇਹ ਲੱਗਦਾ ਕਿ ਜਿੰਨੀ ਸ਼ਿੱਦਤ ਦੇ ਨਾਲ ਕਿਸਾਨਾਂ ਦੀ ਗੱਲ ਕਿਸਾਨ ਸੁਣਦੇ ਨੇ ਜਾਂ ਲੋਕ ਸੁਣਦੇ ਨੇ, ਦਿੱਲੀ ਦੇ ਵਿੱਚ ਤੁਸੀਂ ਦੇਖੋ ਗਰਮੀਆਂ, ਸਿਆਲ, ਧੁੰਦ, ਹਨੇਰੀ, ਮੀਂਹ, ਝੱਖੜ, ਲੋਕ ਜਾਂਦੇ ਰਹੇ ਨਾ ਮਗਰ, ਇਹਦਾ ਮਤਲਬ ਕਿਸਾਨ ਜਥੇਬੰਦੀਆਂ ਦੀ ਗੱਲ ਸੁਣੀ ਜਾਂਦੀ ਹੈ ਤੇ ਕਿਸਾਨ ਜਥੇਬੰਦੀਆਂ ਵਾਤਾਵਰਣ ਦੇ ਪ੍ਰਤੀ ਸੁਚੇਤ ਬਹੁਤ ਨੇ। ਇਹ ਵੀ ਹੁਣ ਇੱਕ ਲਹਿਰ, ਹੁਣ ਤੋਂ ਹੀ ਕਿਸਾਨ ਜਥੇਬੰਦੀਆਂ ਚਲਾਉਣ, ਹੁਣ ਤੋਂ ਹੀ ਝੋਨਾ ਲੱਗਣਾ, ਉਹ ਸਿੱਧੀ ਬਿਜਾਈ ਨਾਲ ਲੱਗਦਾ ਹੈ, ਉਹ ਪਨੀਰੀ ਲਾ ਕੇ ਲੱਗਦਾ ਹੈ, ਉਹ 10 ਨੂੰ ਲੱਗਦਾ, 17 ਨੂੰ ਲੱਗਦਾ, ਕਿ 14 ਨੂੰ ਲੱਗਦਾ, ਕਿ 26 ਨੂੰ ਲੱਗਦਾ, ਉਹ ਇੱਕ ਵੱਖਰਾ ਇਸ਼ੂ ਹੈ। ਝੋਨਾ ਹੋ ਜਾਣਾ, ਨਿਸਰ ਜਾਣਾ, ਉਹਨੇ ਪੱਕ ਜਾਣਾ, ਉਹ ਕੰਬਾਈਨ ਨਾਲ ਵੱਢ ਹੋ ਜਾਵੇ, ਉਹ ਡਰਮ ਤੇ ਝਾੜ ਲਓ, ਉਹਦੀ ਪਰਾਲੀ ਪਿੱਛੇ ਵਿੱਚ ਹੀ ਹੋਣੀ ਆ, ਕਣਕ ਦੀ ਪਰਾਲੀ ਥੋੜੀ ਹੁੰਦੀ ਹੈ। ਆ ਜਿਹੜੇ ਬੂਟੇ ਅੱਜ ਅੱਗ ਲਾ ਕੇ ਸਾੜੇ ਗਏ ਆ ਜਾਂ ਸੜ ਗਏ ਆ, ਸਾੜੇ ਗਏ ਤਾਂ ਆਪਾਂ ਸ਼ਬਦ ਨਹੀਂ ਵਰਤਦੇ, ਚਲੋ ਸੜ ਗਏ, ਹੁਣ ਉਹ ਬੂਟੇ ਉਦੋਂ ਤੱਕ ਮਸਾਂ ਰਹੇ ਹੋਣੇ ਆ, ਫੇਰ ਅੱਗ ਲੱਗ ਜਾਣੀ ਖੇਤਾਂ ਨੂੰ। ਪਰਾਲੀ ਨੂੰ ਅੱਗ ਤਾਂ ਲੱਗਣੀ ਆ ਨਾ, ਕਿਉਂਕਿ ਕਾਨੂੰਨ ਮਨਾ ਕਰਦਾ, ਇਹਦੇ ਬਾਵਜੂਦ ਵੀ ਲੱਗਣੀ ਆ। ਸੋ ਕੈਸਾ ਪ੍ਰਬੰਧ ਕਰੀਏ ਕੋਈ ਨਾ ਕੋਈ, ਕਿ ਅਸੀਂ ਪਹਿਲੀ ਗੱਲ ਕਿ ਪਰਾਲੀ ਨੂੰ ਅੱਗ ਲਾਉਣ ਨੂੰ ਨਹੀਂ ਕਹਿੰਦੇ, ਉਹ ਕਾਨੂੰਨੀ ਤੌਰ ਤੇ ਗਲਤ ਹੈ, ਪਰ ਬੂਟੇ ਕਿਵੇਂ ਬਚਾਉਣੇ ਆ। ਜਥੇਬੰਦੀਆਂ ਇਧਰਲੇ ਪਾਸੇ ਨੂੰ ਸੋਚਣ ਕਿ ਭਾਈ ਠੀਕ ਹੈ, ਅੱਜ ਝੋਨੇ ਦੇ ਲਈ ਆਪਾਂ ਮੰਗਦੇ ਆ, ਮੰਗਣਾ ਚਾਹੀਦਾ, ਪਰ ਭਲਕ ਨੂੰ ਜੇ ਪਾਣੀ ਨਾ ਰਿਹਾ ਤਾਂ ਝੋਨੇ ਦੇ ਪੈਸੇ ਨੂੰ ਆਪਾਂ ਕੀ ਕਰਾਂਗੇ, ਪਾਣੀ ਦਾ ਝੋਨਾ ਲੱਗੂਗਾ ਕਿੱਦਾਂ। ਦੂਸਰੀ ਗੱਲ, ਜੇ ਹਵਾ ਹੀ ਆਪਣੀ ਸ਼ੁੱਧ ਨਾ ਹੋਈ, ਸੰਧਾਲੀਆ ਸਾਹਿਬ 10,000 ਏਕੜ ਦੇ ਮਗਰ ਵੱਧ ਬਚ ਗਿਆ ਤੇ ਜੇ 20,000 ਡਾਕਟਰ ਨੂੰ ਦੇਣਾ ਪੈ ਗਿਆ ਤਾਂ ਫਾਇਦਾ ਕੀ ਹੈ। ਇਸ ਕਰਕੇ ਉਹ ਮੁਹਿੰਮ ਹੁਣ ਤੋਂ ਚਲਾ ਲੈਣ ਕਿ ਅਸੀਂ ਭਾਈ ਪ੍ਰਬੰਧ ਕਿੱਦਾਂ ਦਾ ਕਰਨਾ। ਹਾਂ, ਜੇ ਇਕੱਲਾ ਬਿਆਨ ਦੇ ਕੇ ਸਾਰਨਾ ਕਿ ਸਰਕਾਰ ਫਿਰ 500 ਕੁਆਂਟਲ ਮਗਰ ਦੇ ਦੇਵੇ, 200 ਕੁਆਂਟਲ ਮਗਰ ਦੇ ਦੇਵੇ, ਫੇਰ ਹੀ ਹੋਣਾ ਹੈ, ਨਾ ਸਰਕਾਰ ਕੋਲ ਪੈਸੇ ਹੋਣ, ਨਾ ਫਿਰ ਹੋਵੇ, ਨਾ ਅੱਗ ਲੱਗਣੋਂ ਜਿਹੜਾ ਬਚਾਅ ਹੋਵੇ, ਨਾ ਕੰਮ ਖਰਾਬ ਜਿਹੜਾ ਹੁਣ ਉਹ ਬੰਦ ਹੋਵੇ। ਇਸ ਕਰਕੇ ਪ੍ਰੈਕਟੀਕਲੀ ਆਹ ਚੀਜ਼ਾਂ ਬਦਲ ਤੁਰ ਜਾਈਏ ਤਾਂ ਚੰਗਾ। ਅਰੇ ਦੇਖੋ, ਇੱਕ ਗੱਲ ਤੇ ਪੱਕੀ ਆ ਹੁਣ ਵੀ ਜੇ ਆਪਾਂ ਇਹ ਆਖੀਏ ਵੀ ਆਪਾਂ ਇਸ ਵਕਤ ਪ੍ਰੈਸ਼ਰ ਪਾਉਣ ਵਾਲੇ ਪਾਸੇ ਤੁਰ ਪਏ ਤੇ ਜੀ ਸਵੇਰ ਤੋਂ ਹੀ ਮੰਨ ਲਓ ਵੀ ਸਰਕਾਰ ਆਖੇ ਉਹ ਹੁਣ ਕੀ ਕਰਾਂਗੇ, ਅਗਲਿਆਂ ਕੋਲ ਜਿੰਨਾ ਕੁ ਬਹੁਮਤ ਹੈ 27 ਤੱਕ ਤੇ ਉਹ ਗੇਅਰ ਕੱਢਣੋਂ ਰਹੇ, ਜਿਹੜਾ ਟਾਪ ਇਸ ਵੇਲੇ ਲੱਗ ਗਿਆ ਉਹ ਹੌਲੀ ਚੱਲੇ, ਧੂੰਆਂ ਮਾਰ ਕੇ ਚੱਲੇ, ਜਿਵੇਂ ਮਰਜ਼ੀ ਚੱਲੇ, ਸਰਕਾਰ ਦਾ ਚੱਲਣੀ। ਦੂਜੀ ਰਹੀ ਗੱਲ ਇਹ ਵੀ ਆਪਾਂ ਜਿਹੜੇ ਬਦਲਾਅ ਦੀ ਗੱਲ ਕਰਦੇ ਸੀ, ਮੈਨੂੰ ਲੱਗਦਾ ਹੁੰਦਾ ਵੀ ਪਹਿਲਾ ਬਦਲਾਅ ਵੀ ਲੋਕਾਂ ਲਿਆਂਦਾ, ਚੈੱਕ ਕਰਨ ਨੂੰ ਕਿਸਾਨ ਜਥੇਬੰਦੀਆਂ ਤੇ ਇਹੀ ਕਹਿੰਦੇ ਨਾ ਵੀ ਹਾਂ ਵੀ ਅਗਲਾ ਮੁੱਖ ਮੰਤਰੀ ਕਹਿੰਦਾ ਮੁਰਦਾਬਾਦ ਕਿਉਂ ਕਹਿੰਦੇ ਅਸੀਂ ਬਣਾਇਆ ਮੁੱਖ ਮੰਤਰੀ, ਹੁਣ ਕਹਾਂਗੇ ਮੁਰਦਾਬਾਦ। ਠੀਕ ਹੈ ਵੀ ਹੱਕ ਹੈ ਜੇ ਅਗਲਾ ਬੰਦਾ ਨਹੀਂ ਖਰਾ ਉਤਰਦਾ। ਦੂਜੀ ਗੱਲ ਇਹ ਵੀ ਹੈ ਵੀ ਸਰਕਾਰ ਤੇ ਪ੍ਰੈਸ਼ਰ ਰਹੀ ਜਾਵੇ, ਪਰ ਜਿਹੜੀ ਆਪਣੀ ਡਿਊਟੀ ਉਹ ਵੀ ਨਾਲ ਦੀ ਨਾਲ ਨਿਭਾਈ ਜਾਈਏ। ਹੁਣ ਇੱਕ ਤਾਂ ਵੈਸੇ ਹੋਕਾ ਹੀ ਹੈ ਨਾ ਵੀ ਜੇ ਮੰਨ ਲਓ ਕਿਸਾਨ ਜਥੇਬੰਦੀਆਂ ਕਹਿੰਦੀਆਂ ਵੀ ਆਪਣਾ ਯਾਰ ਕੱਲਾ ਬੰਦਾ ਪੂਰੇ ਪੰਜਾਬ 'ਚ ਮੰਨਦਾ, ਬਹੁਤ ਸਾਰੇ ਸੁਨੇ ਆ ਜਿਹੜੇ ਲਾਏ ਜਾ ਸਕਦੇ। ਇੱਕ ਤੇ ਦੇਖੋ ਪਿਛਲੇ ਦਿਨੀ ਆਪਾਂ ਇਹ ਬੜੀ ਸੁਣਦੇ ਸੀ ਵੀ ਯਾਰ ਜਿੱਥੇ ਕਿਤੇ ਵੀ ਰੁੱਖ ਲਾਉਂਦਾ ਅਗਲਾ ਕਹਿੰਦਾ ਵੀ ਖੱਗ ਦੇ ਇੱਕ ਰਾਂ ਯਾਰ ਵੀਰੇ ਦੀ ਛਾਂ ਬੜੀ, ਉਹ ਹੁੰਦਾ ਕੁਛ ਨਹੀਂ। ਤੇ ਜੇ ਆਪਾਂ ਹੋਕਾ ਇਹ ਦੇ ਦਈਏ ਵੀ ਯਾਰ ਆਪਾਂ ਰੁੱਖ ਲਾਉਣਾ, ਭਾਵੇਂ ਮੋਟਰਾਂ ਤੇ ਲਾਉਣਾ, ਭਾਵੇਂ ਵੱਟਾਂ ਤੇ ਲਾਉਣਾ, ਭਾਵੇਂ ਸਾਂਝੀਆਂ ਥਾਵਾਂ ਤੇ ਲਾਉਣਾ, ਭਾਵੇਂ ਜਿਹੜੇ ਰਾਹ ਨੇ ਰਸਤੇ ਨੇ ਉਹਨਾਂ ਦੇ ਨਾਲ ਲਾਉਣਾ, ਕਿਤੇ ਵੀ ਲਾਉਣਾ, ਜੇ ਆਪਾਂ ਲਾਉਣਾ ਤੇ ਫਿਰ ਸਾਂਭਣਾ। ਜੇ ਉਹ ਇੱਕ ਸੁਨੇਹਾ ਹੋਕਾ ਦਿੱਤਾ ਜਾਵੇ, ਉਹਦੀ ਛਾਂ, ਉਹਦੀ ਹਵਾ ਉਹ ਪੰਜਾਬ 'ਚ ਹੀ ਰਹਿਣੀ, ਉਹ ਚੁੱਕ ਕੇ ਕਿਸੇ ਨੇ ਅਚਾਨਕ ਕਰਨਾਟਕ ਨਹੀਂ ਲੈ ਜਾਣੀ। ਇਹ ਗੱਲ ਤੇ ਮੰਨਣ ਵਾਲੀ। ਤੇ ਸਭ ਤੋਂ ਵੱਡੀ ਗੱਲ ਸੰਧਾਲੀਆ ਸਾਹਿਬ ਕਿ ਚਾਹੇ ਪਰਾਲੀ ਦੀ ਅੱਗ ਹੈ, ਚਾਹੇ ਰੁੱਖ ਲਾਉਣ ਦੀ ਗੱਲ ਹੈ, ਕੁਛ ਵੀ ਹੈ,
ਚਾਹੇ ਪਾਣੀ ਥਲੜਾ ਗੰਧਲਾ ਹੈ, ਚਾਹੇ ਨਹਿਰਾਂ ਦੇ ਵਿੱਚ ਦੀ ਆ ਜਿਹੜਾ ਹੁਣ ਡਿਪਾਰਟਮੈਂਟਾਂ ਨੇ ਲਿਖ ਕੇ ਦਿੱਤਾ ਕਿ ਪੀਣ ਵਾਲਾ ਨਹੀਂ। ਇੱਕ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਕਿ ਉਹਦਾ ਓਨਾ ਹੀ ਨੁਕਸਾਨ ਸਿੱਖ ਨੂੰ ਹੈ, ਓਨਾ ਹੀ ਹਿੰਦੂ ਨੂੰ ਹੈ, ਓਨਾ ਹੀ ਮੁਸਲਮਾਨ, ਓਨਾ ਹੀ ਈਸਾਈ ਨੂੰ, ਓਨਾ ਹੀ ਬੋਧੀ ਨੂੰ, ਓਨਾ ਹੀ ਜੈਨੀ ਨੂੰ, ਓਨਾ ਹੀ ਨਾਸਤਿਕ ਬੰਦੇ ਨੂੰ। ਹੁਣ ਜਦੋਂ ਮੁਸੀਬਤ ਆਉਂਦੀ ਹੈ ਤਾਂ ਸਾਰਿਆਂ ਨੂੰ ਆਉਂਦੀ ਹੈ। ਇਸ ਕਰਕੇ ਇੱਥੋਂ ਸਿੱਖ ਲਿਆ ਕਿ ਇੱਕ ਦੂਜੇ ਸਿਰ 'ਚ ਡਾਂਗਾ ਮਾਰਨੀਆਂ ਛੱਡ ਦਈਏ ਕਿ ਭਾਈ ਤੂੰ ਆ ਤੇ ਤੂੰ ਆ ਕਿਉਂਕਿ ਸਾਰੇ ਹੀ ਨੱਪੇ ਗਏ ਆ। ਮੈਂ ਹੈਰਾਨ ਹੁੰਨਾ ਕਿ ਆ ਪਟਿਆਲੇ 'ਚ ਘਟਨਾਵਾਂ ਘਟੀਆਂ, ਹੋਰ ਕਈ ਪਾਸੇ ਘਟਨਾਵਾਂ ਘਟਦੀਆਂ, ਧਰਮ ਆਧਾਰਿਤ, ਜਾਤੀ ਆਧਾਰਿਤ। ਆ ਹੁਣ ਚੱਕ ਲਓ ਪਾਣੀ ਫਿਰ, ਜਾਣੀ ਜਿਹੜੇ ਪਿੰਡ ਦੇ ਵਿੱਚ ਪਾਣੀ ਮੰਨ ਲਓ ਨਹਿਰ ਦਾ ਹੀ ਆਉਂਦਾ ਈ, ਤੁਸੀਂ ਹੋਰ ਕੋਈ ਪਾਣੀ ਪੀਣ ਨੂੰ ਹੀ ਹੈ ਨਹੀਂ, ਜਾਓ ਫਿਰ ਉੱਥੋਂ ਤੁਸੀਂ ਕਿਹੜੀ ਜਾਤ ਦੇ ਹੋ, ਕਿਹੜੇ ਧਰਮ ਦੇ ਹੋ, ਹੋਰ ਪਾਣੀ ਪੀ ਕੇ ਦਿਖਾਓ। ਬਿਮਾਰੀ ਸਾਰਿਆਂ ਨੂੰ ਇਕੱਠੇ ਲੱਗਣੀ ਹੈ। ਜੇ ਹਵਾ ਗੰਧਲੀ ਹੈ, ਸਾਰਿਆਂ ਦੇ ਨੱਕ ਦੇ ਵਿੱਚ ਦੀ ਸਾਹ ਉਹੀ ਜਾਣਾ। ਤੇ ਜੇ ਅਸੀਂ ਇਸ ਵਰਤਾਰੇ ਨੂੰ ਨਹੀਂ ਸਮਝਦੇ ਕਿ ਭਾਈ ਆਹ ਲੜਾਈਆਂ ਨਹੀਂ, ਜਿੱਧਰਲੇ ਪਾਸੇ ਲੜਨਾ ਉਧਰਲੇ ਪਾਸੇ એનર્ਜੀ ਲਾਓ ਆਪਣੀ। ਇਹ ਬੜਾ ਜ਼ਰੂਰੀ ਆ। ਇਹ ਤੇ ਮੇਰੇ ਖਿਆਲ ਨਾਲ ਇੱਕ ਐਸੀ ਸਮਝ ਹੈ ਵੀ ਤੁਸੀਂ ਦੇਖ ਲਓ ਵੀ ਜੇ ਉਹ ਕਹਿੰਦੇ ਵੀ ਉਹ ਜਿਹੜੀ ਰਿਪੋਰਟ ਦੀ ਮੈਂ ਗੱਲ ਕਰਦਾ ਸੀ ਹਵਾ ਪ੍ਰਦੂਸ਼ਣ ਵਾਲੀ, ਉਹ ਕਹਿੰਦੇ ਵੀ ਉੱਤਰੀ ਭਾਰਤ 'ਚ ਸਭ ਤੋਂ ਵੱਧ ਹੈ ਪੂਰੇ ਭਾਰਤ ਦੇ ਹਿਸਾਬ ਨਾਲ। ਹੁਣ ਜੇ ਉੱਤਰੀ ਭਾਰਤ 'ਚ ਸਭ ਤੋਂ ਵੱਧ ਹੈ ਤੇ ਇਹਦਾ ਵੀ ਇੱਕ ਨਾ ਕਿਤੇ ਕਾਰਨ ਤੇ ਨਹੀਂ ਵੀ ਜਦੋਂ ਆਪਾਂ ਸਾਊਥ ਵਾਲੇ ਪਾਸੇ ਨੂੰ ਜਾਂਦੇ ਤਾਂ ਉਧਰ ਰੁੱਖ ਹੈਗੇ ਆ ਜੀ। ਉਧਰ ਜੇ ਰੁੱਖ ਹੈਗੇ ਆ, ਇਹ ਤਾਂ ਹੈ ਨਹੀਂ ਵੀ ਉਧਰ ਇੰਡਸਟਰੀ ਹੈ ਨਹੀਂ, ਆਪਾਂ ਇੰਡਸਟਰੀ ਭਾਲਦੇ ਹਾਂ। ਉਹ ਕਹਿੰਦੇ ਸਾਊਥ ਦੇ ਵਿੱਚ ਬਹੁਤ ਇੰਡਸਟਰੀ ਹੈ, ਮਾਰੇ ਉਧਰ ਹੀ ਰਹਿੰਦੀ ਇੰਡਸਟਰੀ। ਜਿੱਥੇ ਇੰਡਸਟਰੀ ਹੋਣ ਦੇ ਬਾਵਜੂਦ ਵੀ ਅਗਲੇ ਕਹਿੰਦੇ ਵੀ ਹਵਾ ਦਾ ਲੈਵਲ ਠੀਕ ਆ, ਆਪਣੇ ਵਾਲੇ ਪਾਸੇ ਆਪਾਂ ਇੰਡਸਟਰੀ ਨੂੰ ਵੀ ਰੋਂਦੇ ਰਹਿੰਦੇ ਵੀ ਆਉਂਦੀ ਨਹੀਂ। ਉਹਦਾ ਕਿਤੇ ਕਾਰਨ ਇਹ ਵੀ ਦਿੰਦੇ ਵੀ ਆਪਾਂ ਜੇ ਨਾ ਤਾਂ ਇੰਡਸਟਰੀ ਆਉਣ ਦਿੰਦੇ ਤੇ ਨਾ ਆਪਾਂ ਰੁੱਖ ਹੀ ਲਾਉਣ ਦਿੰਦੇ। ਸੰਧਾਲੀਆ ਸਾਹਿਬ ਉਹਨਾਂ ਤੋਂ ਤਾਂ ਬਹੁਤ ਸਿੱਖਣ ਦੀ ਲੋੜ ਹੈ। ਹਾਲਾਂਕਿ ਦੱਖਣ ਭਾਰਤ, ਸਾਊਥ ਜਿਹਨੂੰ ਆਪਾਂ ਕਹਿ ਦਈਦਾ, ਉਹਦੇ ਜਿੰਨੇ ਵੀ ਸੂਬੇ ਨੇ ਉਹਨਾਂ ਸਾਰੇ ਸੂਬਿਆਂ ਤੋਂ ਹੋ ਸਕਦਾ ਕਿ ਅਸੀਂ ਵੈਸੇ ਹੀ ਜਾਣੀ ਗੱਲੀ ਬਾਤੀ ਵੱਡੇ ਆਪਣੇ ਆਪ ਨੂੰ ਸਾਡੇ ਵਰਗਾ ਗਾਉਣਾ ਉਹ ਕੋਈ ਬੰਦੇ ਨੇ, ਇੱਦਾਂ ਆਮ ਹੀ ਡਾਇਲੋਗ ਹੁੰਦਾ। ਇਹ ਸਵਾਲ ਇਹ ਪੈਦਾ ਹੁੰਦਾ ਕਿ ਉਹ ਆਪਣੀ ਭਾਸ਼ਾ ਵੀ ਸਾਂਭ ਗਏ, ਉਹ ਕਾਫੀ ਹੱਦ ਤੱਕ ਆਪਣਾ ਪਾਣੀ ਵੀ ਸਾਂਭ ਗਏ, ਉਹ ਕਾਫੀ ਹੱਦ ਤੱਕ ਰੁੱਖ ਵੀ ਸਾਂਭ ਗਏ, ਉਹ ਕਾਫੀ ਹੱਦ ਤੱਕ ਜ਼ਮੀਨ ਵੀ ਸਾਂਭ ਗਏ ਆਪਣੀ ਕਿ ਭਾਈ ਅਸੀਂ ਨੂੰ ਤੰਦਰੁਸਤੀ ਰੱਖਣਾ। ਉਹਨਾਂ ਦੀ ਫਿਲਮ ਇੰਡਸਟਰੀ ਕਿੰਨੀ ਸ਼ਾਨਦਾਰ ਹੈ। ਆ ਸਾਡੀ ਫਿਲਮ ਇੰਡਸਟਰੀ ਵੀ, ਚਲੋ ਹੁਣ ਮੈਂ ਟਿੱਪਣੀ ਨਹੀਂ ਕਰਦਾ ਕਿੱਦਾਂ ਦੀ ਹੈ, ਸਾਡਾ ਪਾਣੀ ਵੀ ਕਿੱਦਾਂ ਦਾ, ਸਾਡੀ ਹਵਾ ਵੀ ਕਿੱਦਾਂ ਦੀ, ਸਾਡੀ ਭਾਸ਼ਾ ਕਿੰਨੀ ਕੁ ਸੁਰੱਖਿਅਤ ਹੈ। ਉਸ ਕਰਕੇ ਅਸੀਂ ਜੇ ਪਾਣੀ ਦੇ ਸਕੇ ਨਹੀਂ, ਭਾਸ਼ਾ ਦੇ ਸਕੇ ਨਹੀਂ, ਅਸੀਂ ਆਪਣੀ ਹਵਾ ਦੇ ਸਕੇ ਨਹੀਂ, ਅਸੀਂ ਕਹਦੇ ਸਕੇ ਆ ਦੱਸੋ। ਸੋ ਇਹ ਗੱਲਾਂ ਨੋਟ ਕਰਨ ਵਾਲੀਆਂ ਜੀ। ਵੈਸੇ ਆਪਾਂ ਟੌਰ ਟੱਪੇ ਨੂੰ ਜੀ ਸਦਕੇ ਆਖੀਏ ਵੀ ਪੰਜਾਬੀ ਬਈ ਬੱਲੇ ਬੱਲੇ ਬੱਲੇ, ਉਹ ਆਪਾਂ ਸਾਰੇ ਕਹਿ ਦਿੰਦੇ ਆ, ਵਧੀਆ ਵੀ ਲੱਗਦਾ ਚਲੋ, ਕਿਉਂਕਿ ਜਦੋਂ ਆਪਣੀ ਪਿੱਠ ਥਾਪੜਨੀ ਹੁੰਦੀ ਫਿਰ ਬੰਦੇ ਨੂੰ ਠੀਕ ਲੱਗਦਾ ਵੀ ਯਾਰ ਆਪਾਂ ਤਾਂ ਬੱਲੇ ਬੱਲੇ ਕਰਾ ਰਹੇ। ਪਰ ਬੇਨਤੀ ਹੈ ਵੀ ਜਿਹੜਾ ਸੱਚ ਹੋਵੇ, ਸੱਚ ਨੂੰ ਸੱਚ ਵੀ ਮੰਨਣਾ ਚਾਹੀਦਾ। ਹਾਂ, ਉਹਨਾਂ ਸਟੇਟਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਆ, ਉਹਨਾਂ ਨੇ ਕੀਤਾ ਵੀ ਆ। ਚਲੋ ਆਉਣ ਵਾਲੇ ਟਾਈਮ 'ਚ ਆਪਾਂ ਸਿੱਖਾਂਗੇ ਵੀ। ਪਿਛਲੇ ਦਿਨਾਂ 'ਚ ਆਪਾਂ ਉਦਾਹਰਨ ਨਹੀਂ ਦਿੰਦੇ ਸੀ MSP ਵਾਲੀ ਵੀ, ਅਗਲੇ ਨੇ ਜੇ ਸ਼ੁਰੂ ਕਰ ਲਈ ਤੇ ਕੀ ਪਤਾ ਆਪਣੀ ਵਾਲੀਆਂ ਸਰਕਾਰਾਂ ਵੀ ਕਰ ਲੈਣ। ਕਿਉਂਕਿ ਜੇ ਉਹ ਸਬਜ਼ੀਆਂ ਦੇ MSP ਦੇ ਸਕਦੇ, ਭਾਵੇਂ ਭਾਵ-ਅੰਤਰ ਸਕੀਮ ਦੇ ਤਹਿਤ ਹੀ ਦਿੰਦੇ ਆ, ਅਗਲੇ ਪੈਸਾ ਹੈਗਾ ਤੇ ਦਿੰਦੇ ਜੀ, ਤੇ ਆਪਣੇ ਵਾਲਿਆਂ ਕੋਲੇ ਹੋਊਗਾ ਤੇ ਦੇ ਦੇਣਗੇ ਵੀ। ਨਹੀਂ ਇੱਦਾਂ ਹੀ ਆ ਜੀ, ਉਹ ਹੁਣ ਪੈਸੇ ਪੂਸੇ ਇਕੱਠੇ ਕਰਨੇ ਪੈਣੇ ਆ, ਜੇ ਹੋਣਗੇ ਤਾਂ ਦੇ ਦੇਣਗੇ, ਨਹੀਂ ਤਾਂ ਫਿਰ ਮਹਾਰਾਜ ਹੀ ਆ। ਨਹੀਂ ਆਪਾਂ ਤਾਂ ਡੋਰੀ ਉੱਥੇ ਜਿੰਨੀ ਮਹਾਰਾਜ ਨੇ ਲਿਖੀ ਸੀ ਬਿਲਕੁਲ ਠੀਕ ਹੈ, ਪਰ ਮਹਾਰਾਜ ਨੇ ਮੰਨ ਲਓ ਕਿ ਆ 1 ਸਾਲ ਤੋਂ ਲੈ ਕੇ 50 ਸਾਲ ਤੱਕ ਲਿਖੀ ਸੀ, ਆਖਰੀ 40 ਸਾਲ ਉਹ ਸਾਡੇ ਕਰਕੇ ਇਹਦੇ ਬੰਦਾ ਮੰਜੇ ਤੇ ਤਾਂ ਨਹੀਂ ਰਿਹਾ। ਵੈਸੇ ਗੱਲ ਆ ਕਿ ਮਹਾਰਾਜ ਨੇ ਤਾਂ ਜਿੰਨੇ ਲਿਖੀ ਉੱਥੇ ਹੀ ਚੱਕਿਆ ਬੰਦਾ, ਪਰ ਆਖਰੀ 10 ਸਾਲ ਉਹ ਤੰਦਰੁਸਤ ਰਿਹਾ, ਵਧੀਆ ਰਿਹਾ, ਖੇਡਦਾ ਮਲਦਾ ਰਿਹਾ, ਤੁਰਦਾ ਫਿਰਦਾ ਰਿਹਾ ਕਿ ਮੰਜੇ ਨਾਲ ਚੁੰਬੜਿਆ, ਕਦੇ ਡਾਕਟਰ ਕੋ, ਕਦੇ ਗੋਲੀਆਂ ਕੋ, ਕਦੇ ਦਵਾਈ ਪੀਣ ਵਾਲੀ, ਤੇ ਕਦੇ ਉਹਦਾ BP ਚੈੱਕ ਕਰ ਲਿਆ, ਇੱਥੇ ਤੱਕ ਰਿਹਾ। ਇਹ ਤਾਂ ਸਾਡੇ ਉੱਤੇ ਨਿਰਭਰ ਕਰਦਾ। ਸੋ ਇਹ ਗੱਲਾਂ ਨੇ, ਇਹ ਨੋਟ ਕਰਨ ਵਾਲੀਆਂ, ਵਿਚਾਰਨ ਵਾਲੀਆਂ। ਚਲੋ ਆਪਾਂ ਇੱਕ ਗੱਲ ਹੋਰ ਕਰ ਲਈਏ, ਰਾਜਾ ਵੜਿੰਗ ਸਾਹਿਬ ਦੀ ਗੱਲ ਕੀਤੀ ਨਹੀਂ ਤੁਸੀਂ? ਉਹ ਨਹੀਂ, ਉਹ ਥੋੜੀ ਜਿਹੀ ਕੀਤੀ ਸੀ, ਥੋੜੀ ਜਿਹੀ ਨਹੀਂ ਕੀਤੀ। ਨਹੀਂ, ਉਹ ਥੋੜੀ ਜਿਹੀ ਨਹੀਂ ਹੈਗੀ ਗੱਲ, ਭਾਵੇਂ ਉਹਨਾਂ ਨੇ ਥੋੜਾ ਜਿਹਾ ਹੀ ਜਵਾਬ ਦਿੱਤਾ, ਪਰ ਉਹ ਜਵਾਬ ਦੇ ਵਿੱਚ ਵੀ ਜਵਾਬ ਹੀ ਦੇ ਗਏ। ਦੇਖੋ ਕਾਰਨ ਇਹ ਆ ਵੀ ਜੈਜੀਤ ਜੌਹਲ ਸਾਹਿਬ, ਮਨਪ੍ਰੀਤ ਬਾਲ ਸਾਹਿਬ ਦੇ ਰਿਸ਼ਤੇਦਾਰ ਨੇ, ਉਹਨਾਂ ਨੇ ਜਿਹੜੀ ਉਹ ਪੋਸਟ ਪਾਈ ਸੀ, ਬਾਅਦ ਉਹਨਾਂ ਨੇ ਕਿਹਾ ਕਿ ਮੇਰੇ ਆਪਣੇ ਨਿੱਜੀ ਵਿਚਾਰ ਨੇ ਵੀ ਕਾਰਨ ਇਹ ਆ ਵੀ ਹੁਣ ਜਿਹੜੇ ਬੰਦੇ ਕਾਂਗਰਸ ਪਾਰਟੀ ਦੇ ਖਿਲਾਫ ਕੰਮ ਕਰਦੇ ਰਹੇ, ਉਹਦੇ ਹੀ ਕੈਂਡੀਡੇਟਸ ਨੂੰ ਹਰਾਉਣ ਦੀਆਂ ਗੱਲਾਂ ਕਰਦੇ ਰਹੇ, ਉਹਨਾਂ ਨੂੰ ਤੁਸੀਂ ਪ੍ਰਧਾਨਗੀਆਂ ਨਵਾਜ਼ ਦਿੱਤੀਆਂ, ਤੇ ਇਹ ਤੇ ਕੋਈ ਗੱਲ ਠੀਕ ਬਣਦੀ ਨਹੀਂ ਕਿਸੇ ਪਾਸੇ। ਹੁਣ ਉਹਦਾ ਜਵਾਬ ਜਦੋਂ ਪੱਤਰਕਾਰ ਭਾਈਚਾਰੇ ਨੇ ਪੁੱਛ ਲਿਆ ਰਾਜਾ ਵੜਿੰਗ ਸਾਹਿਬ ਨੂੰ ਵੀ ਮਹਾਰਾਜ ਉਹਨਾਂ ਬਾਰੇ ਕੀ ਕਹਿੰਦੇ ਹੋ, ਉਹ ਫਿਰ ਗੱਲ ਗੋਲ ਜੀ ਕਰਦੇ। ਉਹ ਕਹਿੰਦੇ ਦੇਖੋ ਇੱਦਾਂ ਨਹੀਂ ਮੈਂ ਕੁਛ ਵੀ ਕਹਾਂਗਾ, ਕਿਉਂਕਿ ਨਾ ਤੇ ਉਹਨਾਂ ਕੋਲ ਕੋਈ ਅਹੁਦਾ ਤੇ ਨਾ ਉਹ ਕਾਂਗਰਸ ਪਾਰਟੀ 'ਚ ਨੇ। ਹਾਂ, ਉਹ ਰਿਸ਼ਤੇਦਾਰ ਨੇ ਕਹਿੰਦੇ, ਤੇ ਹੁਣ ਕਹਿੰਦੇ ਰਿਸ਼ਤੇਦਾਰਾਂ ਬਾਰੇ ਤੇ ਮੈਂ ਨਹੀਂ ਕੁਛ ਵੀ ਕਹਿਣਾ ਚਾਹੁੰਦਾ, ਉਹ ਉਹਨਾਂ ਦੇ ਆਪਣੇ ਵਿਚਾਰ ਹੋ ਸਕਦੇ ਆ, ਪਾਰਟੀ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ। ਮਤਲਬ ਜਿਸ ਹਿਸਾਬ ਨਾਲ ਉਹਨਾਂ ਨੇ ਰਿਸ਼ਤੇਦਾਰ ਸ਼ਬਦ ਕਰਕੇ ਤੇ ਉਹਨਾਂ ਨੂੰ ਲਾਂਭੇ ਕਰ ਦਿੱਤਾ, ਇਹਨੂੰ ਲਾ ਕੇ ਸਿੱਟਣਾ ਕਹਿੰਦੇ ਆ। ਕੀਤਾ ਤੇ ਇਦਾਂ ਹੀ, ਨਾ ਕੀਤਾ ਤੇ ਇਦਾਂ ਹੀ ਆ ਕਿ ਨਹੀਂ ਭਾਈ ਨਾ ਐਡੀ ਦੂਰ ਦੀ ਰਿਸ਼ਤੇਦਾਰੀ ਅਸੀਂ ਨਹੀਂ ਸੱਦਣੇ। ਆਮ ਤੌਰ ਤੇ ਵਿਆਹਾਂ ਸ਼ਾਦੀਆਂ ਦੇ ਕਾਰਡ ਕੂਡ ਦੇਣੇ ਹੁਣ ਨਾ, ਪਰਿਵਾਰ ਦੇ ਇੱਦਾਂ ਜੀ ਬੈਠੇ ਹੁੰਦੇ ਆ, ਇੱਕ ਜੀ ਕਵੇ ਜੀ ਉਹਨਾਂ ਨੂੰ ਵੀ ਸੱਦ ਲਓ ਨਾ। ਹੁਣ ਤੀਜੇ ਪਾਸੇ ਦੀਆਂ ਰਿਸ਼ਤੇਦਾਰੀਆਂ ਕਿੱਥੇ ਨਾ, ਕਿੰਨੀ ਕੁ ਦੇਰ ਵਰਤਾਂਗੇ, ਹੁਣ ਵਰਤ ਲਿਆ ਜਿਹਨਾਂ ਨੇ ਵਰਤਣ, ਰਹਿਣ ਦਿਓ ਤੂੰ, ਉਹ ਹੁੰਦਾ ਲਾਗ ਸਿੱਟਣਾ। ਕਿਉਂ ਗੱਲ ਤਾਂ ਕੋਈ ਹੋਰ ਹੁੰਦੀ ਆ ਵਿੱਚੋਂ, ਇੰਨੀ ਜ਼ਿਆਦਾ ਨਹੀਂ ਹੁੰਦੀ। ਇੱਦਾਂ ਹੀ ਜਦੋਂ ਨੇ ਕਿਹਾ ਕਿ ਗਾਂਹ ਰਿਸ਼ਤੇਦਾਰ ਨੇ ਉਹ, ਹੁਣ ਠੀਕ ਹੈ ਭਾਈ ਗਾਂਹ ਰਿਸ਼ਤੇਦਾਰ ਨੇ, ਉਹਨਾਂ ਦਾ ਜਵਾਬ ਤੁਸੀਂ ਨਹੀਂ ਦੇਣਾ, ਪਰ ਅਸੀਂ ਫੇਰ ਕਹਿੰਦੇ ਆ ਕਿ ਦੇਸ਼ ਦੇ ਵਿੱਚ ਸਭ ਤੋਂ ਵੱਡੀ ਵਿਰੋਧੀ ਧਿਰ ਕਾਂਗਰਸ ਹੈ।
ਪੰਜਾਬ ਦੇ ਵਿੱਚ ਵਿਰੋਧੀ ਧਿਰ ਕਾਂਗਰਸ ਹੈ। ਦੇਸ਼ ਦੇ ਲਈ ਵੀ ਤੇ ਪੰਜਾਬ ਦੇ ਲਈ ਵੀ ਕਾਂਗਰਸ ਦਾ ਵਿਰੋਧੀ ਧਿਰ ਹੋਣ ਕਰਕੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਜੇ ਆਹੀ ਹਾਲਾਤ ਰਹੇ, ਤੁਸੀਂ ਇਹ ਦੇਖੋ ਨਾ ਕਿ ਦੇਸ਼ 'ਚ ਵੀ ਉਹੀ ਕੰਮ ਚੱਲਦਾ, ਸੂਬੇ 'ਚ ਵੀ ਅੰਦਰਲੀ ਲੜਾਈ ਤੋਂ ਬਾਹਰ ਨਿਕਲਣਗੇ ਤਾਂ ਕਿਤੇ ਸਰਕਾਰ ਦੇ ਉੱਤੇ ਟੀਕਾ ਟਿੱਪਣੀ ਕਰਨਗੇ। ਕੱਲਾ ਮੰਗ ਪੱਤਰ ਦੇਣ ਨਾਲ ਥੋੜੀ ਕੁਝ ਹੋਣਾ। ਆਪਣੇ ਪੰਜਾਬ ਦੇ ਵਿੱਚ ਸਿੱਧੂ ਸਾਹਿਬ ਦਾ ਰਸਤਾ ਅੱਡ ਹੈ, ਪਤਾ ਨਹੀਂ ਕਦੋਂ ਨੋਟਿਸ ਆ ਜਾਣਾ। ਜਾਖੜ ਸਾਹਿਬ ਛੱਡ ਗਏ, ਕਈ ਹੋਰ ਬੰਦੇ ਤਿਆਰੀ 'ਚ ਨੇ। ਉਧਰਲੇ ਪਾਸੇ ਦੇਸ਼ ਦੇ ਵਿੱਚ ਕੀ ਚੱਲੀ ਜਾਂਦਾ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਦੇਖਿਆ ਕਿ ਉੱਤਰ ਪ੍ਰਦੇਸ਼ ਤੇ ਕਈ ਲੀਡਰ ਛੱਡ ਗਿਆ ਸੀ। ਮੱਧ ਪ੍ਰਦੇਸ਼ ਦੇ ਵਿੱਚੋਂ ਜੋਤਿਰਾਦਿੱਤਿਆ ਸਿੰਧੀਆ ਛੱਡ ਗਿਆ, ਕੇਂਦਰ ਸਰਕਾਰ 'ਚ ਆ ਕੇ ਮਿਨਿਸਟਰ ਬਣ ਗਿਆ। ਭਾਜਪਾ ਦੇ ਵਿੱਚ ਤਾਂ ਸਰਕਾਰ ਕਾਂਗਰਸ ਦੀ ਟੁੱਟ ਗਈ। ਹੁਣ ਗੁਜਰਾਤ ਦੇ ਵਿੱਚ 6 ਮਹੀਨੇ ਬਾਅਦ ਚੋਣਾਂ ਨੇ। ਜੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਚਿੰਤਨ ਸ਼ਿਵਰ ਦੇ ਵਿੱਚ ਵੀ ਚਿੰਤਨ ਨਹੀਂ ਮੈਨੂੰ ਲੱਗਦਾ ਕਰ ਸਕੀ। ਹਾਰਦਿਕ ਪਟੇਲ ਸੂਬੇ ਦਾ ਕਾਰਜਕਾਰੀ ਪ੍ਰਧਾਨ, ਪਾਰਟੀਦਾਰ ਭਾਈਚਾਰੇ ਦਾ ਲੀਡਰ, ਤੇ ਕਾਂਗਰਸ ਪਾਰਟੀ ਉਹਨੂੰ ਨਾਲ ਜੋੜ ਕੇ ਉਭਾਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਸਾਰੀਆਂ ਪਾਰਟੀਦਾਰ ਭਾਈਚਾਰੇ ਦੀਆਂ ਵੋਟਾਂ ਆਪਾਂ ਨੂੰ ਪੈ ਜਾਣੀਆਂ, ਲੈ ਆਓ ਬੰਦੇ ਨੂੰ। 2 ਸਾਲਾਂ ਦੇ ਵਿੱਚ ਹੀ ਸੂਬੇ ਦਾ ਕਾਰਜਕਾਰੀ ਪ੍ਰਧਾਨ ਬਣਾਤਾ। ਉਹ ਬੰਦਾ ਪਿਛਲੇ ਦਿਨਾਂ ਦਾ ਗੁੱਸੇ ਹੋਇਆ ਸੀ ਤੇ ਹੁਣ ਬੀਬੀ ਸੋਨੀਆ ਗਾਂਧੀ ਨੂੰ ਐਡੀ ਲੰਮੀ ਚਿੱਠੀ ਲਿਖ ਕੇ ਜਿਹੜਾ ਉਹ ਅਸਤੀਫਾ ਦੇ ਗਿਆ। ਲਿਖਿਆ ਪਤਾ ਕੀ? ਉਹ ਕਹਿੰਦੇ ਜੀ ਦੇਖੋ ਤੁਸੀਂ ਸੁਹਿਰਦੀ ਨਹੀਂ, ਆ ਸੂਬੇ ਦੇ ਕਾਂਗਰਸੀ ਲੀਡਰ ਮੈਨੂੰ ਨਹੀਂ ਉੱਠਣ ਦਿੰਦੇ, ਮੈਂ ਦਿੱਲੀ ਨੂੰ ਤੁਹਾਡੇ ਕੋਲ ਆਉਣਾ, ਆ ਕੇ ਆਪਣਾ ਦੁੱਖੜਾ ਸੁਣਾਉਣਾ ਕਿ ਆਪਾਂ ਸੂਬੇ ਦੇ ਵਿੱਚ ਕਾਂਗਰਸ ਨੂੰ ਐ ਅੱਗੇ ਲਿਜਾਈਏ। ਉਹ ਬੰਦੇ ਨੇ 2 ਸ਼ਬਦ ਵਰਤੇ। ਉਹ ਕਹਿੰਦੇ ਜੀ ਕਾਂਗਰਸ ਦੇ ਹਾਈ ਕਮਾਂਡ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਸਾਰਾ ਧਿਆਨ ਕਹਿੰਦੇ ਚਿਕਨ ਸੈਂਡਵਿਚ ਖਾਣ 'ਚ ਹੁੰਦਾ। ਧਿਆਨ ਹੀ ਉਧਰ ਆ, ਜਾਂ ਟੈਲੀਫੋਨ ਦੇ ਉੱਤੇ ਲੱਗੇ ਨਹੀਂ ਤੇ ਆਏ ਗਏ ਬੰਦੇ ਦੀ ਗੱਲ ਤਾਂ ਸੁਣਦੇ ਹੀ ਨਹੀਂ। ਜਦੋਂ ਉਹਨਾਂ ਨੇ ਚਿਕਨ ਸੈਂਡਵਿਚ ਕਹਿ ਦਿੱਤਾ ਉਹ ਵੀ ਹਾਈ ਕਮਾਂਡ ਨੂੰ, ਤੇ ਜਾਖੜ ਸਾਹਿਬ ਨੇ ਪਿਛਲੇ ਦਿਨੀ ਕੀ ਕਿਹਾ ਸੀ ਕਿ ਚਾਪਲੂਸਾਂ ਦੇ ਨਾਲ ਘਿਰੇ ਹੋ ਆ। ਕੁਝ ਲੋਕ ਨੇ ਇਦਾਂ ਦੇ ਜਿਹੜੇ ਹਾਈ ਕਮਾਂਡ ਨੂੰ ਕੁਝ ਸੁਣ ਨਹੀਂ ਦਿੰਦੇ। ਬੀਬੀ ਸੋਨੀਆ ਗਾਂਧੀ ਦਾ ਜ਼ਿਕਰ ਹੀ ਇਹਨਾਂ ਨੇ ਕੀਤਾ ਸੀ। ਬੀਬੀ ਸੋਨੀਆ ਗਾਂਧੀ ਨੂੰ ਚਿੱਠੀ ਉਹਨਾਂ ਨੇ ਲਿਖੀ ਹੈ ਤੇ ਰਹਿੰਦਾ ਖੁੰਦਾ ਚਿੱਬ ਜਿਹੜਾ ਉਹ ਹਾਰਦਿਕ ਪਟੇਲ ਇਹ ਕਹਿ ਕੇ ਕੱਢ ਗਿਆ, ਕਹਿੰਦੇ ਜੀ 15 ਦਿਨ ਪਹਿਲਾਂ ਰਾਹੁਲ ਗਾਂਧੀ ਨੂੰ ਮਿਲਿਆ ਸੀ, ਸਾਰਾ ਦੁੱਖੜਾ ਦੱਸਿਆ, ਅੱਜ ਤੱਕ ਜਵਾਬ ਹੀ ਕੋਈ ਨਹੀਂ ਆਇਆ। ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਜੇ ਇਦਾਂ ਹੀ ਲੀਡਰ ਇੱਕ ਇੱਕ ਕਰਕੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਛੱਡ ਕੇ ਜਾਂਦੇ ਰਹਿ, ਕਿਤੇ ਇਹ ਨਾ ਹੋਵੇ ਕਿ ਮੁਕਾਬਲਾ ਭਾਰਤੀ ਜਨਤਾ ਪਾਰਟੀ ਦਾ ਕਾਂਗਰਸ ਦੀ ਥਾਂ ਗੁਜਰਾਤ ਦੇ ਵਿੱਚ ਕਿਸੇ ਹੋਰ ਨੇ ਹੋ ਜਾ। ਮੈਂ ਨਾਂ ਨਹੀਂ ਲੈਂਦਾ ਪਾਰਟੀ ਦਾ। ਇੱਕ ਵੈਸੇ ਇੱਕ ਗੱਲ ਹੈ ਬਾਟ ਸਾਹਿਬ, ਵੀ ਆਮ ਆਪਾਂ ਕਈ ਵਾਰ ਦੇਖਦੇ ਨਾ ਵੀ ਕੋਈ ਬੰਦਾ ਇੱਕ ਕੰਮ ਕਰਦਾ ਆਉਂਦਾ, ਫਿਰ ਪੀੜ੍ਹੀਆਂ ਤੋਂ ਕੰਮ ਚੱਲਦਾ, ਉਹ ਕਹਿੰਦੇ ਦਾਦਾ ਜੀ ਵੀ ਕਰਦੇ ਸੀ, ਫਿਰ ਪਾਪਾ ਹੀ ਕਰਨ ਲੱਗ ਪਏ, ਫਿਰ ਹੁਣ ਗਾਂ ਮੁੰਡਿਆਂ ਨੇ ਸਾਂਭਿਆ, ਫਿਰ ਅਚਾਨਕ ਉਹਦੇ 'ਚੋਂ ਪਤਾ ਲੱਗਾ ਵੀ ਉਹ ਕਹਿੰਦੇ ਵੀ ਨਹੀਂ ਯਾਰ ਹੁਣ ਮੁੰਡਿਆਂ ਦਾ ਨਾ ਬਹੁਤਾ ਧਿਆਨ ਹੈ, ਸਾਂਭ ਨਹੀਂ ਹੋਇਆ ਕੰਮ। ਉਹਨਾਂ ਨੇ ਆਖਿਆ ਵੀ ਨਹੀਂ ਯਾਰ ਛੱਡੋ ਖੜਾ, ਆਪਾਂ ਦੁਕਾਨ ਹੁਣ ਖਾਲੀ ਹੋ ਗਈ ਦੁਕਾਨ, ਸੌਦਾ ਹੈ ਹੀ ਨਹੀਂ। ਆ ਪੁਰਾਣੀ ਦੁਕਾਨ ਹੈ ਯਾਰ, ਉਹ ਮਤਲਬ ਨਾ ਉੱਥੇ ਗਾਹਕ ਆਵੇ, ਗਲੀ ਉੱਚੀ ਹੋ ਗਈ, ਦੁਕਾਨ ਨੀਵੀਂ ਹੋ ਗਈ ਹੈ, ਸੌਦਾ ਉੱਥੇ ਆਉਂਦਾ ਕੋਈ ਨਹੀਂ, ਉਹ ਪਿੱਛੇ ਮੌਲ ਬਣ ਗਿਆ, ਗਾਹਕ ਉੱਥੋਂ ਹੀ ਮੁੜ ਜਾਂਦਾ। ਉਹ ਹੌਲੀ ਹੌਲੀ ਫਿਰ ਉਹਨਾਂ ਨੂੰ ਲੱਗਦਾ ਵੀ ਨਹੀਂ ਯਾਰ ਛੱਡੋ ਕੋਈ ਹੋਰ ਕੰਮ ਕਰਦੇ। ਵੀ ਜੇ ਤੇ ਕੁਛ ਇੱਦਾਂ ਜੇ ਦੀ ਗੱਲਬਾਤ ਹੋ ਗਈ ਤੇ ਇਹ ਵੀ ਜ਼ਰੂਰ ਚੈੱਕ ਕਰ ਲਿਆ ਜਾਵੇ, ਕਿਉਂਕਿ ਬੰਦਾ ਤੇ ਬੰਦੇ ਯਾਰ, ਜੇ ਦੂਸਰੇ ਬੰਦੇ ਦੇ ਆਮ ਸਧਾਰਨ ਕਾਰੋਬਾਰੀ ਦੇ ਦਿਮਾਗ 'ਚ ਆ ਸਕਦਾ ਤੇ ਲੀਡਰ ਦੇ ਦਿਮਾਗ 'ਚ ਵੀ ਆ ਸਕਦਾ ਨਾ ਵੀ ਯਾਰ ਮੈਂ ਨਹੀਂ ਹੁਣ ਇਹ ਕੰਮ ਕਰਨਾ, ਛੱਡੋ ਤੁਸੀਂ ਚਲਾ ਲਓ। ਜੇ ਤੇ ਇਹੋ ਜਿਹੀ ਗੱਲਬਾਤ ਹੈ ਤੇ ਮੇਰੇ ਖਿਆਲ ਨਾਲ ਇਹ ਵੀ ਜ਼ਰੂਰ ਕਾਂਗਰਸ ਪਾਰਟੀ ਕਲੀਅਰ ਕਰ ਲੇ, ਕਿਉਂਕਿ ਪਾਰਟੀ ਨੇ ਤੇ ਰਹਿਣਾ ਹੀ ਆ ਜੀ। ਸਾਨੂੰ ਚਲਾਉਣ ਵਾਲੀ ਲੀਡਰਸ਼ਿਪ ਬਦਲੀ ਜਾ ਸਕਦੀ ਵੀ ਯਾਰ ਜੇ ਤੁਸੀਂ ਨਹੀਂ ਤੇ ਤੁਸੀਂ ਆਪਣੇ 2 ਬੰਦੇ ਆ ਅੱਗੇ ਲਾ ਦਿਓ, ਪ੍ਰਧਾਨ ਨਵਾਂ ਬਣਾ ਲਓ, ਤੁਸੀਂ ਨਵੇਂ ਸਿਰੋਂ ਸ਼ੁਰੂਆਤ ਕਰ ਲਓ, ਕੁਛ ਜਿਹੜੀਆਂ ਚੇਂਜਸ ਕਰਨ ਵਾਲੀਆਂ ਉਹ ਕਰ ਲਓ। ਹਾਂ ਜੇ ਆਪਾਂ ਨੂੰ ਇਹ ਜਾਪਦਾ ਵੀ ਯਾਰ ਇਹ ਖਲਾਰਾ ਹੀ ਇੰਨਾ ਜ਼ਿਆਦਾ ਪੈ ਗਿਆ, ਫਿਰ ਜ਼ਰੂਰ ਪਿਛਲੇ ਪਾਸੇ ਜਾ ਕੇ ਝਾਤੀ ਮਾਰਨ ਦੀ ਲੋੜ ਆ ਵੀ ਇਹ ਐਸੀ ਬਿਮਾਰੀ ਹੈ। ਹਰਿਆਣੇ 'ਚ ਗੱਲ ਚੱਲੇ ਉਹ ਕਹਿੰਦੇ ਜੀ ਨਿੱਜੀ ਧੜੇ ਨੇ, ਹਿਮਾਚਲ 'ਚ ਗੱਲ ਚੱਲੇ ਨਿੱਜੀ ਧੜੇ ਨੇ, ਉੱਤਰ ਪ੍ਰਦੇਸ਼ ਨਿੱਜੀ ਧੜੇ ਨੇ, ਗੁਜਰਾਤ 'ਚ ਨਿੱਜੀ ਧੜੇ ਨੇ, ਰਾਜਸਥਾਨ 'ਚ ਨਿੱਜੀ ਧੜੇ ਆਪਾਂ ਗੱਲ ਕਰਾਂ, MP 'ਚ ਨਿੱਜੀ ਧੜਿਆਂ ਕਰਕੇ ਅੱਡ ਹੋਇਆ ਕੰਮ, ਪੰਜਾਬ ਵਾਲੇ ਨਿੱਜੀ ਧੜੇ ਦੇ ਸਾਰਿਆਂ ਨੂੰ ਪਤਾ। ਇਹ ਇੱਕੋ ਹੀ ਪ੍ਰੋਬਲਮ ਸਾਰੀਆਂ ਸਟੇਟਾਂ 'ਚ ਕਿਉਂ ਹੋ ਗਈ? ਸ਼ੁਰੂ ਤੇ ਕਿਤੇ ਉਹਨੂੰ ਕਿਤੇ ਹੋਈ ਹੋਊਗੀ ਕਿ ਨਹੀਂ? ਸੰਧਾਲੀਆ ਸਾਹਿਬ ਬਹੁਤ ਧਿਆਨ ਰੱਖਣਾ ਪਊਗਾ। ਇੱਕ ਨਾ ਇਹ ਚਿੰਤਨ ਬੈਠਕ ਜਾਂ ਚਿੰਤਨ ਸ਼ਿਵਰ ਦਾ ਨਾਂ ਦਿੱਤਾ ਸੀ ਇਹਨਾਂ ਨੇ, ਉਹ ਗਾਂਧੀ ਪਰਿਵਾਰ ਤੇ ਕਰਨ ਬਾਕੀ ਕਾਂਗਰਸੀ ਲੀਡਰ ਇਕੱਠੇ ਹੋ ਗਏ ਕਿ ਭਾਈ ਕਿਤੇ ਇਹੀ ਤਾਂ ਨਹੀਂ ਚਿੰਤਾ, ਆਪਰੇਸ਼ਨ ਕਿਤੇ ਹੋਰ ਕਰੀ ਜਾਂਦੇ ਆ, ਅਸੀਂ ਨਹੀਂ ਕਹਿੰਦੇ ਉਹਨਾਂ ਨੂੰ ਬਾਹਰ ਕੱਢੋ ਨਾ। ਤੁਸੀਂ ਇਹ ਦੇਖੋ ਫੈਸਲੇ ਉਹ ਲੈਂਦੇ ਆ, ਕਿਸੇ ਨੂੰ ਪ੍ਰਧਾਨ ਬਣਾ ਦੇਣਾ, ਮੁੜ ਕੇ ਅਗਲੇ ਨੇ ਚਲੇ ਜਾਣਾ ਜਾਂ ਆਪ ਕੱਢ ਦੇਣਾ, ਯਾਨੀ ਕਿਤੇ ਨਾ ਕਿਤੇ ਮਿਸਮੈਚ ਆ ਕੋਈ। ਹਰਿਆਣੇ ਦੇ ਵਿੱਚ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ ਸੀ ਇੱਕ ਵਾਰੀ ਅਸ਼ੋਕ ਤੰਵਰ ਨੂੰ, ਉਹ ਬੰਦਾ ਪ੍ਰਧਾਨ ਰਿਹਾ 2-3 ਸਾਲ। ਜਦੋਂ ਪ੍ਰਧਾਨ ਰਿਹਾ ਤੇ ਜਦੋਂ ਪ੍ਰਧਾਨਗੀ ਤੋਂ ਲਿੱਥਾ ਤਾਂ ਪਾਰਟੀ ਛੱਡ ਕੇ ਗਿਆ। ਨਹੀਂ ਤਾਂ ਭਾਰਤ ਦੀ ਕਿਹੜੀ ਸਿਆਸੀ ਪਾਰਟੀ ਹੈ ਜਿਹਦੇ ਵਿੱਚ ਤੁਸੀਂ ਕਿਸੇ ਬੰਦੇ ਨੂੰ ਪਹਿਲਾਂ ਸਿਖਰ ਤੇ ਲੈ ਜਾਂਦੇ ਹੋ, ਮੁੜ ਕੇ ਥੋੜਾ ਰਹਿੰਦਾ ਹੀ ਨਹੀਂ। ਫਿਰ ਕੁਮਾਰੀ ਸ਼ੈਲਜਾ ਨੂੰ ਪ੍ਰਧਾਨ ਬਣਾਤਾ ਹਰਿਆਣਾ ਕਾਂਗਰਸ ਦਾ ਹਾਈਕਮਾਂਡ ਨੇ ਬਣਾਇਆ। ਉਹ ਬੀਬੀ ਨੂੰ ਪਿੱਛੇ ਜਿਹਾ ਕਾਂਗਰਸ ਪਾਰਟੀ ਤੋਂ ਜਿਹੜਾ ਹਾਈਕਮਾਂਡ ਨੇ ਪ੍ਰਧਾਨਗੀ ਤੋਂ ਲਾਇਆ, ਤੇ ਉਸ ਬੀਬੀ ਦਾ ਬਿਆਨ ਪਤਾ ਕੀ ਸੀ? ਕਹਿੰਦੇ ਜੀ 2-3 ਵਾਰੀ ਲਿਸਟਾਂ ਬਣਾ ਕੇ ਭੇਜੀਆਂ, ਸੰਗਠਨ ਹੀ ਨਹੀਂ ਬਣਾਉਣ ਦਿੱਤਾ। ਯਾਰ ਪ੍ਰਧਾਨ ਬਣਾਉਣੇ, ਅਗਲੇ ਨੂੰ ਜ਼ਿਲ੍ਹਾ ਪ੍ਰਧਾਨ ਲਾਉਣ ਦਿਓ, ਕੰਮ ਤਾਂ ਕਰਨ ਦਿਓ। ਆ ਸਿੱਧੂ ਸਾਹਿਬ ਨੇ ਕੀ ਕਿਹਾ ਸੀ ਜਦੋਂ ਪ੍ਰਧਾਨਗੀ ਤੋਂ ਲਾਏ ਆ? ਉਹ ਕਹਿੰਦੇ ਲਿਸਟਾਂ ਬਣਾ ਭੇਜਦੇ ਰਹੇ ਆ ਤੇ ਮੈਨੂੰ ਕਹਿੰਦੇ ਰਹੇ ਇਹ ਤਾਂ ਪ੍ਰਵਾਨ ਨਹੀਂ ਹੋਣੇ, ਇੰਚਾਰਜ ਸਾਹਿਬ ਲਾਉਣਗੇ।
ਤੁਸੀਂ ਇਹ ਦੇਖੋ ਕਿ ਪ੍ਰਧਾਨ ਬਣਾਇਆ ਸੀ ਰਾਜਸਥਾਨ ਦੇ ਵਿੱਚ ਸਚਿਨ ਪਾਇਲਟ, ਇਲੈਕਸ਼ਨ ਅਜੇ ਹੋਣੀ ਸੀ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਉਹ ਬੰਦੇ ਨੇ ਕਾਂਗਰਸ ਪਾਰਟੀ ਨੂੰ ਤੋਰਿਆ ਵੀ, ਜਿਤਾਇਆ ਵੀ, ਮੁੱਖ ਮੰਤਰੀ ਅਸ਼ੋਕ ਗਹਿਲੋਤ ਬਣਾਤਾ ਕਿ ਇਹ ਜੇ ਨਿਆਣਾ ਹੈ। ਉਹ ਕਾਂਗਰਸ ਪਾਰਟੀ ਦਾ ਸੂਬਾ ਪ੍ਰਧਾਨ ਸੀ, ਉਹ ਬੰਦੇ ਆਪਣੇ ਲੈ ਕੇ ਜਾ ਕੇ ਹਰਿਆਣੇ 'ਚ ਬਹਿ ਗਿਆ। ਹਾਲਾਂਕਿ ਚਲੋ ਉਹਨੂੰ ਵਾਪਸ ਆਉਣਾ ਪਿਆ, ਪਰ ਪਤਾ ਤਾਂ ਲੱਗ ਗਿਆ ਨਾ ਕਿ ਭਾਈ ਕਹਾਣੀ ਹੋਰ ਤਰੀਕੇ ਆ। ਇਦਾਂ ਹੀ ਜੋਤਰੇ ਦਿੱਤੀ ਸਿੰਧੀਆ, ਉਹਨੂੰ ਵੀ ਸਿਖਰ ਲਾ ਅਹੁਦਾ ਦਿੱਤਾ, ਬੰਦਾ ਉਹ ਵੀ ਅੰਦਰ ਨਾ ਰਿਹਾ। ਇਦਾਂ ਹੀ ਹੁਣ ਉਧਰਲੇ ਪਾਸੇ ਆ ਜਾਖੜ ਸਾਹਿਬ ਸੀਗੇ, ਪ੍ਰਧਾਨ ਹੀ ਸੇ ਰਹੇ ਨਾ ਪਹਿਲਾਂ, ਉਧਰਲੇ ਪਾਸੇ ਹੁਣ ਆਪ ਹਾਰਦਿਕ ਪਟੇਲ ਦੀ ਨੇ। ਕਿਤੇ ਨਾ ਇਹ ਬਿਮਾਰੀ ਜਿਹੜੀ ਹੈ ਉਹ ਜ਼ਖਮ ਡੂੰਘਾ ਹੁੰਦਾ, ਉਹਨੂੰ ਮਾੜਾ ਜਿਹਾ ਥੋੜ੍ਹਾ ਜਿਹਾ ਖੁਰਚ ਖਰਚ ਕੇ ਉਹਦੇ ਵਿੱਚ ਦਵਾਈ ਭਰ ਕੇ ਉਹਦਾ ਜ਼ਖਮ ਸਾਫ਼ ਕਰਕੇ ਪੱਟੀ ਫੇਰ ਕਰਨੀ ਹੁੰਦੀ ਹੈ। ਲੱਗਦਾ ਕਾਂਗਰਸ ਹਾਈ ਕਮਾਂਡ ਦੇ ਕੋਲੇ ਉਹ ਜ਼ਖਮ ਲੈ ਕੇ ਜਾਂਦੇ ਆ, ਉਹ ਲਹੂ ਵੀ ਨਹੀਂ ਪੂੰਝਦੇ ਉੱਪਰੋਂ, ਉਹ ਪਾਉਂਦੇ ਨਹੀਂ ਹਾਈਡਰੋਜਨ ਜੀ ਕਿ ਜਿਹਨਾਂ ਉਹ ਭਾਵ ਜੀ ਨਿਕਲਦੀ ਹੁੰਦੀ ਉੱਪਰ ਨੂੰ, ਬੁਲਬੁਲੇ ਜਿਹੇ ਨਿਕਲਦੇ ਹੁੰਦੇ ਕਿ ਭਾਈ ਇਹਦੇ ਵਿੱਚੋਂ ਬੈਕਟੀਰੀਆ ਜਾਂ ਮਰ ਜਾਵੇ ਸਾਰਾ, ਉਦੋਂ ਹੀ ਪੱਟੀ ਕਰ ਦਿੰਦੇ ਅਗਲੇ। ਜਦੋਂ ਪੱਟੀ ਖੋਲਦੇ ਉੱਤੇ ਕੰਮ ਹੋ ਰਿਹਾ ਹੁੰਦਾ, ਉਹ ਕਹਿੰਦੇ ਹੁਣ ਲੱਤ ਵੱਢਣੀ ਪੈਣੀ ਆ। ਨਹੀਂ ਪਰ ਮੈਨੂੰ ਆਇਆ ਇੱਦਾਂ ਵੀ ਨਹੀਂ ਲੱਗਦਾ, ਤੁਸੀਂ ਤੇ ਵਾਹਵਾ ਦੱਸਿਆ। ਉਹ ਕਹਿੰਦਾ ਡਾਕਟਰ ਸਾਹਿਬ ਉਹ ਅੰਦਰ ਬੈਠੇ ਆ, ਕਹਿੰਦੇ ਯਾਰ ਇਥੋਂ ਕਰਾ ਲਓ ਪੱਟੀ, ਬਾਹਰੋਂ ਮੁੰਡਾ ਆਪਣਾ ਕੋਈ ਵਾਗ ਬੈ ਰਿਹਾ, ਉਹ ਵੀ ਕਹਿੰਦਾ ਕੋਈ ਨਹੀਂ ਕਰ ਲਓ, ਤੁਸੀਂ ਇੱਥੇ ਪਈ ਵਲੇਟ ਲਓ, ਜੇ ਗੰਢ ਨਾ ਦਿੱਤੀ ਗਈ ਫਿਰ ਲੈ ਲਿਓ, ਪੁੱਛ ਲਿਓ, ਨਹੀਂ ਪਤਾ ਲੱਗਾ। ਚਲੋ ਖੈਰ ਅਗਲਿਆਂ ਦੀ ਪਾਰਟੀ ਹੈ ਬਈ, ਅਗਲਿਆਂ ਦੀ ਸਿਆਸਤ ਅਗਲੇ ਜੀ ਸਦਕੇ ਕਰਨ, ਪਰ ਕਾਰਨ ਇਹ ਆ, ਅਸੀਂ ਵਾਰ-ਵਾਰ ਬੇਨਤੀ ਕਿਉਂ ਕਰਦੇ ਹਾਂ, ਚਾਹੇ ਕੋਈ ਵੀ ਪਾਰਟੀ ਹੈ ਜਿਹੜੀ ਇਸ ਵਕਤ ਸੱਤਾ 'ਚ ਆ ਜਾਂ ਸੱਤਾ ਤੋਂ ਬਾਹਰ ਆ, ਉਸ ਪਾਰਟੀ ਦੀ ਐਗਜ਼ਿਸਟੈਂਸ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਪੋਲੀਟੀਕਲ ਪਾਰਟੀਆਂ ਆਪਣੀ ਆਪਣੀ ਥਾਂ ਦੇ ਉੱਪਰ ਨਿੱਘਰ ਰਹਿਣਗੀਆਂ, ਉਹਨਾਂ ਦੀ ਆਈਡੀਓਲੋਜੀ ਵੱਖੋ ਵੱਖਰੀ ਹੈ। ਆਈਡੀਓਲੋਜੀ ਵੱਖੋ ਵੱਖਰੀ ਤਾਂ ਆ ਵੀ ਕਿਉਂਕਿ ਉਹਨਾਂ ਦੇ ਨਾਲ ਜੁੜਿਆ ਹੋਇਆ ਵੋਟਰ ਆ, ਉਹਨਾਂ ਦੀਆਂ ਪਾਲਿਸੀਆਂ ਨੇ, ਕੁਛ ਇੱਕ ਨੇ ਸੱਤਾ ਸੰਭਾਲੀ, ਹੰਡਾਈ, ਪਾਲਿਸੀਆਂ ਬਣਾਈਆਂ, ਨੀਤੀਆਂ ਬਣਾਈਆਂ, ਅੱਗੇ ਤੋਰਿਆ ਮੁਲਕ ਨੂੰ, ਸਟੇਟ ਨੂੰ, ਠੀਕ ਆ। ਉਸ ਤੋਂ ਬਾਅਦ ਕੁਛ ਕਾਰਨਾਂ ਕਰਕੇ ਉਹ ਪਿੱਛੇ ਹੋ ਗਏ, ਫਿਰ ਅਗਲਿਆਂ ਦੀ ਵਾਰੀ ਆ ਗਈ। ਲੋਕਾਂ ਸਾਰਿਆਂ ਨੂੰ ਵੇਖਿਆ, ਹੁਣ ਵਾਲੇ ਜਿਹੜੇ ਨੇ ਉਹ ਆਪਣੇ ਹਿਸਾਬ ਨਾਲ ਚਲਾ ਰਹੇ ਆ। ਜੇ ਉਹਨਾਂ ਦੀ ਗਲਤ ਨੂੰ ਗਲਤ, ਸਹੀ ਨੂੰ ਸਹੀ ਕਹਿਣ ਵਾਲੇ ਬੰਦੇ ਨਹੀਂ ਹੋਣਗੇ ਤੇ ਫਿਰ ਤਾਂ ਅਗਲਾ ਬੰਦਾ ਮਾਨਾ ਹੀ ਕਰੂਗਾ। ਉਹ ਭਾਵੇਂ ਆਪਾਂ ਸਟੇਟ ਲੈਵਲ 'ਤੇ ਗੱਲ ਕਰ ਲਈਏ, ਭਾਵੇਂ ਦੇਸ਼ ਲੈਵਲ 'ਤੇ ਗੱਲ ਕਰ ਲਈਏ, ਭਾਵੇਂ ਦੁਨੀਆ ਦੇ ਲੈਵਲ 'ਤੇ ਗੱਲ ਕਰ ਲਈਏ। ਸੋ ਮੈਨੂੰ ਇਹ ਲੱਗਦਾ ਹੁੰਦਾ ਵੀ ਹਰੇਕ ਤਰ੍ਹਾਂ ਦੀ ਜਿਹੜੀ ਵੀ ਮਤਲਬ ਕਹਿ ਲਓ ਕਿ ਰਾਜਨੀਤੀ ਆ, ਉਹਦੇ 'ਚ ਨਿੱਘਰ ਧਿਰਾਂ ਦਾ ਹੋਣਾ ਬਹੁਤ ਜ਼ਰੂਰੀ। ਪਰ ਨਿੱਘਰ ਧਿਰਾਂ ਜੇ ਇਸ ਵਕਤ ਨਿੱਘਰਦੀਆਂ ਜਾਣ, ਨਿੱਘਰ ਹੋਣ ਦੀ ਵੀ ਨਿੱਘਰਦੀਆਂ ਜਾਣ, ਫਿਰ ਤਾਂ ਐਡੀ ਕੋਈ ਗੱਲ ਨਹੀਂ ਹੁੰਦੀ। ਅਸੀਂ ਸਾਈਕਲ ਨੂੰ ਸਾਈਕਲ ਹੀ ਕਹੀਦਾ, ਨਿੱਘਰ ਤੇ ਨਿੱਘਰ ਦੇ ਵਿੱਚ ਕਿੰਨਾ ਕੁ ਫਰਕ ਹੈ। ਪਰਵਾਹ ਨਾ ਕਰੋ, ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਗਈ ਹੈ, ਕਿਉਂਕਿ ਪਿਛਲੇ ਦਿਨੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਅਸੀਂ ਆਹ ਬੰਦੇ ਜਿਹੜੇ ਅਫਸਰ ਨੇ, ਆਹ ਬੰਦੇ ਜਿਹੜੇ ਪੋਲੀਟੀਕਲ ਲੀਡਰ ਨੇ, ਉਹਨਾਂ ਦੀ ਸਿਕਿਉਰਿਟੀ ਘਟਾ ਰਹੇ ਹਾਂ ਜਾਂ ਖਤਮ ਕਰ ਰਹੇ ਹਾਂ। ਕਈਆਂ ਦੀ ਸਾਰੀ ਹੀ ਸੁਰੱਖਿਆ ਗਾਰਡ ਵਾਪਸ ਲੈ ਲਈ ਸੀ। ਲੋਕ ਹੈਰਾਨ ਹੋਏ, 36 ਬੰਦੇ ਇੱਕ ਬੰਦੇ ਨਾਲ ਲੱਗੇ ਹੋਆ ਕਰਮਚਾਰੀ, ਕਿਸੇ ਕੋ ਇੱਕ ਗੱਡੀ, ਕਿਸੇ ਕੋ 2 ਸਰਕਾਰੀ 3 ਗੱਡੀਆਂ, ਬੰਦੇ ਵਾਪਸ ਲੈ ਲਿਆ। 125 ਤੋਂ ਵੱਧ ਬੰਦੇ ਥਾਣਿਆਂ 'ਚ ਭੇਜੇ ਸੀ। ਪਰਮਿੰਦਰ ਸਿੰਘ ਪਿੰਕੀ ਕਾਂਗਰਸ ਪਾਰਟੀ ਦੇ ਲੀਡਰ ਨੇ, ਸਾਬਕਾ ਵਿਧਾਇਕ ਨੇ, ਐਤਕੀ ਇਲੈਕਸ਼ਨ ਜਿੱਤ ਨਹੀਂ ਸਕੇ। ਉਹਨਾਂ ਦੇ ਕੋਲੇ 28 ਸੁਰੱਖਿਆ ਕਰਮਚਾਰੀ ਸੀ, 28, ਉਹਦੇ ਵਿੱਚੋਂ 26 ਵਾਪਸ ਲੈ ਲਿਆ, ਕਹਿੰਦੇ 2 ਰੱਖ ਲਓ, ਤੁਸੀਂ ਸਾਬਕਾ ਐਮਐਲਏ ਹੋ। ਕਿਉਂਕਿ ਕਹਿੰਦੇ ਅਸੀਂ ਅਸੈਸਮੈਂਟ ਕਰਾਈਏ, ਤੁਹਾਨੂੰ ਇੰਨਾ ਕੀ ਖਤਰਾ ਕਿ 2 ਬੰਦੇ ਸਾਂਭ ਲੈਣਗੇ, ਏਡੀ ਵੀ ਕੋਈ ਗੱਲ ਨਹੀਂ। ਉਦੋਂ ਨਵਤੇਜ ਸਿੰਘ ਚੀਮਾ ਸਾਹਿਬ ਨੇ ਵੀ ਚਰਚਾ ਚਲਾਈ ਸੀ, ਕਹਿੰਦੇ ਜੇ ਕਿਸੇ ਦਾ ਨੁਕਸਾਨ ਹੋ ਗਿਆ ਫਿਰ ਪਤਾ ਲੱਗਣਾ ਇਹਨਾਂ ਨੂੰ ਕਿੰਨੀ ਖਤਰਨਾਕ ਗੱਲ ਹੈ। ਸਿਕਿਉਰਿਟੀ ਇੱਦਾਂ ਨਾ ਘਟਾਓ, ਤੁਸੀਂ ਇਹ ਦੇਖੋ ਕਿ ਹਾਲਾਤ ਕੀ ਨੇ। ਬੜੇ ਬੰਦਿਆਂ ਦੀ ਸਿਕਿਉਰਿਟੀ ਵਾਪਸ ਲਈ ਸੀ, ਘਟਾਈ ਸੀ, ਕਈਆਂ ਦੀ ਬਿਲਕੁਲ ਖਤਮ ਕਰ ਦਿੱਤੀ। ਹੁਣ ਪਰਮਿੰਦਰ ਸਿੰਘ ਪਿੰਕੀ ਸਾਹਿਬ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਪਾਤੀ, ਸਾਬਕਾ ਐਮਐਲਏ ਸਾਹਿਬ ਨੇ। ਉਹ ਕਹਿੰਦੇ ਜੀ ਗਲਤ ਕੀਤਾ, ਮੈਨੂੰ ਤਾਂ ਖਤਰਾ ਬੜਾ, ਜਾਨਲੇਵਾ ਹਮਲਾ ਹੋ ਸਕਦਾ, ਇਸ ਕਰਕੇ ਜਿੰਨੀ ਛੇਤੀ ਹੋ ਸਕਦਾ ਮੇਰੀ ਸਿਕਿਉਰਿਟੀ ਬਹਾਲ ਕੀਤੀ ਜਾਵੇ। ਇੱਕ ਵਾਰੀ ਪਹਿਲਾਂ ਵੀ ਉਹਨਾਂ ਦੀ ਸਿਕਿਉਰਿਟੀ ਘਟਾਈ ਸੀ ਅਕਾਲੀ ਭਾਜਪਾ ਸਰਕਾਰ ਵੇਲੇ, ਉਦੋਂ ਵੀ ਉਹ ਅਦਾਲਤ ਚਲੇ ਗਿਆ ਸੀ। ਸੰਧਾਲੀਆ ਸਾਹਿਬ ਉਦੋਂ ਵੀ ਅਦਾਲਤ ਨੇ ਕਹਿਤਾ ਸੀ ਕਿ ਸੁਰੱਖਿਆ ਦੇ ਦਿਓ। ਦੇਖੋ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਜੇ ਕਿਸੇ ਲੀਡਰ ਨੂੰ ਇਦਾਂ ਦੇ ਤੱਤਾਂ ਤੋਂ ਖਤਰਾ ਹੈ ਤੇ ਬਿਲਕੁਲ ਉਹਨੂੰ ਸਿਕਿਉਰਿਟੀ ਦਿਓ। ਪਰ ਜੇ ਕੋਈ ਐਵੇਂ ਹੀ ਮੋਢੇ ਤੇ ਫੀਤੀਆਂ ਲਵਾਉਣ ਦੀ ਗੱਲ ਆ ਕਿ ਭਾਈ ਮੇਰੇ ਨਾਲ 4 ਪੁਲਿਸ ਵਾਲੇ, ਮੇਰੇ ਨਾਲ 5 ਪੁਲਿਸ ਵਾਲੇ, ਟੌਰ ਬਣਦੀ ਆ, ਮੈਂ ਫੋਟੋ ਇਹਨਾਂ ਦੇ ਨਾਲ ਲਾਉਂਗਾ, ਲੋਕਾਂ ਦੇ ਵਿੱਚ ਭਾਲੀ ਫਿਰ ਬਣਦੀ ਹੈ, ਫਿਰ ਨਹੀਂ, ਚੰਗੀ ਤਰ੍ਹਾਂ ਖੰਗਾਲ ਲੈਣਾ ਚਾਹੀਦਾ। ਇਹ ਬੜਾ ਜ਼ਰੂਰੀ ਹੈ। ਦੇਖੋ ਕਾਰਨ ਇਹ ਆ ਵੀ ਮੈਨੂੰ ਲੱਗਦਾ ਵੀ ਇਹ ਇੱਕ ਐਸਾ ਵਿਸ਼ਾ ਜਿਹੜਾ ਬੜਾ ਸੈਂਸਿਟਿਵ ਹੈ ਜੀ, ਕਿਉਂਕਿ ਕਿਸੇ ਨੂੰ ਸੁਰੱਖਿਆ ਤੇ ਤਾਂ ਦਿੱਤੀ ਜਾਂਦੀ ਹੈ ਨਾ ਵੀ ਉਹਨੂੰ ਖਤਰਾ। ਹੁਣ ਗੱਲ ਇਹ ਆ ਵੀ ਪਿਛਲੇ ਸਮੇਂ 'ਚ ਆਪਾਂ ਇਹ ਵੀ ਸੁਣਦੇ ਦੇਖਦੇ ਰਹੇ ਵੀ ਯਾਰ ਕੁਛ ਲੋਕਾਂ ਨੇ ਇਹੋ ਜਿਹੇ ਕੰਮ ਕਰ ਲਏ ਵੀ ਆਪਣੇ ਤੌਰ ਤੇ ਕੋਈ ਨਾ ਕੋਈ ਅਡੰਬਰ ਰਚ ਲਓ ਜਿਹਦੇ ਨਾਲ ਉੱਥੋਂ ਤੁਸੀਂ ਸਿਕਿਉਰਿਟੀ ਲੈ ਸਕੋ। ਫਿਰ ਹੌਲੀ ਹੌਲੀ ਪਤਾ ਲੱਗਿਆ ਵੀ ਯਾਰ ਸਿਕਿਉਰਿਟੀ ਨਾਲ ਥੋੜ੍ਹੀ ਟੌਰ ਜੀ ਬਣਦੀ ਯਾਰ। ਮਤਲਬ ਪਿਛਲੇ ਦਿਨਾਂ 'ਚ ਆਪਾਂ ਇਹ ਵੀ ਗੱਲ ਸੁਣਦੇ ਰਹੇ, ਪੰਜਾਬ 'ਚੋਂ ਲਾ ਲਓ, ਪੰਜਾਬੋਂ ਬਾਹਰੋਂ ਵੀ ਲਾ ਲਓ, ਹੋਰ ਕੁਛ ਨਹੀਂ ਤੇ ਯਾਰ ਇਹਦੇ ਨਾਲ ਨਾ ਉਹ ਵਾਹ ਟੋਲ ਪਲਾਜ਼ਾ ਵਾਲੇ ਟੈਕਸ ਟੁਕਸ ਜਿਹਾ ਨਹੀਂ ਮੰਗਦੇ ਦੱਸ, ਹੈ ਨਾ। ਵੀ ਮਤਲਬ ਜੇ ਆਪਾਂ ਇਹੋ ਜਿਹੀਆਂ ਚੀਜ਼ਾਂ ਦੇ ਲਈ ਵੀ ਇਹ ਚੀਜ਼ਾਂ ਰੱਖਦੇ ਹਾਂ ਕੋਲ ਵੀ ਆਪਣੇ ਨਾਲ ਸਿਕਿਉਰਿਟੀ ਚਾਹੀਦੀ ਆ, ਫਿਰ ਇੱਕ ਵਾਰ ਦੁਬਾਰਾ ਨਹੀਂ 3-4 ਵਾਰ ਸੋਚਣ ਦੀ ਲੋੜ ਹੈ ਵੀ ਯਾਰ ਇਹ ਸਾਰਾ ਕੁਛ ਦਰੁਸਤ ਹੈ ਜੀ, ਇਹ ਸਾਰਾ ਕੁਛ ਸਹੀ ਹੈ। ਹਾਂ, ਦੂਸਰੇ ਪਾਸੇ ਵੀ ਜ਼ਰੂਰ ਵਿਚਾਰ ਲੈ ਜਾਣਾ ਚਾਹੀਦਾ ਵੀ ਜਿੱਥੇ ਜਿੱਥੇ ਜਿਵੇਂ ਜਿਹਨੂੰ ਵੀ ਲੋੜ ਆ
ਉਹਦੀ ਸੁਰੱਖਿਆ ਕਰਨੀ ਕਿਉਂਕਿ ਸਰਕਾਰ ਦਾ ਮੁੱਢਲਾ ਫਰਜ਼ ਹੈ, ਇਸ ਕਰਕੇ ਉਹਦੇ 'ਤੇ ਵੀ ਧਿਆਨ ਜਾਣਾ ਚਾਹੀਦਾ। ਕਿਸੇ ਵੇਲੇ ਇਹ ਹੁੰਦਾ ਵੀ ਯਾਰ ਚਲੋ ਜੀ ਉੱਪਰੋਂ ਰਿਪੋਰਟ ਆ ਗਈ, ਉਹਦੇ 'ਚ 10 ਬੰਦੇ ਸੀਗੇ, 10 ਦੇ 10 ਨੂੰ ਲਾਂਭੇ ਕਰ ਦਿਓ, ਪਰ ਫਿਰ ਵੀ ਚੈੱਕ ਕਰ ਲੈਣਾ ਚਾਹੀਦਾ ਵੀ ਮਹਾਰਾਜ ਉਹਨਾਂ 10 ਦੇ ਵਿੱਚ ਆਹ 1-2 ਬੰਦੇ ਆਪਾਂ ਨੂੰ ਜਾਪਦੇ ਨੇ ਜੀ, ਇੱਧਰ ਥੋੜ੍ਹਾ ਧਿਆਨ ਦੇਣ ਦੀ ਲੋੜ ਆ, ਉਹ ਜ਼ਰੂਰ ਖਿਆਲ ਰੱਖਿਆ ਜਾਣਾ ਚਾਹੀਦਾ। ਨਹੀਂ, ਖਿਆਲ ਜ਼ਰੂਰੀ ਹੈ ਜੀ। ਦਿੱਲੀ ਗਏ ਨੇ ਅਸ਼ਵਨੀ ਸ਼ਰਮਾ ਸਾਹਿਬ, MLA ਨੇ ਪੰਜਾਬ ਦੇ, ਦੂਜੀ ਵਾਰੀ MLA ਬਣੇ, ਕਰੇ ਪਹਿਲਾਂ ਵੀ ਬਣ ਹਟੇ ਪਠਾਨਕੋਟ ਤੋਂ। ਨਿੱਕੀ ਗੱਲ ਕਹੀ ਹੈ ਤੁਸੀਂ ਵੀਰ ਜੀ, ਪ੍ਰਧਾਨ ਨੇ ਉਹ ਪੰਜਾਬ ਦੇ BJP ਦੇ। ਹਾਂਜੀ, MLA ਤਾਂ ਉਹ ਇੱਕ ਹਲਕੇ ਦੇ ਨੇ। ਤੁਸੀਂ ਇਹ ਦੇਖੋ ਨਾ, ਪ੍ਰਧਾਨ ਤਾਂ ਸਾਰੇ ਸੂਬਿਆਂ ਦੇ ਵਿੱਚ ਭਾਜਪਾ ਦਾ ਇੱਕ ਹੈਗਾ ਹੀ, MLA ਪੰਜਾਬ 'ਚ 2 ਹੀ ਨੇ ਕਿਉਂਕਿ ਉਹ ਜਿੱਤੇ ਨੇ, ਉਹਨਾਂ ਨੂੰ ਲੋਕਾਂ ਨੇ ਵੋਟਾਂ ਪਾਈਆਂ, ਉਹ ਵੀ ਪੰਜਾਬ ਸੂਬੇ 'ਚੋਂ ਜਿੱਥੇ ਸਭ ਤੋਂ ਵੱਧ ਵਿਰੋਧ ਹੋਇਆ ਸੀ। ਬਾਕੀ ਤਾਂ ਦੇ ਪ੍ਰਧਾਨ ਹਾਰੇ ਹੈਗੇ ਵੀ ਹਾਂ, ਬਾਕੀ ਸਾਰਿਆਂ ਦੇ ਪ੍ਰਧਾਨ ਹਾਰ ਗਏ ਤਕਰੀਬਨ। ਭਗਵੰਤ ਮਾਨ ਸਾਹਿਬ ਤਾਂ ਇਹੀ ਜਿੱਤੇ ਆ। ਤੁਸੀਂ ਦੇਖੋ, ਸਿਮਰਜੀਤ ਸਿੰਘ ਬੈਂਸ ਆਪਣੀ ਪਾਰਟੀ ਦੇ ਪ੍ਰਧਾਨ ਹਾਰ ਗਏ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜੇ ਉਹ ਸਰਪ੍ਰਸਤ ਹਾਰ ਗਏ, ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਉਹ ਵੀ ਹਾਰ ਗਏ, ਨਵਜੋਤ ਸਿੰਘ ਸਿੱਧੂ ਸਾਹਿਬ ਪ੍ਰਧਾਨ ਉਹ ਵੀ ਹਾਰ ਗਏ, ਜਸਵੀਰ ਸਿੰਘ ਗੜੀ ਵੀ ਹਾਰ ਗਏ, ਸਿਮਰਨਜੀਤ ਸਿੰਘ ਮਾਨ ਸਾਹਿਬ ਪ੍ਰਧਾਨ ਸੀ ਉਹ ਵੀ ਹਾਰ ਗਏ, ਕੈਪਟਨ ਸਾਹਿਬ ਵੀ ਪ੍ਰਧਾਨ ਸੀ ਤੇ ਪ੍ਰਧਾਨ ਨੇ, ਪਰ ਉਹ ਵੀ ਹਾਰ ਗਏ। ਹੁਣ ਉਹ ਸਾਰੇ ਬੰਦੇ ਜਦੋਂ ਹਾਰ ਗਏ ਤੇ ਜਿਹੜੇ 2 ਜਿੱਤੇ, ਭਗਵੰਤ ਮਾਨ ਸਾਹਿਬ ਪ੍ਰਧਾਨ ਸੀ ਉਹ ਜਿੱਤ ਗਏ, ਉਧਰਲੇ ਪਾਸੇ ਅਸ਼ਵਨੀ ਸ਼ਰਮਾ ਸਾਹਿਬ ਉਹ ਹੁਣ ਭਾਜਪਾ ਦੇ ਪ੍ਰਧਾਨ ਨੇ। ਕੌਮੀ ਪ੍ਰਧਾਨ JP ਨੱਡਾ ਸਾਹਿਬ ਕੋਲ ਗਏ, ਨਾਲ ਲੀਡਰ ਕਈ ਹੋਰ ਸੀ, 1-to-1 ਵੀ ਮੀਟਿੰਗ ਕੀਤੀ ਉਹਨਾਂ ਨੇ, ਕਹਿੰਦੇ ਕੁਝ ਗੁਪਤ ਗੱਲਾਂ ਵੀ ਕਰਨੀਆਂ। ਤੇ ਉੱਥੇ ਜਾ ਕੇ ਉਹ ਕਹਿੰਦੇ ਜੀ ਇੱਕ ਤਾਂ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਆ ਰਹੀ ਹੈ, ਉਹਦੀ ਤਿਆਰੀ ਬਸ, ਕਿਉਂਕਿ ਪਹਿਲਾਂ ਬਲਾਕ ਦੀ ਮੀਟਿੰਗ ਕੀਤੀ, ਜ਼ਿਲ੍ਹੇ ਦੀ, ਸੂਬੇ ਦੀ, ਫਿਰ ਦਿੱਲੀ ਗਏ। ਫਿਰ ਕਹਿੰਦੇ ਜਲੰਧਰ, ਪਟਿਆਲਾ, ਲੁਧਿਆਣਾ, ਇਹ ਸਾਰੇ ਅੰਮ੍ਰਿਤਸਰ ਨਿਗਮ ਚੋਣਾਂ ਆ ਰਹੀਆਂ, ਉਹਦੀ ਮੀਟਿੰਗ ਕੀਤੀ, ਵਿਚਾਰ ਕੀਤੀ, ਉਮੀਦਵਾਰ ਕਿੱਦਾਂ ਦੇ। ਹੁਣ ਉਮੀਦ ਇਹ ਸੀ ਕਿ ਜਦੋਂ JP ਨੱਡਾ ਸਾਹਿਬ ਦੇ ਨਾਲ ਅਸ਼ਵਨੀ ਸ਼ਰਮਾ ਸਾਹਿਬ ਦੀ ਮੁਲਾਕਾਤ ਹੋਏਗੀ, ਗੱਠਜੋੜ ਹੋਣਾ ਹੈ ਕਿ ਨਹੀਂ ਹੋਣਾ, ਕਿ ਉਹਦੇ ਬਾਬਤ ਕਲੀਅਰ ਹੋ ਜਾਵੇ। ਉਹਦੇ ਬਾਰੇ ਨਹੀਂ ਤੂੰ ਅਜੇ ਤੱਕ ਨਿਕਲ ਸਕਿਆ ਕਿ ਕੀ ਭਾਰਤੀ ਜਨਤਾ ਪਾਰਟੀ ਆਪਣੇ ਸਿਰ ਖੁਦ ਹੋ ਕੇ ਚੋਣਾਂ ਲੜੂ, ਜਾਂ ਜਿਹੜੀਆਂ 2 ਧਿਰਾਂ ਢੀਂਡਸਾ ਸਾਹਿਬ ਤੇ ਕੈਪਟਨ ਸਾਹਿਬ ਦੀ ਉਹਨਾਂ ਦੇ ਨਾਲ ਸੀ ਤੇ ਜਿਨ੍ਹਾਂ ਦਾ ਖਾਤਾ ਨਹੀਂ ਖੁੱਲ ਸਕਿਆ ਵਿਧਾਨ ਸਭਾ ਦੀਆਂ ਚੋਣਾਂ 'ਚ, ਵੋਟਾਂ ਵੀ ਥੋੜੀਆਂ ਪਈਆਂ, ਕਿ ਕੀ ਉਹਨਾਂ ਨੂੰ ਨਾਲ ਲੈ ਕੇ ਚੋਣਾਂ ਲੜੀਆਂ ਜਾਣ। ਅੰਦਰ ਖਾਤੇ ਪਤਾ ਲੱਗਾ ਕਿ ਸਹਿਮਤੀ ਬਣ ਗਈ ਹੈ, ਨਸ਼ਰ ਅਨਾਉਂਸਮੈਂਟ ਹੋਣ ਤੋਂ ਬਾਅਦ ਕੀਤਾ ਜਾਊ। ਦੇਖੋ, ਮੈਨੂੰ ਤਾਂ ਇਹ ਲੱਗਦਾ ਕਿ ਵੀ BJP ਤਾਂ ਚਾਹੁੰਦੀ ਇਹ ਆ ਵੀ ਮਹਾਰਾਜ ਵੀ ਹੁਣ ਇੱਕ ਤਰ੍ਹਾਂ ਇਕੱਲੇ ਜੁਰਕਾ ਦੇਖਿਆ ਜਾਵੇ, ਵੀ ਕਿਉਂਕਿ ਹੁਣ ਜੇ ਗਾਂ ਮੰਨ ਲਓ ਵੀ ਇਕੱਲੇ ਚੱਲਣਾ ਤੇ ਫਿਰ ਇੱਕ ਤਰ੍ਹਾਂ ਇਹ ਤੇ ਇੱਕ ਛੋਟਾ ਮੈਚ ਆ, ਖੇਡ ਕੇ ਵੇਖ ਲੈਣਾ ਚਾਹੀਦਾ ਕੀ ਫਰਕ ਪੈਂਦਾ। ਦੂਸਰੇ ਪਾਸੇ ਕਾਰਨ ਆ ਵੀ ਪ੍ਰੈਸ਼ਰ ਵੀ ਕਹਿੰਦੇ ਵੀ ਇੱਧਰੋਂ ਉੱਧਰੋਂ ਪੈ ਰਿਹਾ ਵੀ ਇਦਾਂ ਕਿੱਦਾਂ ਮਹਾਰਾਜ ਇਹਦੇ ਕੱਲ੍ਹ ਤਾਂ ਗੱਠਜੋੜ ਕੀਤਾ, ਐਡੀ ਛੇਤੀ ਤੁਸੀਂ ਸਾਥ ਵੀ ਤੁਹਾਡੇ ਸਿਰ ਤੇ ਅਸੀਂ ਛੱਡ ਕੇ ਆਏ ਆ, ਹੁਣ ਤੁਸੀਂ ਰਾਹ ਛੱਡ ਚੱਲੇ ਹੋ, ਲਾ ਕੇ ਤਾਂ ਆਓ ਘਰੇ। ਇਹ ਤੇ ਉਦਾਂ ਹੀ ਹੋ ਗਿਆ ਨਾ ਵੀ ਮਤਲਬ ਉਹ ਕਹਿੰਦਾ ਵੀ ਮਹਾਰਾਜ ਅਸੀਂ ਤੇ ਆਉਣਾ ਤੇ ਉਸੇ ਵਾਸਤੇ ਸੀਗਾ, ਸਾਨੂੰ ਲੱਗਾ ਵੀ ਇਹ ਪਹਿਲਾਂ ਚੱਲੀ, ਅਸੀਂ ਇਹਦੇ ਤੇ ਚੜ ਗਏ ਤੇ ਤੁਸੀਂ ਹੁਣ ਕਹਿੰਦੇ ਵੀ ਅੱਡੇ 'ਚ ਜਾਣਾ ਹੀ ਨਹੀਂ, ਬਾਈਪਾਸ ਤੇ ਲਾ ਚੱਲੇ, ਇਹ ਥੋੜੀ ਕੋਈ ਗੱਲ ਆ। ਅਸੀਂ ਦੇਖੋ ਸਾਰਾ ਕੁਝ ਤੁਹਾਡੇ ਲਈ ਛੱਡ ਕੇ ਆਏ ਆ। ਬਾਕੀ ਇਹ ਭਾਰਤੀ ਜਨਤਾ ਪਾਰਟੀ ਦਾ, ਭਾਜਪਾ ਦਾ ਅੰਦਰੂਨੀ ਮਸਲਾ ਹੈ ਸਾਰਿਆਂ ਦਾ। ਬਾਕੀ ਜਾਖੜ ਸਾਹਿਬ ਦਿੱਲੀ ਗਏ ਸੀ, ਕੀ ਬਣਿਆ ਸਾਨੂੰ ਨਹੀਂ ਪਤਾ, ਪਰ ਅਸੀਂ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ ਕਿ ਭਾਈ ਧਰਮ ਦੇ ਆਧਾਰ ਤੇ, ਜ਼ਾਤ ਦੇ ਆਧਾਰ ਦੇ ਉੱਤੇ, ਸਿਆਸੀ ਪਾਰਟੀਆਂ ਦੇ ਆਧਾਰ ਤੇ ਆਪਸ ਨਾ ਲੜੋ। ਨਹਿਰੀ ਪਾਣੀ ਪੀਣ ਯੋਗ ਨਹੀਂ ਰਿਹਾ, ਉਹ ਸਾਰਿਆਂ ਲਈ ਨਹੀਂ ਰਿਹਾ। ਉਧਰਲੇ ਪਾਸੇ ਨਾ ਕਿਸੇ ਸਿਆਸਤਦਾਨ ਦਾ ਧਿਆਨ ਹੈ, ਬਹੁਤ ਸਾਰੇ ਧਾਰਮਿਕ ਡੇਰਿਆਂ ਦਾ ਵੀ ਧਿਆਨ ਉਧਰਲੇ ਪਾਸੇ ਨਹੀਂ ਹੈਗਾ। ਲੜਾਈ ਲੜਨੀ ਹੈ ਤਾਂ ਉੱਥੇ ਲੜੋ, ਐਵੇਂ ਇੱਕ ਦੂਜੇ ਦੇ ਕੱਪੜੇ ਨਾ ਪਾੜੀ ਜਾਓ ਜੀ। ਲਓ ਫਿਰ ਜਾਣ ਦਾ ਟਾਈਮ ਹੋ ਗਿਆ ਜੀ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਪ੍ਰੋਗਰਾਮ ਨੂੰ ਆਪਾਂ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।